Okay. जी आया नूं जी, सब तो पहले अज असी गल करनी है कि पाकिस्तान की जोड़ी मईशत है ਉਹਦੇ ਵਿੱਚ फौज का की किरदार है। मैं ਤੁਹਾਨੂੰ एक मजमून पढ़न वास्ते भेजा सी पिछले हफ्ते ਜਿਹੜਾ कि शाहरुख रफ़ी खान साहब ने लिखा है। एक ज़माने में पाकिस्तान में SDPI में काम करते सन, फिर अमरीका चले गए, बहुत सारी जगह ते उन्होंने पढ़ाया। तो जिहड़ी अहम ते दिलचस्प गल यह है कि शाहरुख रफ़ी खान का अपना तल्लुक भी एक फौजी खानदान के नाल है। इन्होंने वालिद साहब जे तक मेरा इल्म है जनरल रफ़ी वो याया खान के मिलिटरी सैक्रटरी होंदे सन, अगर मैं सही इल्म है तो। इस वास्ते उन्होंने जिहड़ी गल कीती है वो इस तरीके नाल कीती है कि ये नहीं कि फौज के बारे उन्हों की पहले तो कोई तयशुदा राय है या मनफी गल है, वो नहीं है। अज गल शुरू करने तो पहले उम्मीद मेरी ये है कि तुसी सब ने मजमून पढ़िया होएगा। पहली गल जी मैं तुम दोबारा याद करवाना चाहना कि किसी ने मैनू लिख के नहीं भेजा कि एक सफ़ा तुसी केड़ा लिखोगे। उमर ने ज़बानी दस दिता सी, वो मेहरबानी करके तुसा जिहड़ा है ना मैनू गल दिओ कि केड़ा एक सफ़ा तुसा लिखना है इस कोर्स के खत्म होने ताईं। दूई गल ये है कि जिहड़ा तुसा मजमून पिछली बारी पढ़िया है शाहरुख रफ़ी खान का, ਉਹਦੇ ਬਾਰੇ ਤੁਹਾਡੇ ਜਿਹੜੇ ਕਿਹੜੇ ਸਵਾਲ ਹਨ ਉਹ ਮੈਨੂੰ ਦੱਸੋ ਕਿ ਫੌਜ ਦਾ ਜਿਹੜਾ ਸਾਡੇ ਤਾਲੁਕ ਬਣਦਾ ਸਾਡੇ ਮੁਆਸ਼ੀ ਮਾਮਲਿਆਂ ਦੇ ਨਾਲ ਉਹ ਚੰਗਾ ਹੈ ਭੈੜਾ ਹੈ, ਕਿਵੇਂ ਹੋਣਾ ਚਾਹੀਦਾ ਕਿਵੇਂ ਨਹੀਂ ਹੋਣਾ ਚਾਹੀਦਾ, ਕਿਸ ਹੱਦ ਤੱਕ ਦਖਲ ਹੋਣਾ ਚਾਹੀਦਾ, ਉਹਦੇ ਬਾਰੇ ਮਜ਼ਮੂਨ ਨੂੰ ਪੜ੍ਹ ਕੇ ਜੇ ਕੋਈ ਸਵਾਲ ਹਨ ਤੁਹਾਡੇ ਜ਼ਿਹਨ ਵਿੱਚ ਉਂਝ ਕੋਈ ਸਵਾਲ ਹਨ ਤਾਂ ਉੱਥੋਂ ਅਸਾਂ गल शुरू कर साए, नहीं तो मैं तुहाडे नाल गल शुरू सवाल पुछसां जिहड़े साडे आपस विच समझौता है पिछली बारी कि तुसां सवाल पुछना है, जे तुसां नहीं पुछया तो बाद मैं पुछना। हुण तुसां दसो तुहाडे कोल कोई सवाल है इहदे बारे जो कोई पढ़िया है। सर जी तुसी ये दसो कि जिहड़ा सिविलियन मामला इकोनॉमी फौज का जिहड़ा हुण रोल इंस्टीट्यूशनल हो गया है, उन्हां दी इंस्टीट्यूशन का एक बहुत मतलब इंपोर्टेंट हिस्सा बन गया है, कदे बदल भी सकता है। हाँ, पहले तो ये वेखना चाहिए ना कि उन्हां दा सिविल मामलात विच खास तौर ते मूशत विच फौज का इतना दखल क्यों हो गया। बदलने की जरूरत इस वजह तो होती है क्योंकि फौज जिहड़ी है किसी मुल्क दे विच भी ਉਹਦਾ ਜਿਹੜਾ ਬਜਟ ਆਉਂਦਾ ਹੈ ਉਹ ਸ਼ਹਿਰੀਆਂ ਦੇ ਟੈਕਸਾਂ ਤੋਂ ਆਉਂਦਾ, ਉਹ ਟੈਕਸ ਦਿੰਦੇ ਆ। ਜਿਹੜਾ ਟੈਕਸ ਦੇਣ ਵਾਲਾ ਹੁੰਦਾ ਹੈ ਉਹਦਾ ਬੁਨਿਆਦੀ ਹੱਕ ਹੁੰਦਾ ਹੈ ਇਹ ਤੈਅ ਕਰਨਾ ਕਿ ਉਹ ਪੈਸੇ ਖਰਚ ਕਿਵੇਂ ਹੋਣੇ ਚਾਹੀਦੇ, ਉਹਦਾ ਹਿਸਾਬ ਕਿਤਾਬ ਕਰਨਾ, ਉਹਦਾ ਜਵਾਬ ਤਲਬ ਕਰਨਾ। ਪਹਿਲੀ ਗੱਲ, ਅਗਰ ਲੋਕਾਂ ਤੋਂ ਪੁੱਛੇ ਬਗੈਰ ਮੁਨਾਫਾ ਬਖਸ਼ ਤਰੀਕੇ ਨਾਲ ਉਹ ਪੈਸੇ ਖਰਚ ਹੋਣ, ਉਹਦੇ ਲੋਕਾਂ ਦੀ ਭਲਾਈ ਹੋਵੇ, ਜ਼ਿਆਦਾ ਲੋਕਾਂ ਨੂੰ ਨੌਕਰੀਆਂ ਮਿਲਣ, ਤਰੱਕੀ ਹੋਵੇ, ਖੁਸ਼ਹਾਲੀ ਹੋਵੇ, ਸ਼ਾਇਦ ਲੋਕ ਉਹਨੂੰ ਇਸ ਤਰ੍ਹਾਂ ਮਹਿਸੂਸ ਨਾ ਕਰਨ। ਲੇਕਿਨ ਜੇ ਉਹ ਵੀ ਨਾ ਹੋਵੇ, ਜਿਹੜਾ ਕਿ ਹੁਣ ਅਸਾਂ ਵੇਖਦੇ ਹਾਂ ਸਾਡਾ ਮੁਲਕ ਬਿਲਕੁਲ ਤਕਰੀਬਨ ਦਿਵਾਲੀਆ ਹੋ ਗਿਆ, ਸਾਡੇ ਕਰਜ਼ੇ ਇਤਨੇ ਵੱਧ ਗਏ ਨੇ ਅਸੀਂ ਕਰਜ਼ਿਆਂ ਦਾ ਸੂਦ ਵੀ ਨਹੀਂ ਅਦਾ ਕਰ ਸਕਦੇ ਆਪਣੀ ਕਮਾਈ ਦੇ ਨਾਲ। ਉਸ ਤੋਂ ਬਾਅਦ ਲੋੜ ਪਾਉਂਦੀ ਹੈ ਕਿ ਉਹ ਜਵਾਬ ਤਲਬੀ ਕੀਤੀ ਵੰਜੇ ਕਿ ਜਨਾਬ ਇਹ ਪੈਸੇ ਤੁਸੀਂ ਖਰਚ ਜਿਹੜੇ ਕੀਤੇ ਨੇ ਕਿਸ ਤਰੀਕੇ ਨਾਲ ਕੀਤੇ, ਇਹ ਪੈਸੇ ਤੁਸੀਂ ਇਸ ਤਰ੍ਹਾਂ ਨਾਲ ਲਾਇਨ ਕਿ ਵੱਧਦੇ ਵੰਜਣ ਜਾਂ ਪੈਸੇ ਇਸ ਤਰੀਕੇ ਨਾਲ ਲਾਇਨ ਕਿ ਸਾਡੇ ਉੱਤੇ ਕਰਜ਼ਾ ਵੱਧਦਾ ਬਣਦੇ ਮੁਨਾਫੇ ਦੀ ਜਗ੍ਹਾ ਤੇ ਅਸਾਂ ਆਪਣਾ ਖਰਚਾ ਹੀ ਪੂਰਾ ਨਾ ਕਰ ਸਕੀਏ। ਉਹ ਤਬਦੀਲ ਕਰਨ ਵਾਸਤੇ ਲੋਕਾਂ ਨੂੰ ਆਵਾਜ਼ ਚਾਉਣੀ ਪਾਉਂਦੀ ਹੈ।
ਹੁਣ ਮਸਲਾ ਇਹ ਹੈ ਪਾਕਿਸਤਾਨ ਦੇ ਵਿੱਚ ਕਿ ਪਾਕਿਸਤਾਨ ਦੇ ਵਿੱਚ ਜਿਵੇਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਦੋ ਤਰ੍ਹਾਂ ਦੇ ਦੋ ਧੜੇ ਹਨ ਸਾਡੇ ਜਿਹੜਾ ਇਹ ਮੁਆਸ਼ੀ ਵਿਹਾਰ ਹੈ ਸਿਆਸੀ ਨਜ਼ਰੀਆਤੀ। ਇੱਕ ਉਹ ਹੈ ਜਿਹੜੇ ਸਮਝਦੇ ਨੇ ਕਿ ਜਿਹੜੇ ਤੁਹਾਨੂੰ ਪਬਲਿਕ ਆਫਿਸ ਹੈ ਜਾਂ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਸਰਕਾਰੀ ਫੌਜੀ ਹੋਵੇ ਗੈਰ ਫੌਜੀ ਹੋਵੇ ਸਿਆਸੀ ਹੋਵੇ ਉਹਨੂੰ ਆਪਣੇ ਜ਼ਾਤੀ ਮਫਾਦ ਵਾਸਤੇ ਇਸਤੇਮਾਲ ਕਰਨਾ ਤੇ ਜ਼ਾਤੀ ਮਾਲ ਤੇ ਦੌਲਤ ਵਧਾਉਣਾ ਉਹ ਜਾਇਜ਼ ਹੈ। ਉਹਦੇ ਵਾਸਤੇ ਅਸਾਂ ਕਿਸੇ ਦੇ ਕੋਈ ਜਵਾਬ ਦੇ ਕੋਈ ਨਹੀਂ ਜੇ ਤੱਕ ਸਾਡਾ ਦਾ ਲੱਗਦਾ ਲਾ ਲਓ। ਦੂਸਰੇ ਇਹ ਲੋਕ ਹਨ ਕਿ ਜਿਨ੍ਹਾਂ ਦੀ ਮਿਹਨਤ ਨਾਲ ਜਿਨ੍ਹਾਂ ਦੀ ਕਮਾਈ ਨਾਲ ਮੁਲਕ ਨੂੰ ਫਾਇਦਾ ਪਹੁੰਚਦਾ ਪਿਆ ਰੋਜ਼ਗਾਰ ਵੀ ਵੱਧਦਾ ਪਿਆ ਤੇ ਤਰੱਕੀ ਵੀ ਹੁੰਦੀ ਪਈ ਹੈ। ਉਹ ਇਹ ਸਮਝਦੇ ਨੇ ਕਿ ਸਾਨੂੰ ਹਰ ਚੀਜ਼ ਦਾ ਇੱਕ ਇੱਕ ਪੈਸੇ ਦਾ ਜਵਾਬ ਮਿਲਣਾ ਚਾਹੀਦਾ। ਇਹ ਦੋ ਧੜੇ ਮੌਜੂਦ ਹੈ ਲੇਕਿਨ ਜਿਹੜਾ ਧੜਾ ਕੰਮ ਕਰਦਾ ਪਿਆ ਮੁਇਸ਼ਤ ਨੂੰ ਇਸ ਤਰੀਕੇ ਨਾਲ ਚਲਾਉਣ ਦਾ ਕਿ ਉਹ ਅੱਗੋਂ ਵੱਧਦੀ ਰਹੇ ਉਸ ਤੋਂ ਸਭ ਦਾ ਭਲਾ ਹੋਵੇ ਉਹਨਾਂ ਦਾ ਮੁਆਸ਼ੀ ਰੋਲ ਤੇ ਹੈ। ਹਾਲੇ ਤਾਈਂ ਉਹਨਾਂ ਦਾ ਕੋਈ ਸਿਆਸੀ ਰੋਲ ਨਹੀਂ ਬਣਿਆ ਤੇ ਨਜ਼ਰੀਆਤੀ ਰੋਲ ਨਹੀਂ ਬਣਿਆ। ਨਜ਼ਰੀਆਤੀ ਜਾਂ ਸਿਆਸੀ ਤੌਰ ਤੇ ਹਾਲੇ ਉਹ ਪੁਰਾਣਾ ਜਿਹੜਾ ਵਿਹਾਰ ਹੈ ਸਿਆਸੀ ਤੇ ਨਜ਼ਰੀਆਤੀ ਉਹਦੀ ਟੱਕਰ 'ਚ ਨਹੀਂ ਆ ਸਕੇ ਜਾਂ ਉਹਨਾਂ ਨੇ ਉਹ ਤਰੀਕਾ ਨਹੀਂ ਸਿੱਖਿਆ ਕਿਸ ਤਰੀਕੇ ਨਾਲ ਜਿਹੜੇ ਹੀਣੇ ਲੋਕ ਹੋਣ ਘੱਟ ਤਾਕਤ ਦੇ ਲੋਕ ਹੋਣ ਉਹ ਵੱਧ ਤਾਕਤ ਦੇ ਲੋਕਾਂ ਨਾਲ ਕਿਵੇਂ ਲੜਦੇ ਹਨ। ਉਹਦਾ ਉਹਨਾਂ ਨੂੰ ਕੋਈ ਤਰੀਕਾ ਸਮਝ ਨਹੀਂ ਆਇਆ। ਉਹਦੇ ਤਰੀਕੇ ਹਨ ਇਸ ਵਾਸਤੇ ਇਸ ਦੀ ਲੋੜ ਤੇ ਹੈ ਕਿ ਉਹਨਾਂ ਨੂੰ ਜਵਾਬਦੇਹ ਹੋਣਾ ਹੈ ਕਿਉਂਕਿ ਉਹਨਾਂ ਕੋਲ ਹੋਰ ਕੋਈ ਤਰੀਕਾ ਨਹੀਂ। ਜੇ ਲੋਕਾਂ ਤੇ ਉਹਨਾਂ ਨੇ ਹੋਰ ਟੈਕਸ ਲਾਉਣੇ ਉਹਨਾਂ ਕੋਲ ਹੋਰ ਪੈਸਾ ਮੰਗਣਾ ਹੈ ਤੇ ਲੋਕਾਂ ਦੀ ਇੱਕ ਖਾਸ ਹੱਦ ਹੁੰਦੀ ਹੈ ਉਸ ਤੋਂ ਜ਼ਿਆਦਾ ਬਾਹਰ ਨਹੀਂ ਜਾ ਸਕਦੇ। ਉਹਨਾਂ ਨੇ ਬਾਤ ਆਖਣੀ ਤੋਂ ਜਵਾਬਦੇਹੀ ਕਰੋ ਸਾਨੂੰ ਦੱਸੋ ਪੈਸੇ ਸਾਡੇ ਕਿਵੇਂ ਖਰਚ ਹੁੰਦੇ ਪੈਣ। ਉਹਨੂੰ ਇਸ ਵਜ੍ਹਾ ਤੋਂ ਆਖ ਕੇ ਲੁਕਾਇਆ ਨਹੀਂ ਬਣ ਸਕਦੇ ਜੀ ਕਿ ਇਹ ਮੁਲਕ ਦੇ ਦਿਫਾਈ ਮਾਮਲੇ ਹਨ ਦਿਫਾਈ ਰਾਜ਼ ਹਨ। ਉਹ ਜਿਹੜੇ ਟੈਕਸ ਦੇਵਣ ਵਾਲੇ ਹਨ ਉਹਨਾਂ ਤੋਂ ਤਾਂ ਰਾਜ਼ ਦੀ ਕੋਈ ਗੱਲ ਨਹੀਂ ਜਿਵੇਂ ਆਦੇ ਨੇ ਦਾਈ ਤੋਂ ਤਾਂ ਡੇਢ ਨਹੀਂ ਲੁਕਾ ਸਕਦੇ ਤੁਸੀਂ। ਜਿਹਨਾਂ ਨੇ ਟੈਕਸ ਦਿੱਤਾ ਜਿਹਨਾਂ ਨੇ ਪੈਸੇ ਦਿੱਤਾ ਉਹਨੂੰ ਦੱਸਣਾ ਪਊ ਵੀ ਤੁਹਾਡੇ ਪੈਸੇ ਕਿਵੇਂ ਖਰਚ ਹੁੰਦੇ ਪੈਣ। ਇਸ ਵਾਸਤੇ ਦੀ ਲੋੜ ਵੀ ਹੈ ਇਹਨੇ ਹੋਣਾ ਵੀ ਹੈ ਤੇ ਇਸ ਤੋਂ ਨਹੀਂ ਇਸ ਵਾਸਤੇ ਨਹੀਂ ਕੀਤੀ ਜਾ ਸਕਦੀ ਕਿ ਜਨਾਬ ਇਹ ਮੁਲਕ ਦੇ ਦਿਫਾਈ ਰਾਜ਼ ਹਨ। ਮੈਂ ਥੋੜੀ ਜਿਹੀ ਇਹਦੇ ਬਾਰੇ ਗੱਲ ਕਰਨਾ ਵਾ ਤੁਹਾਡੇ ਅੱਗੋਂ ਸਵਾਲ ਉਸ ਮੈਂ ਦੱਸੇ ਸਨ। ਹੁਣ ਦਿਫਾਈ ਰਾਜ਼ ਦਾ ਜੇ ਤਾਂ ਮਾਮਲਾ ਹੈ ਸਾਡੇ ਜਿਤਨੇ ਫੌਜੀ ਅਫਸਰਾਨ ਹਨ ਉਹ ਪੂਰੇ 70 ਸਾਲ ਉਹ ਟ੍ਰੇਨਿੰਗ ਵਾਸਤੇ ਬਾਹਰ ਦੇ ਮੁਲਕਾਂ 'ਚ ਵਹਿੰਦੇ ਹਨ। ਇੰਗਲੈਂਡ ਹੀ ਵਹਿੰਦੇ ਹਨ ਅਮਰੀਕਾ ਹੀ ਵਹਿੰਦੇ ਹਨ ਉੱਥੇ ਮਿਲਦੇ ਹਨ ਉਠੀਂਦੇ ਬੰਦੇ ਹਨ ਜੰਗੀ ਮਸ਼ਕਾਂ ਵੀ ਮਿਲ ਕੇ ਕਰਾਉਂਦੇ ਹਨ ਤੇ ਜੇ ਉਹਨਾਂ ਨਾਲ ਰਾਜ਼ਦਾਰੀ ਕੋਈ ਨਹੀਂ ਜਿਵੇਂ ਅਸੀਂ ਗੈਰ ਸਮਝਦੇ ਹਾਂ ਤੇ ਉਹਨਾਂ ਦੇ ਲੋਕ ਵੀ ਸਾਡਾ ਜਿਹੜਾ ਸਟਾਫ ਕਾਲਜ ਕੋਇਟਾ ਹੈ ਉੱਥੇ ਕੋਈ 15-20 ਮੁਲਕਾਂ ਦੇ ਲੋਕ ਆਉਂਦੇ ਉਹਦੇ ਅਮਰੀਕਾ ਵੀ ਹੈ ਬਰਤਾਨੀਆ ਚੀਨ ਸਾਊਦੀ ਅਰਬ ਲੀਬੀਆ ਸਾਰੇ ਮੁਲਕਾਂ ਤੋਂ ਉਹਦੇ ਤੇ ਕਿਤਾਬਾਂ ਵੀ ਛਪ ਚੁੱਕੀਆਂ। ਪਹਿਲੀ ਗੱਲ ਤੇ ਜੇ ਉਹਨਾਂ ਕੋਲ ਕੋਈ ਰਾਜ਼ ਕੋਈ ਨਹੀਂ ਜਿਨ੍ਹਾਂ ਨਾਲ ਸਾਡੇ ਮਫਾਦ ਟਕਰਾ ਵੀ ਸਕਦੇ ਨੇ ਜਿਨ੍ਹਾਂ ਨਾਲ ਸਾਡੇ ਮਫਾਦ ਵੱਖਰੇ ਹਨ ਤੇ ਆਪਣੇ ਲੋਕਾਂ ਤੋਂ ਕਿਵੇਂ ਰਾਜ਼ਦਾਰੀ ਹੋ ਗਈ। ਦੂਈ ਸਭ ਤੋਂ ਅਹਿਮ ਗੱਲ ਇਹ ਹੈ ਤੁਸੀਂ ਨੈਟ ਤੇ ਵੰਡ ਕੇ ਚੈੱਕ ਕਰ ਸਕਦੇ ਹੋ ਅਸਲਾ ਸਾਡਾ ਜਿਹੜਾ ਬਹੁਤ ਜ਼ਿਆਦਾ ਅਸਲਾ ਹੈ ਤੇ ਜਿਹੜਾ ਉਹਦੇ ਕਟਿੰਗ ਐਜ ਤੇ ਬਹੁਤ ਬਿਲਕੁਲ ਅੱਜ ਦੇ ਹਾਲਾਤ ਦੇ ਮੁਤਾਬਿਕ ਜਿਹੜਾ ਅਸਲਾ ਅਸਾਂ ਖਰੀਦ ਕਰੇ ਨਾ ਉਹ ਸਾਰਾ ਬਾਹਰੋਂ ਖਰੀਦ ਕरेंगे ਉਹ ਘਰ ਨਹੀਂ ਬਣਦਾ। ਅੱਛਾ ਸਾਨੂੰ ਅਸਲ ਵੇਚਣ ਵਾਲੇ ਜਿਹੜੇ ਨਾ ਵੈਂਡਰ ਤੁਸੀਂ ਅਗਰ ਵੇਖੋ ਪਾਕਿਸਤਾਨ ਨੂੰ ਵੀ ਅਸਲਾ ਵੇਚਦੇ ਇਸਰਾਈਲ ਨੂੰ ਵੀ ਅਸਲਾ ਵੇਚਦੇ ਹਿੰਦੁਸਤਾਨ ਨੂੰ ਵੀ ਉਹ ਵੈਂਡਰ ਅਸਲਾ ਵੇਚਦਾ। ਅੱਛਾ ਉਹ ਉਹਨਾਂ ਦੇ ਇਨਕਮ ਟੈਕਸ ਦੇ ਨਿਜ਼ਾਮ ਵਿੱਚ ਵੀ ਸਾਰਾ ਆਂਦਾ ਵੈਂਦਾ ਵੀ ਕਿਤਨਾ ਮੁਲਕ ਨੂੰ ਕਿੱਥੋਂ ਅਸਲਾ ਗਿਆ ਕਿਹੜਾ ਅਸਲਾ ਗਿਆ ਉਹਦੀ ਰਾਜ਼ਦਾਰੀ ਵਾਲੀ ਕਿਹੜੀ ਗੱਲ ਹੈ। ਜੇ ਬਾਹਰ ਅਸਲਾ ਦੇਣ ਵਾਲੇ ਬਾਹਰ ਦੇ ਲੋਕ ਹਨ ਟ੍ਰੇਨਿੰਗ ਦੇਣ ਵਾਲੇ ਬਾਹਰ ਦੇ ਲੋਕ ਹਨ ਫੌਜੀ ਇਮਦਾਦ ਦੇਣ ਵਾਲੇ ਬਾਹਰ ਦੇ ਲੋਕ ਹਨ ਉਹਨਾਂ ਨੂੰ ਹਰ ਸ਼ੈ ਦਾ ਪਤਾ ਹੈ ਸਾਡੀ ਤੇ ਉਹਨਾਂ ਕੋਲ ਅਸਾਂ ਕਿਹੜੀ ਰਾਜ਼ਦਾਰੀ ਕਰਦੇ ਪਏ ਆਪਣੇ ਲੋਕਾਂ ਤੋਂ ਕਰਾਂਦੇ ਪਏ। ਇਸ ਵਾਸਤੇ ਰਾਜ਼ਦਾਰੀ ਕੋਈ ਬੁਨਿਆਦ ਨਹੀਂ ਬਣਦੀ ਕਿ ਲੋਕਾਂ ਨੂੰ ਹਿਸਾਬ ਕਿਤਾਬ ਨਾ ਦੱਸਣ ਕਿ ਜੇ ਰਾਜ਼ਦਾਰੀ ਵਾਲੀ ਗੱਲ ਹੈ। ਉੰਝੇ ਤਰ੍ਹਾਂ ਬਜਟ ਦਾ ਮਾਮਲਾ ਹੈ ਇਸ ਵਾਸਤੇ ਇਹਦੀ ਕੋਈ ਹੋਰ ਦਲੀਲ ਹੋਣੀ ਚਾਹੀਦੀ। ਜਿਹੜੀ ਦਲੀਲ ਇਹ ਹੈ ਜੀ ਉਹ ਆਪਣੇ ਜਵਾਬਦੇਹੀ ਕਰਨ ਉਹਦੀ ਦਲੀਲ ਇਹ ਹੈ ਕਿ ਸਾਨੂੰ ਪਤਾ ਚੱਲਣਾ ਚਾਹੀਦਾ ਕਿ ਸਾਡਾ ਜਿਹੜਾ ਟੈਕਸ ਦੇਣ ਵਾਲੇ ਦਾ ਪੈਸਾ ਉਹ ਕਿਹੜੇ ਤਰੀਕੇ ਨਾਲ ਖਰਚ ਹੁੰਦਾ ਪਿਆ।
जे दिफाई हिसाब नाल ही वेखना तो यह वेखना आया वो साढ़े बेहतरीन मफाद विच है या नहीं। वो सिर्फ जिहड़ा है दिफा नूं जानन नाल दूई ये जिहड़ी अहम गल है कि फौज जिहड़ी है वो ये तय नहीं करेंदी कि किहड़े सज्जन हैं किहड़े दुश्मन हैं, किस दे नाल लड़ना है, किस दे नाल रसाई करनी है, किस दे नाल जुड़ना है, किस नाल विछड़ना। वो काम सियासतदानां ने करना हुंदा है ते वो लोकां दी वोटां दे सिर ते करना है, राय दे सिर ते। फौज जरिया है, फौज मकसद तय करने वाली कोई नहीं। फौज हर मुल्क इस वास्ते बनाई जाती है कि जिसले एक कौम फैसला कर लेंदी है कि असां जी किहनां नाल बना के रखनी है, किहनां तो साडा खतरा है, अनबन है, वक्त फौज ਉਹਦੇ मुताबिक अपनी तैयारी करेंदी है ते ਉਹਦੇ मुताबिक वो कार्रवाई करेंदी। त्री गल यह है कि फौज को एक तरीका नहीं है दिफा करन दी, एक तू 2 3 5 7 वखरे वखरे तरीके हो सकते हैं। ਉਹਦੇ ਉੱਤੇ बहस करन दी लोड़ है। तुम सिर्फ ये नहीं आख सकते कि फौजी दिमाग ही बेहतरीन दिमाग है ये समझण वास्ते कि तुहाडी खारजा पॉलिसी क्यों होनी चाहिए या दिफाई पॉलिसी क्यों होनी चाहिए। इन्हां त्रै गल्लां दी बुनियाद ते ये जवाब नहीं रहिंदा कि फौज का बजट जिहड़ा है वो लोगों के चुने हुए नुमाइंदियां दे अग्गों ना आवे, उस ते बहस ना होवे, उस ते असूली तौर पर तय ना होवे कि फौज को किस तरह बनना चाहिए ते किस तरह नहीं बनना चाहिए। इस मजमून असां होर ही गल करे साएं। ये मैं इतनी गल खत्म कर देना बुनियादी समझाउण वास्ते इस ते होनी चाहिए। होर कोई सवाल है जी तुहाडा? जी मेरा एक फॉलो ऑन सवाल है, अगर जी वो ऑफ सब्जेक्ट है तो तुसी फिर दस देना मैनू। सवाल ਇਹੋ ਹੀ ਹੈ कि देखो मैं ते आफ्टर द फैक्ट ਜਿਹੜੀ ਰਿਐਲਿਟੀਜ਼ ਔਨ ਦ ਗਰਾਊਂਡ ਹੈ ਉਹਨਾਂ ਦੀ ਗੱਲ ਕਰ ਰਹੇ ਹਾਂ ਤੇ ਉਹ ਹੈ ਕਿ ਫੌਜ ਦਾ ਇੱਕ ਐਟੀਟਿਊਡ ਹੈ ਕਿ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਇਕਨੋਮੀ ਵਿਦਿਨ ਐਨ ਇਕਨੋਮੀ ਬਣਾਤੀ ਹੈ। ਹਿਸਾਬ ਉਹ ਕੋਈ ਦਿੰਦੇ ਨਹੀਂ ਸਹੀ ਕਿਸਮ ਦਾ ਤੇ ਉਹ ਕਹਿੰਦੇ ਜੀ ਸਾਡੇ ਕੋਲ ਹਾਊਸਿੰਗ ਸੁਸਾਇਟੀਜ਼ ਵੀ ਹੈ ਤੇ ਫੈਕਟਰੀਆਂ ਵੀ ਹੈ ਤੇ ਹਸਪਤਾਲ ਵੀ ਹੈ ਤੇ ਅਸੀਂ ਆਪਣੀ ਜਿਹੜੀ ਫੌਜੀਆਂ ਹੈ ਉਹਨਾਂ ਦੇ ਖਾਨਦਾਨ ਦਾ ਵੀ ਖਿਆਲ ਰੱਖਦੇ ਹਾਂ, ਅਸੀਂ ਵੈਲਫੇਅਰ ਸਟੇਟ ਹੈ, ਸਾਰਾ ਕੁਝ ਅਸੀਂ ਕਰਦੇ ਹਾਂ, ਰੈਵਨਿਊਜ਼ ਵੀ ਅਸੀਂ ਪੈਦਾ ਕਰਦੇ ਹਾਂ ਤੇ ਪੈਸੇ ਤੁਸੀਂ ਜ਼ਾਇਆ ਕਰਦੇ ਹੋ। ਤੇ ਫਿਰ ਦੂਜੀ ਗੱਲ ਹੈ ਕਿ ਜਿਹੜੇ ਪੈਸੇ ਉਹ ਲੈਂਦੇ ਨਹੀਂ ਹੈ ਨਾ ਉਹਨਾਂ ਦਾ ਵੀ ਫਿਰ ਉਹ ਹਿਸਾਬ ਨਹੀਂ ਦਿੰਦੇ, ਉਹ ਸਾਰੇ ਹੀ ਕੁਝ ਇੱਕ ਬਲੈਕ ਬਾਕਸ ਵਿੱਚ ਪਾ ਦਿੰਦੇ ਹਨ ਤੇ ਉਹਨਾਂ ਦੀ ਇੱਕ ਬੜੀ ਹਾਈ ਲੈਵਲ ਇੰਸਟੀਟਿਊਸ਼ਨਲ ਇੱਕ ਹਿੱਸਾ ਹੈ ਫੌਜ ਦਾ ਜਿਹੜਾ ਸਿਵਿਲੀਅਨ ਨੂੰ ਮੈਨੇਜ ਕਰਦਾ ਹੈ ਤੇ ਉਹ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਉਹ ਗੱਲ ਉੱਥੇ ਪਹੁੰਚਦੀ ਨਹੀਂ ਕਿ ਇਹਨਾਂ ਦੇ ਨਾਲ ਗੱਲ ਕਰੀਏ। ਉਹਨਾਂ ਦਾ ਇੱਕ ਇੰਸਟੀਟਿਊਸ਼ਨਲ ਐਟੀਟਿਊਡ ਹੈ ਕਿ ਇਹਨਾਂ ਨੂੰ ਹੈਂਡਲ ਕਿਸ ਤਰ੍ਹਾਂ ਕਰੀਏ। ਉਹ ਕਦੇ ਵੀ ਇਸ ਤਰ੍ਹਾਂ ਗੱਲ ਉਹ ਪਹੁੰਚਦੀ ਨਹੀਂ ਕਿ ਉਹ ਕहेंगे ਅੱਛਾ ਜੀ ਇਹਨਾਂ ਦੇ ਨਾਲ ਇੱਕ ਇਕੁਅਲ ਲੈਵਲ ਤੇ ਅਸੀਂ ਗਵਰਨਮੈਂਟ ਦਾ ਇੱਕ ਹਿੱਸਾ ਹੈ ਚਲੋ ਗੱਲ ਕਰੀਏ। ਉਹਨਾਂ ਦਾ ਮਾਈਂਡ ਸੈਟ ਹੀ ਬਿਲਕੁਲ ਹੋਰ ਹੈ। ਅਗਰ ਉਹ ਕਰਦੇ ਵੀ ਹੈ ਗੱਲ ਤੇ ਸਿਰਫ ਇੱਕ ਵਿਖਾਣ ਲਈ ਕਰਦੇ ਨੇ। नहीं वो थोड़ी गल ठीक है कामरान, ये हुण इहदा जवाब मैं भी देसां लेकिन बाकी सब लोगों को भी देना चाहिए। पहली गल तो ये है कि फौज साडी गल सुने ना सुने सानू करन तो कोई हटक नहीं। साडे कितने लोग हैं जिहड़े गल करेंदे हैं उन्हां दे नाल, वो सुने या ना सुने, ਜਿਹੜਾ ਆਪਣਾ ਕੇਸ ਬਣਾ ਕੇ ਉਹਨਾਂ ਦੇ ਸਾਹਮਣੇ ਰੱਖਣ ਕਿ ਜੀ ਇਹ ਤੁਸੀਂ ਕਰਿੰਦੇ ਪਏ ਹੋ, ਤੁਸੀਂ ਇਤਨੀ ਇਹ ਵੈਲਫੇਅਰ ਫਾਊਂਡੇਸ਼ਨ ਬਣਾਈਆਂ, ਇਤਨੇ ਇਦਾਰੇ ਬਣਾਏ, ਇਹਦਾ ਜਵਾਬ ਦਿਓ। ਇਹ ਕਿਉਂ ਨਹੀਂ ਹੁੰਦਾ ਪਿਆ ਸਾਡੇ ਗੱਲ ਵਿੱਚ? ਇਹ ਖੌਫ ਦਾ ਕਲਚਰ ਕਿਉਂ ਹੈ? ਜ਼ਰਾ ਇਹਦੇ ਬਾਰੇ ਮੈਨੂੰ ਦੱਸੋ। ਡਰ ਤਾਂ ਅੰਦਰ ਹੈ ਨਾ ਜਾਂ ਬਾਹਰ ਹੈ? ਮੈਨੂੰ ਨਹੀਂ ਪਤਾ ਜੀ। ਗੱਲ ਕਿਉਂ ਨਹੀਂ ਹੁੰਦੀ? ਫੌਜ ਨਾਲ ਕੋਈ ਗੱਲ ਕਿਉਂ ਨਹੀਂ ਕਰਿੰਦਾ ਕਿ ਜਨਾਬ ਤੁਸੀਂ ਜਿਹੜੇ ਪੈਸੇ ਖਰਚ ਕਰਿੰਦੇ ਪਏ ਹੋ? ਵੇਖੋ ਨਾ ਬੁਨਿਆਦੀ ਸਵਾਲ ਇਹ ਹੈ ਜਿਹੜਾ ਸਭ ਦੇ ਪੁੱਛਣ ਦਾ ਹੈ, ਜਿਹੜਾ ਉਰਦੂ ਮੁਹਾਵਰਾ ਹੁੰਦਾ ਕਿ ਜਾਨ ਕੀ ਅਮਾਨ ਪਾऊं तो अर्ज करूं, ਉਹ ਪਹਿਲੇ ਇਸ ਵਾਸਤੇ ਆਖਦੇ ਨੇ। ਗੱਲ ਇਹ ਸਰ ਉਹ ਮੇਰੇ ਖਿਆਲ 'ਚ ਇੱਕ ਬਹੁਤ ਵੱਡੀ ਰੀਜ਼ਨ ਜਿਹੜੀ ਹੈ ਲੋਕ ਜਿਹੜੇ ਨੇ ਇਨਡਿਫਰੈਂਟ ਨੇ। ਜਿਸ ਤਰ੍ਹਾਂ ਸਾਡੇ ਬਹੁਤ ਜ਼ਿਆਦਾ
ਕਈ ਹੋਰ ਵੀ ਚੀਜ਼ਾਂ ਨੇ ਸਾਡੇ ਮਾਸ਼ਰੇ 'ਚ, ਸਾਡੇ ਮੁਲਕ 'ਚ ਲੋਕ ਜਿਹੜੇ ਨੇ ਉਹ ਕੇਅਰ ਨਹੀਂ ਕਰਦੇ, ਦੇ ਆਰ ਇੰਡੀਫਰੈਂਟ। ਤੇ ਅੱਛਾ ਜੀ ਮੇਰਾ ਕੰਮ ਚੱਲ ਰਿਹਾ ਹੈ, ਮੇਰੀ ਨੌਕਰੀ ਚੱਲ ਰਹੀ ਹੈ, ਮੇਰੇ ਦਾਣੇ ਦੱਪੇ ਆ ਰਹੇ ਨੇ, ਬਸ ਠੀਕ ਹੈ ਜੀ, ਚੱਲਦਾ ਰਹੇ ਜਿਵੇਂ ਚੱਲਦਾ। ਇੱਕ ਗੱਲ ਇਹ ਹੋ ਗਈ। ਤੇ ਦੂਸਰੀ ਗੱਲ, ਜਿੱਥੇ ਤੱਕ ਵੈਲਫੇਅਰ ਸਕੀਮਸ ਦਾ ਤਾਲੁਕ ਹੈ, ਇਨਵੈਸਟਮੈਂਟਸ ਵਗੈਰਾ ਦੀ ਤਾਲੁਕ ਹੈ, ਉਹਦੇ ਵਿੱਚ ਇੱਕ ਰੀਜ਼ਨ ਇਹ ਵੀ ਤਾਂ ਹੋ ਸਕਦਾ ਨੇ ਕਿ ਦੇਖੋ ਅਗਰ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਤੇ ਇੱਥੇ ਹੀ ਕਰ ਰਹੇ ਹਾਂ, ਹਾਊਸਿੰਗ ਸੁਸਾਇਟੀਆਂ ਬਣ ਰਹੀਆਂ ਨੇ, ਫੈਕਟਰੀਆਂ ਬਣ ਰਹੀਆਂ ਨੇ, ਤੇ ਉਹਦਾ ਇੱਕ ਟ੍ਰਿਕਲ ਡਾਊਨ ਇਫੈਕਟ ਜਿਹੜਾ ਹੈ ਉਹ ਵੀ ਮੁਆਸ਼ਰੇ ਤੇ ਆਏਗਾ। ਤੇ ਇੱਕ ਇਹ ਮਸਲਨ ਪਰਸੈਪਸ਼ਨ ਇਹ ਵੀ ਕ੍ਰੀਏਟ ਹੋਇਆ ਹੈ। ਤੇ ਔਰ ਇਹਨੂੰ ਕਾਫੀ ਹੱਦ ਤੱਕ ਉਹ ਦੱਸਿਆ ਜਾਂਦਾ ਹੈ ਕਿ ਬਈ ਦਿਸ ਇਜ਼ ਹਾਊ ਇਟ ਇਜ਼, ਇਸੇ ਤਰ੍ਹਾਂ ਚੱਲ ਰਿਹਾ ਹੈ ਔਰ ਇਹੀ ਹੈ ਗੱਲ। ਔਰ ਕਾਫੀ ਪ੍ਰੋਪੋਗੈਂਡਾ ਵੀ ਹੁੰਦਾ ਹੈ, ਸਭ ਕੁਝ ਹੁੰਦਾ ਹੈ। ਤੇ ਇਸ ਵਜ੍ਹਾ ਤੋਂ ਲੋਕ ਕੁਐਸਚਨ ਜਿਹੜਾ ਹੈ ਨਾ ਨਹੀਂ ਕਰਦੇ। ਔਰ ਤੀਸਰੀ ਚੀਜ਼ ਹੈ ਕਿ ਪੋਲੀਟੀਕਲ ਲੀਡਰਸ਼ਿਪ ਵੀ ਜਿਹੜੀ ਹੈ ਉਹ ਵੀ ਓਪਰਚੂਨਿਸਟ ਕਿਸਮ ਦੇ ਲੋਕ ਨੇ, ਤੇ ਵੇਖਦੇ ਨੇ ਆਪਣਾ ਫਾਇਦਾ ਵੇਖਦੇ ਨੇ। ਜਦੋਂ ਆਪਣੇ ਫਾਇਦੇ ਦੀ ਗੱਲ ਆਉਂਦੀ ਹੈ ਤਾਂ ਚੁੱਪ ਕਰ ਜਾਂਦੇ ਨੇ, ਤੇ ਅਦਰਵਾਈਜ਼ ਉਹ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਾਫੀ ਅਦਵਾਰ ਵਿੱਚ ਹਰ ਚੀਜ਼ ਦੇਖੀਏ। ਤੇ ਕੁਝ ਇਹ ਮਿਲੀ ਜੁਲੀ ਮਲਟੀਪਲ ਜਿਹੜੇ ਫੈਕਟਰਸ ਨੇ ਉਹਨਾਂ ਦੀ ਵਜ੍ਹਾ ਤੋਂ। ਇੱਕ ਵਜ੍ਹਾ ਮੈਂ ਐਡ ਕਰ ਦਿਆਂ ਜੀ, ਇਹ ਤੇ ਬਿਲਕੁਲ ਜਿਹੜਾ ਬੰਦਾ ਕਰਦਾ ਵੀ ਹੈ ਗੱਲ, ਅਗਰ ਤੇ ਉਹ ਗੱਲ ਉਹਨੇ ਕਿਸੇ ਫੋਰਮ ਤੇ ਕੀਤੀ ਤੇ ਫਿਰ ਉਹਦੇ ਬਾਅਦ ਉਹ ਬੰਦਾ ਵੀ ਨਹੀਂ ਨਜ਼ਰ ਆਉਂਦਾ। ਅੱਛਾ ਇਹ ਦੱਸੋ ਮੈਨੂੰ, ਮੈਂ ਹੁਣ ਮਰੀਮ ਤੇ ਸੁਮਈਆ ਤੁਸੀਂ ਤਿਆਰ ਰਹੋ ਨਾ, ਅੱਗੋਂ ਤੁਸੀਂ ਗੱਲ ਕਰਨੀ ਹੈ ਇਹ ਅੱਜ ਮੈਂ ਤਿਆਰ ਹਾਂ ਜੀ, ਮੈਂ ਤਿਆਰ ਹਾਂ। अस्सलाम वालेकुम। अच्छा ਤੁਸੀਂ ਗੱਲ ਕਰੋ, ਮੈਂ ਕਰਨਾ। ਹਾਂ ਨਹੀਂ ਤੁਸੀਂ ਗੱਲ ਕਰੋ, ਕਾਫੀ ਸਾਰੀ ਗੱਲਾਂ ਹੋਈਆਂ ਨੇ, ਵਤ ਅੱਗੇ ਟੋਰੋ, ਵਤ ਸਾਡੀ ਵਾਰੀ। ਮੇਰਾ ਆਖਣ ਦਾ ਇਹ ਮਤਲਬ ਹੈ ਕਿ ਬਹੁਤ ਸਾਰੇ ਸਾਡੇ ਲੋਕ ਹਨ ਜਿਹੜੇ ਯੂਰਪ ਵਿੱਚ ਬੈਠੇ ਹਨ, ਅਮਰੀਕਾ ਵਿੱਚ ਬੈਠੇ ਹਨ, ਕੈਨੇਡਾ ਵਿੱਚ ਬੈਠੇ ਹਨ, ਉਹਨਾਂ ਵਿੱਚੋਂ ਕਿਸ ਤਰ੍ਹਾਂ ਬੰਦੇ ਗੱਲ ਕरेंगे। ਮਤਲਬ ਹੈ ਕਿ ਗੱਲ ਨਾ ਕਰਨ, ਚਲੋ ਜੀ ਮੁਲਕ ਦੇ ਅੰਦਰ ਤੁਸੀਂ ਆਦੇ ਜੀ ਮੈਂ ਗੱਲ ਕਰੇ ਸਾਂ, ਉਹ ਮੇਰੇ ਬੱਖੇ ਪੈ ਵੈਸੇ ਮੈਨੂੰ ਡੱਕਦੇ ਸਨ, ਮੈਨੂੰ ਮਾਰ ਗਤੇ ਸਨ। ਸਾਡਾ ਜਿਹੜੀ ਸੋਚ ਨਿੱਕੇ ਲਾ ਤੂੰ ਜਿਹੜੀ ਸਾਨੂੰ ਦੱਸੀ ਮੈਂਦੀ ਹੈ ਕਿ ਕਈ ਨਾਲ ਤੁਸਾਂ ਇੱਕ ਤਾਂ ਬੇਅਦਬੀ ਹੈ, ਬਦਤਮੀਜ਼ੀ ਹੈ, ਕਈ ਨਾਲ ਇਖਤਲਾਫ ਕਰਨਾ, ਖਾਸ ਤੌਰ ਤੇ ਆਪਣੇ ਵੱਡੇ ਨਾਲ। ਤੇ ਜੇ ਡਾਡੇ ਨਾਲ ਤੁਸੀਂ ਇਖਤਲਾਫ ਕਰੇ ਸੋ ਤੇ ਦੋ ਹੀ ਰਸਤੇ ਨੇ, ਜਾਂ ਡਰ ਜਾਓ ਜਾਂ ਮਰ ਜਾਓ, ਤੀਆ ਕੋਈ ਰਸਤਾ ਨਹੀਂ, ਤੁਸੀਂ ਸਾਹਮਣੇ ਗੱਲ ਨਹੀਂ ਕਰ ਸਕਦੇ। ਹੁਣ ਇੱਕ ਤਾਂ ਭੁਲੇਖਾ ਸਾਡੇ ਆਪਣੇ ਦਿਲ ਵਿੱਚ ਬੈਠਾ ਹੋਇਆ ਕਿ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰ ਸਕਦੇ, ਅਸੀਂ ਗੱਲ ਕੀਤਾ ਤਾਂ ਰਾਵਣਾ ਕੋਈ ਨਹੀਂ। ਮੈਂ ਤੁਹਾਨੂੰ ਮਿਸਾਲਾਂ ਦੇਸਾਂ ਇਹਦੀਆਂ ਕਿ ਗੱਲ ਕਰਕੇ ਵੀ ਕਿਵੇਂ ਰਹਿ ਸਕਦੇ ਹੋ ਆਪਣੇ ਆਪ ਤੋਂ ਡਾਢੇ ਦੇ ਨਾਲ। ਸਰ ਮੈਂ आई एम रियली सॉरी, मैं सॉरी तो ही स्टार्ट करांगी। चलो कोई गल नहीं। मैं जेड़ा ये सारा जेड़ा ये क्या दे हो तुसा, एक पासे फौज है ते दूजे पासे नमाणे लोकी हन, इस नु मैं कबूल करन दे लिए इस लॉजिक जेड़ा इट्स वेरी फजी, इट्स वेरी सुपरफिशियल इन अ वे। मैं मेरा इस बारे ये ख्याल है कि फौज विच भी इस तरह जे ਅਸੀਂ ਆਦੇ ਹਨ ਕਿ ਵੀ ਆਮ ਲੋਕੀ ਨੂੰ ਚਾਲ ਲੈ ਜਾਏਗਾ ਜਾਂ ਉਹਨਾਂ ਨੂੰ ਪਤਾ ਨਹੀਂ ਚੱਲੇਗਾ ਕਿ ਉਹ ਕਿੱਥੇ ਗਏ ਨੇ, ਤੇ ਸੋਚੋ ਤੁਸੀਂ ਕਿ ਜਿਹੜੇ ਫੌਜ ਵਿੱਚ ਬਹਿ ਕੇ ਲੋਕੀ ਜਿਹੜੇ ਇਸ ਇਖਤਲਾਫ ਕਰਦੇ ਨੇ ਇਸ ਇਹਨਾਂ ਸਾਰੀਆਂ ਚੀਜ਼ਾਂ ਨਾਲ, ਉਹਨਾਂ ਦਾ ਕੀ ਹੁੰਦਾ। ਮਤਲਬ ਉਹ ਵੀ ਤੇ ਕਰਦੇ ਨੇ ਨਾ, ਇਸ ਤਰ੍ਹਾਂ ਦੇ ਲੋਕੀ ਹਨ ਜਿਨ੍ਹਾਂ ਨੇ ਕੀਤਾ ਹੈ ਤੇ ਉਹਨਾਂ ਦਾ ਅੰਜਾਮ ਵੀ ਸਾਨੂੰ ਪਤਾ ਹੈ ਕਿ ਉਹ ਉਹਨਾਂ ਨਾਲ ਕੀ ਹੋਇਆ। ਮਤਲਬ ਇਸ ਤਰ੍ਹਾਂ ਇਹ ਨਹੀਂ ਹੈ ਕਿ ਇਸ ਤਰ੍ਹਾਂ। ਤੇ ਮੇਰਾ ਇਹ ਵੀ ਖਿਆਲ ਹੈ ਕਿ ਇਹ ਜਿਹੜਾ ਸਾਰਾ ਜਿਹੜਾ ਪਾਕਿਸਤਾਨ ਦਾ ਨਿਜ਼ਾਮ ਹੈ ਨਾ, ਇਹ ਫੌਜੀ ਵਰਸਸ ਸਿਵਿਲੀਅਨ ਕੋਈ ਨਾ, ਮਤਲਬ ਦਿਸ ਇਜ਼ ਮੇਰੀ ਇਹ ਅੰਡਰਸਟੈਂਡਿੰਗ। ਆਈ ਐਮ ਸੌਰੀ ਮੈਂ ਅੰਡਰਸਟੈਂਡਿੰਗ ਕਿ ਉਹ ਵੀ ਦੱਸੋ ਨਾ ਜੀ। ਹਾਂ, ਮੇਰੀ ਇਹ ਅੰਡਰਸਟੈਂਡਿੰਗ ਹੈ ਕਿ ਇਹ ਜਿਹੜਾ ਸਾਡਾ ਪੂਰਾ ਨਿਜ਼ਾਮ ਹੈ ਨਾ, ਇਹਦੇ ਅੰਦਰ ਬੜੀ ਡੀਪ ਰੂਟਡ ਇੱਕ ਨੀਡ ਹੈ to look towards power, ਤਾਕਤ ਦੇ ਵੱਲ ਤੱਕਣ ਦੀ ਇੱਕ ਸਾਡੇ ਲੋਕਾਂ ਨੂੰ ਇੱਕ ਸਿੱਖ ਹੈ ਕਿ ਮੁੱਛਾਂ ਉੱਚੀ ਕਰਨ ਦਾ ਜਿਹੜਾ ਹੈ ਨਾ ਸ਼ੌਕ ਹੈ।
ਤੁਹਾਨੂੰ ਤਾਂ ਮਤਲਬ ਦਿਓ ਮੁਹਾਵਰਾ ਇਹ ਹੈ ਕਿ ਮੈਂ ਮੁੱਛ ਆਪਣੀ ਉੱਚੇ ਰੱਖਣੀ ਹੈ ਜੀ। ਜੀ ਹਾਂ ਤੁਸੀਂ ਇਹ ਤਰੀਮਾ ਚੌਧਰੀ ਠੀਕ ਹੈ ਜਿਹੜਾ ਮੈਂ ਕੀਤਾ ਹੈ। ਜੀ ਹਾਂ ਤੁਸੀਂ ਵੇਖੋ ਨਾ ਚੌਧਰੀ ਵੀ ਹੈ ਪਿੰਡ, ਠੀਕ ਹੈ ਨਾ, ਹਾਂ ਉਹ ਕੋਈ ਫੌਜੀ ਤੇ ਕੋਈ ਨਾ, ਹਾਂ ਠੀਕ ਹੈ, ਪਰ ਉਹ ਆਪਣੇ ਮਜ਼ਾਰਾਂ ਨੂੰ ਕਿਸ ਤਰ੍ਹਾਂ ਉਹ ਉਹਨਾਂ ਨੂੰ ਬਚ ਕੇ ਰੱਖਦਾ ਹੈ, ਉਹਨਾਂ ਕੋਲੋਂ ਸਾਰਾ ਕੰਮ ਵੀ ਕਰਾਂਦਾ ਹੈ ਤੇ ਉਹ ਬੰਦਾ ਅੱਗੋਂ ਗੱਲ ਨਹੀਂ ਕਰਾਂਦਾ, ਕੀ ਹੁੰਦਾ, ਉਹ ਕੋਈ ਹਾਂ ਫੌਜੀ ਤੇ ਨਹੀਂ ਹੈ। ਹਾਂ ਬਿਲਕੁਲ ਠੀਕ ਹੈ। ਕਲਚਰ ਹੈ ਨਾ, ਡਰ ਦਾ ਕਲਚਰ ਹੈ। ਕੋਈ ਡਰ ਦੇ ਮਾਰੇ ਗੱਲ ਹੀ ਨਹੀਂ ਕਰਿੰਦਾ। ਉਹਦੇ ਵਾਸਤੇ ਅਸਾਂ ਜਿਵੇਂ ਆਖਦੇ ਨਾ, ਮਨ ਹਰਾਮੀ ਹੁਜਤਾਂ ਢੇਰ, ਹੁਜਤਾਂ ਅਸਾਂ ਬਣਾਈ ਹੋਈਆਂ ਜੇ ਅਸਾਂ ਫੱਦੇ ਵੈਸਾ ਹੈ, ਅਸਾਂ ਕੁਝ ਨਹੀਂ ਕਰ ਸਕਦੇ, ਇਹਦਾ ਨਤੀਜਾ ਨਹੀਂ ਨਿਕਲਣਾ, ਇਸ ਵਾਸਤੇ ਗੱਲ ਨਾ ਕਰੋ। ਇਹ ਠੀਕ ਹੈ, ਇਸ ਤੇ ਅੱਗੋਂ ਗੱਲ ਕरें ਆ ਬਈ ਇਹਦਾ ਇਹੋ ਹੀ ਹੈ ਕਿ ਬਈ ਗੱਲ ਕਰੋ ਤਾਂ ਤੁਸੀਂ ਕਈ ਪਾਸੇ ਆਪੜ ਨਹੀਂ ਸਕਦੇ, ਕੋਈ ਨਤੀਜਾ ਨਹੀਂ ਨਿਕਲ ਸਕਦਾ, ਇਸ ਵਾਸਤੇ ਕਰਨੀ ਨਹੀਂ ਚਾਹੀਦੀ। ਜੇ ਸਾਨੂੰ ਗੱਲ ਕਰਨ ਦਾ ਵੱਲ ਨਹੀਂ ਆਉਂਦਾ, ਜਾਂ ਸਾਡੀ ਗੱਲ ਕਰਨ ਦੀ ਨੀਅਤ ਕੋਈ ਨਹੀਂ, ਜਾਂ ਅਸਾਂ ਗੱਲ ਗਲਤ ਕਰਿੰਦੇ ਪਏ, ਇਹ ਸੋਚਣਾ ਚਾਹੀਦਾ ਨਾ ਕਿਹੜੀ ਇਹਦੇ ਪਿੱਛੋਂ ਕਿਹੜੀ ਗੱਲ ਹੈ, ਤੇ ਅਗਰ ਗੱਲ ਕਰਨੀ ਹੈ ਤੇ ਕਿਵੇਂ ਕਰਨੀ ਹੈ। ਮਰੀਮ ਹੁਣ ਤੁਸੀਂ ਦੱਸੋ, ਇਹ ਖਾਮੋਸ਼ੀ ਦਾ ਦੌਰ ਖਤਮ ਹੋ ਗਿਆ। ਜੀ ਮੈਨੂੰ ਉੱਚਾ ਜ਼ਰਾ ਆਵਾਜ਼ ਆਵੇ। ਇੱਕ ਤੇ ਇਹ ਲੱਗਦਾ ਹੈ ਕਿ ਸਾਡਾ ਇੱਥੇ ਸਭ ਨਾਲੋਂ ਜ਼ਿਆਦਾ ਵੱਡਾ ਮਸਲਾ ਇਹ ਵੇ ਕਿ ਸਾਡੇ ਜ਼ਿਆਦਾ ਲੋਕੀ ਤੇ ਬ੍ਰੈਡ ਐਂਡ ਬਟਰ ਦੇ ਮਸਲੇ ਦੇ ਵਿੱਚ ਉਲਝੇ ਹੋਏ ਨੇ, ਲਿਹਾਜ਼ਾ ਉਹਨਾਂ ਨੂੰ ਬਾਕੀ ਮਸਲਿਆਂ ਵੱਲ ਤੇ ਸੋਚਣ ਦਾ, ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲਦਾ। ਤੇ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਉਹਨਾਂ ਦੇ ਆਪਣੇ ਸੈਲਫ ਇੰਟਰਸਟ ਇੰਨੇ ਜ਼ਿਆਦਾ ਨੇ ਕਿ ਉਹ ਇਸ ਗੱਲ ਵੱਲ ਆਪਣੇ ਇੰਟਰਸਟ ਦੀ ਵਜ੍ਹਾ ਤੋਂ ਧਿਆਨ ਨਹੀਂ ਦਿੰਦੇ। ਮੈਨੂੰ ਤੇ ਇਹੀ ਸਮਝ ਆਉਂਦੀ ਕਿ ਦੋ ਹੀ ਡਿਵਾਈਡਸ ਹੋਣ, ਔਰ ਇਹ ਡਿਵੀਜ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ, ਜਿਹੜੀ ਹੈਵ ਤੇ ਹੈਵ ਨਾਟ ਦੀ ਡਿਵੀਜ਼ਨ ਹੈ। ਇੱਕ ਤੇ ਇਹ ਲੱਗਦਾ ਹੈ, ਔਰ ਦੂਜਾ ਇਹ ਵੀ ਹੈ ਕਿ ਮੈਜੋਰਿਟੀ ਹਲੇ ਵੀ ਫੌਜ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹੈ, ਔਰ ਇਹ ਆਰਟੀਫਿਸ਼ੀਅਲੀ ਵੀ ਕ੍ਰੀਏਟ ਕੀਤਾ ਜਾਂਦਾ ਹੈ ਐਂਬੀਐਂਸ ਕਿ ਉਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਜਾਏ। ਹੁਣ ਥੋੜੀ ਜਿਹੀ ਅਵੇਅਰਨੈਸ ਵੱਧ ਰਹੀ ਹੈ, ਸ਼ਾਇਦ ਹੋ ਸਕਦਾ ਹੁਣ ਲੋਕੀ ਬੋਲਣ, ਕਿਉਂਕਿ ਇਹ ਹੁਣ ਗ੍ਰੋਸ ਰੂਟ ਲੈਵਲ ਤੇ ਗੱਲ ਹੋ ਗਈ ਹੈ। ਹੁਣ ਤੇ ਈਵਨ ਹਰ ਬੰਦਾ ਪਿੰਡ ਵਿੱਚ ਵੀ ਉਹ ਇਹ ਗੱਲ ਕਰ ਰਿਹਾ ਹੈ। ਠੀਕ ਹੈ, ਗੱਲ ਤੇ ਮਤਲਬ ਜ਼ਾਹਿਰ ਹੈ। ਉਹ ਮੈਨੂੰ ਯਾਦ ਹੈ 1970 ਦੇ ਇਲੈਕਸ਼ਨ ਹੋਏ, ਉਸ ਤੋਂ ਬਾਅਦ ਲੋਕਾਂ ਨੂੰ ਬੜੀ ਉਮੀਦਾਂ ਹਨ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਕਿਉਂਕਿ ਪੀਪਲਸ ਪਾਰਟੀ ਨੂੰ ਬਹੁਤ ਵੋਟ ਮਿਲਿਆ ਤੇ ਉਹ ਜਿਹੜੇ ਛੋਟੇ ਛੋਟੇ ਵਾਹਕ ਹਨ ਉਹਨਾਂ ਨੂੰ ਉਮੀਦ ਆਈ ਜੀ 5 ਕਿੱਲੇ ਜ਼ਮੀਨ ਮਿਲ ਸੀ। ਮੇਰਾ ਹੁਣ ਉਸ ਜ਼ਮਾਨੇ ਦਿਹਾਤਾਂ 'ਚ ਮੰਨਣਾ ਹੁੰਦਾ ਹੈ ਕੋਈ ਲੋਕਾਂ ਨਾਲ ਮਿਲਣ ਵਾਸਤੇ, ਤੇ ਇੱਕ ਬੰਦਾ ਇਹ ਸੁਣ ਮਿਲੇ ਮੁਲਤਾਨ ਦੇ ਨਾਲ ਹੀ ਕੋਈ ਆਈ ਦਿਹਾਤ, ਉਹਦੇ ਮਿਲਣ ਗਏ ਤੇ ਮੈਂ ਉਹਨੂੰ ਪੁੱਛਿਆ, ਬੰਦੇ ਦਾ ਹਬੀਬੁੱਲਾ ਆਈ, ਹੁਣ ਤੇ ਜਿਉਂਦਾ ਕੋਈ ਨਹੀਂ। ਮੈਂ ਉਹਨੂੰ ਆਖਿਆ ਹਬੀਬੁੱਲਾ, ਤੁਹਾਡੀ ਹੁਣ ਪਾਰਟੀ ਆ ਗਈ ਹਕੂਮਤ ਦੇ ਵਿੱਚ, ਤੇ ਕੀ ਬਣਿਆ, ਤੁਹਾਨੂੰ ਕੋਈ ਲੱਭਦਾ ਜਾਂ ਨਹੀਂ ਲੱਭਦਾ? ਉਹਨੇ ਇੱਕ ਬੜੀ ਦਿਲਚਸਪ ਗੱਲ ਕੀਤੀ। ਉਸ ਆਖਿਆ ਜੀ ਬੋਲਾ ਅੰਨੇ ਨੂੰ ਧਰੂਈ ਫਿਰਦਾ ਹੈ, ਉਹਨੂੰ ਸੁਣਦਾ ਕੁਝ ਨਹੀਂ, ਸਾਨੂੰ ਦਿਸਦਾ ਕੁਝ ਨਹੀਂ। ਉਹਦੇ ਨਾਲ ਜੋ ਗੱਲ ਕਰੋ ਉਹਨੇ ਸੁਣਨਾ ਕੋਈ ਨਹੀਂ, ਸਾਨੂੰ ਆਪ ਰਾਹ ਨਹੀਂ ਪਤਾ ਕਿ ਅਸਾਂ ਕੀ ਕਰੀਏ, ਇਸ ਵਾਸਤੇ ਉਹਦੇ ਨਾਲ ਟੁਰਦੇ ਵਧੇ ਹਾਂ। ਇਹ ਤੁਹਾਡੀ ਗੱਲ ਠੀਕ ਹੈ ਵੀ ਲੋਕ ਜਿਹੜਾ ਹੈ ਉਹ ਤੰਗ ਵੀ ਹੁੰਦੇ ਨੇ, ਤੇ ਲੋਕਾਂ ਨੂੰ ਪਤਾ ਵੀ ਹੈ ਕਿ ਗੱਲ ਕਰਨੀ ਚਾਹੀਦੀ ਹੈ, ਲੇਕਿਨ ਬਸ ਕਿਹੜੀ ਸ਼ੈ ਦੀ ਥੋੜ ਹੈ। ਲੋਕ ਗੱਲਾਂ ਕਰਿੰਦੇ ਨਹੀਂ, ਸੜਕਾਂ ਤੇ ਵੀ ਆ ਜਾਂਦੇ ਨੇ, ਮਾਰੀ ਜਾਂਦੇ ਨੇ, ਬਾਤੀ ਕੁਝ ਨਹੀਂ ਹੁੰਦਾ। ਸਰ ਇੱਕ ਹੋਰ ਵੀ ਐਗਜ਼ਾਮਪਲ ਹੈ ਜਿਹੜੀ, ਜੇ ਤੁਸੀਂ ਇਜਾਜ਼ਤ ਦਵੋ ਤੇ ਮੈਂ ਇੱਕ ਗੱਲ, ਇਹ ਰੀਸੈਂਟਲੀ ਹਾਲ ਦੇ ਅੰਦਰ ਹੀ ਇੱਕ ਇਕੱਠ ਹੋਇਆ ਹੈ, ਬਿਲਕੁਲ ਇਹ ਮੇਰਾ ਖਿਆਲ 'ਚ ਕੋਈ 16-17 ਫਰਵਰੀ ਦੀ ਗੱਲ ਹੈ। ਇੱਕ ਸਾਡੇ ਬੂਰੇ ਵਾਲੇ 'ਚ ਕਿਸਾਨਾਂ ਨੇ, ਉੱਥੋਂ ਦੇ ਇੱਕ ਕਿਸਾਨ ਹੈ, ਉਹਨੇ ਇਕੱਠ ਕੀਤਾ ਹੈ ਕਿਸਾਨਾਂ ਦਾ, ਉਹ ਸ਼ਫਾਕਤ ਉਹਨਾਂ ਦਾ ਨਾਂ ਹੈ, ਮੇਰਾ ਉਹਨਾਂ ਦਾ ਰਾਬਤਾ ਹੁੰਦਾ, ਠੀਕ ਹੈ। ਉਹ ਆਖਦੇ ਹਨ ਕਿ ਕਿਸਾਨ ਆਏ ਨੇ ਕਿੱਥੋਂ ਕਿੱਥੋਂ, ਬਲੋਚਿਸਤਾਨ ਚੋਂ, ਰਹੀਮ ਯਾਰ ਖਾਨ ਤੋਂ, ਸਿੰਧ ਚੋਂ, ਮਤਲਬ ਕਿੱਥੋਂ ਕਿੱਥੋਂ ਕਿਸਾਨ ਆਏ ਨੇ, ਤੇ ਜਿਹੜੇ ਆਪਣੇ ਉਸ ਦੇ ਇਲਾਕੇ ਦੇ ਲੋਕ ਹਨ ਉਹਨਾਂ ਵਿੱਚ ਕੋਈ ਵੀ ਨਹੀਂ ਆਇਆ। ਇੱਕ ਬੰਦਾ ਨਹੀਂ ਅਪੜਿਆ ਉੱਥੇ
ਪੰਡਾਲ ਵਿੱਚ ਤੇ ਉਹ ਵਿਚਾਰਾ ਬੰਦਾ ਪਰੇਸ਼ਾਨ ਕਿਉਂ, ਉਹਨਾਂ ਨੂੰ ਇਹ ਟੈਨਸ਼ਨ ਆਈ ਕਿ ਬਈ ਇਹ ਲੀਡਰ ਬਣ ਵੈਸੇ ਤੇ ਮੈਂ ਕੀ ਕਰ ਸਕਾਂ। ਹਾਂ ਕਿ ਮਤਲਬ ਇਹ ਇਕੱਠ ਕਰਾ ਰਿਹਾ ਹੈ, ਇਹ ਕਾਨਫਰੰਸ ਕਰਾ ਰਿਹਾ ਹੈ ਆਲ ਪਾਕਿਸਤਾਨ, ਸਾਰੇ ਪਾਕਿਸਤਾਨ ਦੀ ਮਤਲਬ ਕਿਸਾਨਾਂ ਦੀ ਇਕੱਠ ਕਰਾ ਰਿਹਾ ਹੈ। ਤੇ ਇਹ ਜੇ ਇਹਦੇ ਨਾਲ ਉਹ ਤੁਸੀਂ ਸਮਝੋ ਕਿ ਟਾਈਟਲ ਲੱਗ ਵੈਸੀ ਤੇ ਬਾਤ ਅਸਾਂ ਕੀ ਕਰ ਸਕਦੇ। ਹਾਂ ਹੁਣ ਇਹਦੀ ਦੋ ਗੱਲਾਂ ਨਾ, ਇੱਕ ਤਾਂ ਇਹ ਹੈ ਕਿ ਸਾਡਾ ਚਾਹੇ ਜ਼ੋਰ ਚੱਲੇ ਨਾ ਚੱਲੇ, ਸਾਨੂੰ ਆਪਣੇ ਹੱਕ ਤੇ ਨਾ ਹੱਕ ਵਿੱਚ ਫਰਕ ਤਾਂ ਕਰਨਾ ਚਾਹੀਦਾ ਨਾ। ਭਾਵੇਂ ਹੱਕ ਵਾਸਤੇ ਖਲੋ ਨਾ ਸਕੀਏ, ਆਵਾਜ਼ ਨਾ ਚਾ ਸਕੀਏ, ਲੜ ਨਾ ਸਕੀਏ, ਅੰਦਰ ਤੋਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਹੱਕ ਕੇ ਤੇ ਨਾ ਹੱਕ ਕੇ। ਪਹਿਲੀ ਗੱਲ। ਦੂਜੀ ਗੱਲ ਇਹ, ਜੇ ਤੁਹਾਡਾ ਹੱਕ ਕਿਸੇ ਨੇ ਮਾਰਿਆ ਹੈ ਉਸ ਨਾਲ ਤੇ ਬਾਅਦ ਦੀ ਗੱਲ ਹੋ ਸੀ ਨਾ, ਪਹਿਲੇ ਜਿਹੜੇ ਨਾਲ ਦੇ ਤੁਹਾਡੇ ਉਹਨਾਂ ਦੇ ਨਾਲ ਤੇ ਗੱਲ ਕਰੋ ਕਿ ਯਾਰ ਅਸਾਂ ਸਾਰੇ ਰਲ ਕੇ ਅਗਰ ਆਪਣੇ ਹੱਕ ਵਾਸਤੇ ਕੋਈ ਗੱਲ ਕਰੀਏ ਬਣ ਕੇ ਇਕੱਠੇ ਹੋ ਕੇ ਤੇ ਸਾਡਾ ਜ਼ੋਰ ਲੱਗ ਸਕਦਾ ਹੈ ਜੇ ਇਕੱਠੇ ਹੋ ਕੇ ਗੱਲ ਕਰੀਏ। ਜੇ ਇਕੱਲੇ ਇਕੱਲੇ ਕਰੀਏ, ਤੀਲਾ ਤੀਲਾ ਹੋਣ ਜੇ, ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ। ਅਸਾਂ ਇਕੱਲੇ ਇਕੱਲੇ ਨਹੀਂ ਕਰ ਸਕਦੇ। ਇਸ ਵਾਸਤੇ ਸਭ ਤੋਂ ਪਹਿਲੇ ਤਾਂ ਕੰਮ ਹੈ ਜਿਹੜੇ ਬੰਦੇ ਆਵਾਜ਼ ਚਾਹਣ ਵਾਲੇ ਨੇ ਆਵਾਜ਼ ਚਾਹਣ। ਇੱਕ ਤਾਂ ਇਹ ਕਿ ਉਹ ਕਿਸੇ ਦੂਏ ਨੂੰ ਤੁਸੀਂ ਨਹੀਂ ਆਖ ਸਕਦੇ, ਖੁਦ ਫੈਸਲਾ ਕਰ ਸਕਦੇ ਹੋ ਆਵਾਜ਼ ਚਾਹਣ। ਦੂਆ ਇਹ ਹੈ ਕਿ ਪਹਿਲੇ ਜਿਹੜੇ ਆਪਣੇ ਨਾਲ ਦੇ ਹਨ ਉਹਨਾਂ ਦੇ ਨਾਲ ਗੱਲ ਕਰਨ ਦੀ ਲੋੜ ਹੈ ਕਿ ਉਹ ਤੇ ਤੁਹਾਡੀ ਗੱਲ ਨੂੰ ਸਮਝਣ। ਪਹਿਲੇ ਆਪਣਾ ਡਰ ਲਾਵੋ, ਵੱਧ ਆਪਦੇ ਨਾਲ ਦੇ ਦਾ ਡਰ ਲਾਵੋ ਤੇ ਵੱਧ ਉਹਦੇ ਨਾਲ ਗੱਲ ਹੋਵੇ। ਇਹ ਜਿਹੜਾ ਕੰਮ ਕਰਨਾ ਹੈ, ਆਪਣੇ ਨਾਲ ਦੇ ਲੋਕਾਂ ਨਾਲ ਗੱਲ ਕਰਨਾ, ਉਹਨਾਂ ਨੂੰ ਇਕੱਠੇ ਕਰਨਾ, ਬਸ ਗੱਲ ਕਿਵੇਂ ਤਰੀਕੇ ਨਾਲ ਕਹਿੰਦੇ ਨਾਲ ਮੰਨ ਕੇ ਕਰਨੀ ਹੈ, ਇਹਨੂੰ ਆਖਦੇ ਲੀਡਰਸ਼ਿਪ। ਉਹ ਲੀਡਰਸ਼ਿਪ ਦੀ ਥੋੜ ਹੈ ਸਾਡੇ ਮੁਲਕ ਵਿੱਚ। ਤੇ ਉਹ ਜ਼ਰੂਰੀ ਨਹੀਂ ਕਿ ਉਹ ਜਿਹਾ ਕੰਮ ਲੀਡਰਸ਼ਿਪ ਦਾ ਪਹਿਲੇ ਸਭ ਤੋਂ ਉੱਤੇ ਸ਼ੁਰੂ ਹੋਵੇ। ਜਿਹੜੀ ਉੱਤੇ ਨਾ ਇਨਸਾਫੀ ਹੈ, ਜਿਹੜੇ ਬਹੁਤ ਡਾਟੇ ਲੋਕ, ਜਿਹੜੇ ਵੱਡੇ ਲੋਕ ਉੱਤੋਂ ਕਰਿੰਦੇ ਹਨ, ਉਹਦੇ ਖਤਮ ਕਰਨ ਤੋਂ ਪਹਿਲੇ ਗਲੀ ਮੁਹੱਲੇ ਘਰ ਦਫ਼ਤਰ ਉੱਥੇ ਜਿਹੜਾ ਅਨਿਆਂ ਹੁੰਦਾ ਹੈ, ਜਿਹੜਾ ਧਰੋਹ ਹੁੰਦਾ ਹੈ ਕਿਸੇ ਨਾਲ, ਉਹ ਪਹਿਲੇ ਤਾਂ ਉਸ ਤੇ ਗੱਲ ਕਰਨੀ ਚਾਹੀਦੀ ਹੈ। ਜੇ ਨਿੱਕੀ ਲੜਾਈ ਅਸਾਂ ਨਹੀਂ ਲੜ ਸਕਦੇ ਤਾਂ ਵੱਡੀ ਲੜਾਈ ਕਿਵੇਂ ਲੜ ਸਕਦੇ ਹਾਂ। ਸਭ ਤੋਂ ਪਹਿਲੀ ਲੜਾਈ ਜਿਹੜੀ ਹੈ, ਜਿਹੜੀ ਸਭ ਤੋਂ ਨਿੱਕੀ ਹੈ ਪਰ ਸਭ ਤੋਂ ਕਰੜੀ ਹੈ, ਸਭ ਤੋਂ ਔਖੀ ਹੈ, ਸਭ ਤੋਂ ਜ਼ਰੂਰੀ, ਉਹ ਆਪਣੇ ਅਨਿਆਂ ਦੇ ਨਾਲ ਲੜਨਾ ਹੈ ਕਿ ਮੈਂ ਤਾਂ ਕਿਸੇ ਦੇ ਨਾਲ ਵਾਅਦਾ ਨਹੀਂ ਕਰਿੰਦਾ ਪਿਆ, ਮੈਂ ਕਿਸੇ ਦਾ ਹੱਕ ਤਾਂ ਨਹੀਂ ਮਰਿੰਦਾ ਪਿਆ, ਮੈਂ ਵਕਤੀ ਤੌਰ ਤੇ ਯਾਰ ਕੋਈ ਗੱਲ ਨਹੀਂ ਹੁਣ ਮੈਂ ਕਰ ਲਿਆ ਅੱਗੂ ਠੀਕ ਹੈ ਮੇਰਾ, ਮੈਂ ਆਪਣਾ ਰਾਹ ਇੰਝ ਤਾਂ ਨਹੀਂ ਬਣਾਉਂਦਾ ਪਿਆ। ਇਹ ਪਹਿਲੀ ਗੱਲ ਹੈ, ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ। ਮੁੜ ਘਰ ਗਲੀ ਮੁਹੱਲਾ ਗ੍ਰਾਂ ਉਹ ਹੈ। ਜੇ ਉੱਥੇ ਅਸਾਂ ਇਹ ਨਿੱਕੀ ਨਿੱਕੀ ਲੜਾਈਆਂ ਲੜ ਸਕੀਏ ਤੇ ਜਿਹੜੇ ਸਾਡੇ ਨਾਲ ਲੋਕ ਖਲੋਤੇ ਨੇ, ਬਾਜ਼ੇ ਵੇਲੇ ਸਾਨੂੰ ਦੂਆਂ ਦਾ ਹੱਕ ਦੇਣਾ ਪਾਉਂਦਾ ਹੈ, ਆਪਣਾ ਨਾ ਹੱਕ ਕੁਰਬਾਨ ਕਰਕੇ। ਤੇ ਜੇ ਉਹ ਅਸਾਂ ਕਰਨ ਵਾਲੇ ਹੋਈਏ, ਸਾਡਾ ਵਿਹਾਰ ਹੋਵੇ, ਤਾਂ ਬਾਕੀ ਦੇ ਲੋਕ ਵੀ ਸਾਡੇ ਨਾਲ ਖਲੋਸਣ, ਵੱਧ ਉੱਤੇ ਬਣ ਸਕਦੇ। ਇਹ ਸ਼ੁਰੂ ਆਪਣੇ ਆਪ ਤੋਂ ਹੋਣਾ, ਵੱਧ ਆਪਣੇ ਆਲ ਦੁਆਲ ਤੋਂ ਸ਼ੁਰੂ ਹੋਣਾ, ਮੁੜ ਅੱਗੋਂ ਮਿਲਣਾ। ਇਹ ਜਿਹੜੀ ਤਬਦੀਲੀ ਹੈ, ਇਹ ਡਰ ਦੇ ਕਲਚਰ ਦੀ ਤਬਦੀਲੀ। ਪਹਿਲੇ ਕਲਚਰ ਹੈ ਭੋਏ, ਜਿਹਦੇ ਵਿੱਚ ਬੀਜ ਬੋਇਆ ਜਾਂਦਾ ਹੈ, ਨਾਬਰੀ ਦਾ, ਆਜ਼ਾਦੀ ਦਾ, ਸਿਰ ਚਾ ਕੇ ਗੱਲ ਕਰਨ ਦਾ। ਉਸ ਤੋਂ ਬਾਅਦ ਬੂਟਾ ਉਗਦਾ ਜਿਹੜਾ ਸਿਆਸਤ ਦਾ ਹੈ ਤੇ ਤਬਦੀਲੀ ਦਾ ਹੈ। ਇਹ ਜਿਹੜਾ ਕੰਮ ਕਰਨ ਵਾਲਾ, ਇਹਦੀ ਬਹੁਤ ਥੋੜ ਹੈ ਸਾਡੇ ਅੰਦਰ। ਜਿਹੜਾ ਹੈ ਨਾ ਉਹ ਸਿਰ ਚਾਵਣ ਵਾਲਾ, ਗੱਲ ਕਰਨ ਵਾਲਾ ਕਲਚਰ ਤਕੜਾ ਕੋਈ ਨਹੀਂ, ਬਲਕਿ ਜਿਹੜੇ ਪੁਰਾਣੇ ਕਲਚਰ ਜਿਹੜੀਆਂ ਗੱਲਾਂ ਹਨ ਇਸ ਤਰ੍ਹਾਂ ਦੀਆਂ, ਉਹਦੇ ਅਸਾਂ ਮਤਲਬ ਵਿਗਾੜ ਦਿੱਤਾ ਤੇ ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ। ਮੈਨੂੰ ਤੁਹਾਨੂੰ ਇੱਕ ਦੋ ਮਿਸਾਲਾਂ ਦੇਣਾ, ਵਾਤੇ ਗੁੱਝ ਚੱਲਣਾ। ਮਿਸਾਲ ਤੌਰ ਤੇ ਇੱਕ ਕਲਚਰ ਹੈ, ਇੱਕ ਲਫ਼ਜ਼ ਹੁੰਦਾ ਇਸਤੇਮਾਲ ਗੈਰਤ ਦਾ। ਹੁਣ ਸਾਡੇ, ਮੈਂ ਰਾਵੀ ਦੀ ਕੱਦੀ ਦੇ ਰਹਿਣ ਵਾਲਾ, ਸਾਡੇ ਜਿਹੜੇ ਬਾਹਰਾਂ ਦੇ ਲੋਕ ਹਨ, ਬਾਹਰ ਦੀ ਰੀਤ ਵਿੱਚ ਗੈਰਤ ਦਾ ਮਤਲਬ ਭਾਈ ਡਾਢੇ ਦੇ ਅੱਗੋਂ ਸਿਰ ਚਾਉਣਾ, ਤੇ ਜਿਹੜਾ ਹੀਣਾ ਹੈ ਉਹਦੇ ਅੱਗੋਂ ਸਿਰ ਨਿਵਾ ਦੇਣਾ, ਨੀਵੇਂ ਤੇ ਹੱਥ ਨਹੀਂ ਚਾਉਣਾ। ਇਹ ਗੈਰਤ ਦੀ ਗੱਲ ਹੈ। ਇੱਥੇ ਸਵਾਣੀਆਂ ਤੇ ਹੱਥ ਚਾਉਣਾ, ਆਪ ਨੂੰ ਹੀਣੇ ਨੂੰ ਮਾਰਨਾ, ਕਿਸੇ ਦਾ ਹੱਕ ਮਾਰ ਲੈਣਾ, ਉਹਨੂੰ ਗੈਰਤ ਸਮਝਿਆ ਜਾਂਦਾ। ਤੇ ਜਿਹੜਾ ਵੱਡਾ ਹੈ ਉਹਦੀ ਜੁੱਤੀਆਂ ਪਾਲਿਸ਼ ਕਰਨਾ, ਉਹਨੂੰ ਗੈਰਤ ਸਮਝਿਆ ਜਾਂਦਾ। ਉਹਦੇ ਮਾਂ ਨੇ ਬਿਲਕੁਲ ਅਪੁੱਠ ਕਰ ਦਿੱਤਾ, ਉਲਟਾ ਦਿੱਤਾ।
ਇੰਜੇ ਤਰ੍ਹਾਂ ਹੋਰ ਇਹ ਲਫ਼ਜ਼ ਸ਼ਰਮ ਹੈ। ਸ਼ਰਮ ਜਿਹੜਾ ਹੈ ਬੰਦਾ ਉਹ ਕੋਈ ਕਈ ਦੇ ਨਾਲ ਭੈੜਾ ਵਰਤੇ, ਕਈ ਦਾ ਹੱਕ ਮਾਰੇ, ਕਈ ਨਾਲ ਜ਼ੁਲਮ ਕਰੇ, ਉਹਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਉਹਦੇ ਜ਼ੁਲਮ ਹੁੰਦਾ ਉਹ ਸ਼ਰਮਿੰਦਾ ਹੁੰਦਾ ਇੱਥੇ ਕਿ ਵੀ ਮੈਨੂੰ ਕਈ ਨੂੰ ਦੱਸਣਾ ਨਹੀਂ ਚਾਹੀਦਾ, ਬੜੀ ਸ਼ਰਮ ਵਾਲੀ ਗੱਲ ਹੈ। ਉਹ ਪੁਰਾਣੇ ਜਿਹੜੇ ਮੈਨੇ ਹਨ ਗੈਰਤ ਦੇ, ਸ਼ਰਮ ਦੇ, ਉਹ ਉਹਦੇ ਬਾਨੇ ਪੁੱਠੇ ਹੋ ਕੇ ਜਿਹੜੇ ਧਾੜਵੀਆਂ ਦੇ ਜੇ ਡਾਢਿਆਂ ਨੇ ਮੰਨਿਆ ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਹ ਆਪਣੇ ਆਪ ਤੋਂ ਜੇ ਸ਼ੁਰੂ ਕਰੀਏ ਤੇ ਇਹ ਸਭ ਤੋਂ ਅਹਿਮ ਗੱਲ ਹੈ ਕਿ ਸਿਰਫ ਡਰਨ ਤੇ ਮਰਨ ਵਾਲਾ ਰਸਤਾ ਕੋਈ ਨਹੀਂ, ਗੱਲਬਾਤ ਕਰਕੇ ਵੀ ਆਪ ਤੋਂ ਡਾਢੇ ਲੋਕਾਂ ਦੇ ਨਾਲ ਅਸਾਂ ਅੱਗੂ ਚੱਲ ਸਕਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੱਸਾਂ, ਅੱਗੂ ਚੱਲ ਸਾਂ ਵਤ ਅਸਾਂ ਕੋਈ ਹੋਰ ਸਵਾਲ ਲੈ ਕੇ ਬਸ ਪੇਪਰ ਵਾਲਾ ਬਣਿਆ। ਮਿਸਾਲ ਦੇ ਤੌਰ ਤੇ ਇਹ ਦਿਲਚਸਪ ਗੱਲ ਹੈ ਕਿ 1970 ਦੇ ਇਲੈਕਸ਼ਨ ਤੋਂ ਬਾਅਦ ਬੰਗਾਲੀ ਅਕਸਰੀਅਤ ਆ ਗਏ। ਅਸਾਂ ਫੌਜ ਦੇ ਜ਼ਰੀਏ, ਫੌਜੀ ਐਕਸ਼ਨ ਦੇ ਜ਼ਰੀਏ ਉਹਨਾਂ ਨੂੰ ਦਬਣ ਦੀ ਕੋਸ਼ਿਸ਼ ਕੀਤੀ ਬਈ ਉਹ ਸਾਡੀ ਗੱਲ ਮੰਨ ਲਵੇਂ ਜੋ ਅਸਾਂ ਚਾਹੁੰਦੇ ਸਿਆਸੀ ਫਾਰਮੂਲਾ। ਉਹ ਅਸਲੇ ਦੇ ਜ਼ੋਰ ਦੇ ਨਾਲ ਕਿਉਂਕਿ ਉਹ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸਾਂ ਅਨਿਆਂ ਨਹੀਂ ਮੰਨਣਾ ਭਾਵੇਂ ਜਿਤਨਾ ਜ਼ੋਰ ਲੱਗ ਵञे। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਕੋਈ 90,000 ਫੌਜੀ ਕੈਦੀ ਬਣਾ ਲੈ, ਢੱਕ ਦਿੱਤੇ, ਹਿੰਦੁਸਤਾਨ ਰੱਖ ਲੈ। ਹੁਣ ਹਿੰਦੁਸਤਾਨ ਕੋਲ ਫੌਜੀ ਤਾਕਤ ਵੀ ਆਈ, ਇੱਕ ਦੁਨੀਆ 'ਚ ਉਹਨਾਂ ਨੇ ਅਖਲਾਕੀ ਤਾਕਤ ਵੀ ਆਪਣੇ ਵੱਲੋਂ ਬਣਾ ਲਈ ਕਿ ਜੇ ਅਸਾਂ ਮਜ਼ਲੂਮਾਂ ਦੀ ਮਦਦ ਕੀਤੀ ਉਸ ਵਾਸਤੇ ਸਾਡੀ ਫੌਜ ਗਈ। ਸਫਾਰਤੀ ਤੌਰ ਤੇ ਵੀ ਉਹਨਾਂ ਨੇ ਹਿਮਾਇਤ ਹਾਸਲ ਕਰ ਲਈ। ਲੇਕਿਨ ਜਿਹੜੀ ਜੰਗ ਅਸਾਂ ਹਥਿਆਰਾਂ ਨਾਲ ਹਾਰ ਦਿੱਤੀ ਆਈ, ਭੁੱਟੋ ਸਾਹਿਬ ਤੁਸੀਂ ਉਹਨਾਂ ਨਾਲ ਇਤਫਾਕ ਕਰੋ ਇਖਤਲਾਫ, ਉਹ ਮੁਜ਼ਾਕਰਾਤ ਦੇ ਜ਼ਰੀਏ ਉਹਨਾਂ ਫੌਜੀਆਂ ਨੂੰ ਵਾਪਸ ਲੈ ਕੇ ਆ ਗਏ, ਗੱਲਬਾਤ ਦੇ ਜ਼ਰੀਏ। ਇਹ ਇੱਕ ਹੋਰ ਤੁਹਾਨੂੰ ਹਜ਼ਾਰਾਂ ਮਿਸਾਲਾਂ ਮਿਲ ਵੈਸੇ ਸਾਡੀ ਤਾਰੀਖ 'ਚ, ਆਮ ਜ਼ਿੰਦਗੀ 'ਚ ਕਿ ਤੁਸੀਂ ਜ਼ੋਰਾਵਰੀ ਨਾਲ ਜਿਹੜੀ ਬਾਜ਼ੀ ਹਾਰ ਵੈਂਦੇ ਹੋ, ਉਹ ਗੱਲਬਾਤ ਦੇ ਜ਼ਰੀਏ ਜੀਤ ਵੀ ਸਕਦੇ ਹੋ ਜੇ ਗੱਲ ਕਰਨ ਦਾ ਤੁਹਾਨੂੰ ਪਤਾ ਹੋਵੇ ਗੱਲ ਕਰਨੀ ਕਿ ਕਹਿੰਦੇ ਨਾਲ ਕਰਨੀ ਹੈ। ਇਹ ਵੇਖਣਾ ਕਿ ਉਹਨੂੰ ਇਹਦੇ ਕਿ ਲਪਸੀ ਤੇ ਮੈਨੂੰ ਕਿ ਲਪਸੀ, ਐਸਾ ਹੱਲ ਕੱਢੋ ਜਿਹਦੇ 'ਚ ਉਹਦਾ ਵੀ ਜਿਹੜਾ ਹੈ ਕੁਝ ਉਹਨੂੰ ਵੀ ਲਾਭ ਬਣ ਜਾਏ, ਕੁਝ ਤੁਹਾਨੂੰ ਵੀ ਲਾਭ ਬਣ ਜਾਏ। ਇਹ ਤੀਆ ਰਸਤਾ ਕੱਢਣਾ ਡਰਨ ਤੇ ਮਰਨ ਦੇ ਦਰਮਿਆਨ ਇਹ ਸਭ ਤੋਂ ਔਖਾ ਕੰਮ ਹੈ। ਇਹ ਆਪਣੇ ਜ਼ਿਹਨ ਨੂੰ ਤਰਬੀਅਤ ਦੇਣਾ, ਇਸ ਤੋਂ ਕੰਮ ਲੈਣਾ ਤੇ ਮੁਕਾਲਮੇ ਦਾ ਰਾਹ ਕੱਢਣਾ, ਇਹ ਸਭ ਤੋਂ ਅਹਿਮ ਗੱਲ ਹੈ। ਅਸਾਂ ਆਪਣੇ ਆਪ ਨੂੰ ਉਭਾਰ ਲਾ ਕੇ ਬਹਿ ਨੇ ਜੀ ਫੌਜ ਨਾਲ ਗੱਲ ਨਹੀਂ ਹੋ ਸਕਦੀ। ਜਿਹੜੇ ਫੌਜੀ ਅਫਸਰ ਹਨ ਜਾਂ ਸਿਵਲ ਅਫਸਰ ਹਨ ਸਾਡੇ ਵਿੱਚੋਂ ਹੀ ਹਨ ਨਾ, ਸਾਡੇ ਜਾਣ ਪਛਾਣ ਵਾਲੇ ਲੋਕਾਂ 'ਚੋਂ ਹਨ, ਸਾਡੇ ਨਾਲ ਸਾਕਾਚਾਰੀ ਮਿਲਣ ਮਿਲਾਉਣ ਵਾਲੇ ਲੋਕ ਹਨ, ਜੋ ਆਮ ਘਰਾਂ 'ਚੋਂ ਰਹਿੰਦੇ ਹਨ, ਜਿਨ੍ਹਾਂ ਨਾਲ ਅਸੀਂ ਉਠੀਂਦੇ ਬਹਾਉਂਦੇ ਵੀ ਹਨ, ਮਿਲਦੇ ਬਿਲਾਉਂਦੇ ਵੀ ਹਨ, ਉਹਨਾਂ ਨਾਲ ਗੱਲ ਕਿਉਂ ਨਹੀਂ ਹੋ ਸਕਦੀ। ਤੇ ਇਹ ਜਿਹੜਾ ਆਪੂ ਆਪਣੇ ਆਪ ਨੂੰ ਬਦਲਣਾ ਕਿ ਜੀ ਗੱਲਬਾਤ ਕਰਨਾ, ਗੱਲਬਾਤ ਕਰਕੇ ਰਸਤਾ ਕੱਢਣਾ, ਉਹ ਰਸਤਾ ਕੱਢਣ ਮੁਮਕਿਨ ਹੈ ਸਾਡੇ ਵਾਸਤੇ, ਅਸਾਂ ਕੱਢ ਸਕਦੇ ਹਾਂ ਤੇ ਆਪ ਪਹਿਲਾਂ ਸਵਾਜ ਹੋਵੇ। ਹਾਂਜੀ ਉਮਰ ਗੱਲ ਕਰੋ। ਨਹੀਂ, ਮੈਂ ਇਹ ਕਹਿ ਰਿਹਾ ਕਿ ਉਹ ਤੁਸੀਂ ਤੁਹਾਡੀ ਗੱਲ ਨੂੰ ਹੀ ਮੈਂ ਉਹ ਕਰ ਰਿਹਾ ਹਾਂ ਕਿ ਤੁਸੀਂ ਕਹਿ ਰਹੇ ਹੋ ਨਾ ਕਿ ਸਾਡੇ ਵਿੱਚੋਂ ਹੀ ਹੁੰਦੇ ਨੇ ਸਾਰੇ। ਗੱਲ ਕਿਉਂ ਐਕਚੁਅਲੀ ਬੜੇ ਯਾਰ ਦੋਸਤ ਵੀ ਨੇ ਜਿਹੜੇ ਫੌਜ ਵਿੱਚ ਨੇ, ਅੱਗੇ ਬੜੇ ਉਹਦੇ ਰੈਂਕਸ ਵਿੱਚ ਨੇ, ਉਹਨਾਂ ਨਾਲ ਗੱਲ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਲੇਕਿਨ ਹੋਣੀ ਚਾਹੀਦੀ ਹੈ ਨਾ ਕਮ ਅਜ਼ ਕਮ। ਨਹੀਂ ਬਹੁਤ ਹੁੰਦੀ ਹੈ, ਬੜੀ ਬਹਿਸ ਮੁਬਾਹਿਸੇ ਹੁੰਦੇ ਨੇ, ਲੜਾਈ ਝਗੜੇ ਹੁੰਦੇ ਨੇ ਦੋਸਤਾਂ ਨਾਲ। ਹਾਂ ਲੇਕਿਨ ਸਭ ਤੋਂ ਅਹਿਮ ਗੱਲ ਹੈ ਕਿ ਰਸਤਾ ਕੱਢਣਾ, ਰਾਹ ਕੱਢਣਾ ਜਿਹੜੇ ਉਹਨਾਂ ਨਜ਼ਰ ਆਵੇ ਕਿ ਉਹਨਾਂ ਦੇ ਵੀ ਉਹਨਾਂ ਨੂੰ ਕੁਝ ਲਾਭ ਵੈਸੀ, ਸਾਨੂੰ ਲਾਭ ਵੈਸੀ। ਸਭ ਤੋਂ ਔਖੀ ਚੀਜ਼ ਤਾਂ ਇਹ ਹੈ ਨਾ, ਮਕਾਲਮਾ ਤਾਂ ਹੀ ਹੁੰਦਾ ਹੈ ਜੇ ਦੋਵੇਂ ਥੋਕਾਂ ਨੂੰ ਪਤਾ ਹੋਵੇ ਕਿ ਯਾਰ ਅਸਾਂ ਕੋਈ ਐਸਾ ਰਸਤਾ ਕੱਢ ਲੈ ਸਾਂ, ਇਹਨੂੰ ਵੀ ਕੁਝ ਮਿਲ ਵੈਸੀ ਤੇ ਮੈਨੂੰ ਵੀ ਕੁਝ ਮਿਲ ਵੈਸੀ, ਉਹ ਜ਼ਰੂਰੀ ਹੈ ਨਾ। ਲੇਕਿਨ ਰਸਤਾ ਨਿਕਲ ਨਹੀਂ ਰਿਹਾ ਨਾ, ਕਾਫੀ ਜਿਹੜੀ ਗੱਲਬਾਤ ਹੋ ਰਹੀ ਹੈ ਲੇਕਿਨ ਰਸਤਾ ਨਹੀਂ ਨਿਕਲ। ਉਹ ਸਾਡਾ ਹੋਮਵਰਕ ਹੈ ਨਾ ਉਹ ਕੰਮ ਕਰਨਾ। ਉਹ ਅੰਗਰੇਜ਼ੀ ਇੱਕ ਮੁਹਾਵਰਾ ਹੈ ਜਿਹੜਾ ਅਸਾਂ ਆਖਦੇ ਨਾ ਪੰਚਾਇਤੀ ਜਾਂ ਸਾਲਿਸ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਆਮ ਤੌਰ ਤੇ ਤੁਸੀਂ ਵੇਖਿਆ ਕਿ ਜਿਹੜੇ ਕੋਈ ਸ਼ੈ ਵੰਡਣੀ ਹੋਵੇ ਨਾ, ਤਾਂ ਵੰਡਣ ਵਾਲੇ ਨੂੰ ਆਖਦੇ ਨੇ ਵੀ ਤੂੰ ਇੰਝ ਵੰਡ
बराबर वंडदे सब विच, लेकिन तू सब तो अखीर हिस्सा लैना, पहले बाकी अपना लै ले सन। ਉਹਦਾ ਮਕਸਦ ਇਹ ਹੁੰਦਾ ਕਿ ਇਸ ਤਰੀਕੇ ਨਾਲ ਵੰਡੇ ਕਿ ਕੋਈ ਇੱਕ ਹਿੱਸਾ ਵੱਡਾ ਤੇ ਦੂਏ ਹਿੱਸੇ ਛੋਟੇ ਨਾ ਹੋਣ। ਜੇ ਅਖੀਰ 'ਚ ਹੀ ਰਹਿ ਵੰਜੇ ਉਤਨਾ ਰਹੇ ਕਿ ਜਿਤਨਾ ਬਾਕੀਆਂ ਨੂੰ ਮਿਲੇ। ਉਹ ਅੰਗਰੇਜ਼ੀ 'ਚ ਅਨੁਵਾਦ ਹੈ ਕਿ you should cut the cake in such a way that everyone should think that I have got the biggest piece. ਡਾਕਟਰ ਸਾਹਿਬ ਇਹ ਕੰਮ ਤੇ ਤੁਸੀਂ ਹੀ ਕਰ ਸਕਦੇ ਹੋ। ਮੈਂ ਤੁਹਾਡਾ ਨਹੀਂ, ਇਹ ਤੁਸੀਂ ਕਰਨਾ। ਮੈਨੂੰ ਲੱਗਦਾ ਹੈ ਕਿ ਤੁਹਾਡਾ ਟੈਂਪਰਾਮੈਂਟ ਜਿਹੜਾ ਨਾ ਬਹੁਤ ਕੁਕੰਬਰ ਆਰ ਕੂਲ ਹੈ। ਇਹ ਗੱਲ ਕਰਨਾ ਜਿਹੜਾ ਹੈ ਨਾ, ਵੇਖੋ ਜੀ ਗੱਲ ਤਾਂ ਹੀ ਹੋ ਸਕਦੀ ਹੈ ਨਾ, ਗੱਲ ਤਾਂ ਹੋ ਸਕਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਵੇਖੋ, ਦੂਏ ਬੰਦੇ ਨੂੰ ਵੇਖੋ। ਇਹ ਤੁਹਾਡੀ ਇਹ ਗੱਲ ਠੀਕ ਹੈ, ਇਹਦੀ ਬੜੀ ਥੋੜ ਹੈ ਇਸ ਵੇਲੇ ਸਾਡੇ ਵਿਹਾਰੇ। ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ। ਫੌਜ ਦੀ ਤਾਕਤ ਨਹੀਂ, ਸਾਡੀ ਆਪਣੀ ਨਾ ਤਾਕਤੀ ਦੀ ਵਜ੍ਹਾ ਹੈ। ਉਹ ਨਾ ਤਾਕਤੀ ਦੀ ਇਹ ਵਜ੍ਹਾ ਹੈ ਕਿ ਅਸਾਂ ਉਹ ਰਸਤਾ ਕੱਢਣਾ ਵਿਚਕਾਰ ਦਾ ਜਿਹਦੇ ਸਭ ਨੂੰ ਕੋਈ ਨਾ ਕੋਈ ਲੱਭ ਵੰਜੇ, ਉਹ ਸਾਡੇ ਅੰਦਰ ਬਹੁਤ ਘਟ ਗਈ ਹੈ। ਤੁਸੀਂ ਹੁਣ ਸੋਸ਼ਲ ਮੀਡੀਆ ਨੂੰ ਵੇਖ ਲਓ, ਉਹ ਇੱਕ ਦੂਏ ਨੂੰ ਪੱਥਰ ਤੇ ਇੱਟਾਂ ਮਾਰਨ ਮਸਰੂਫ ਹੁੰਦੇ ਨੇ ਸਾਰਾ ਦਿਨ। ਕੋਈ ਇਹ ਨਹੀਂ ਦੱਸਦਾ ਕਿ ਜਨਾਬ ਰਸਤਾ ਕਿਹੜਾ ਹੈ, ਇਹ ਰਾਹ ਨਾ ਵੰਜੀਏ, ਦੂਏ ਰਾਹ ਨਾ ਵੰਜੀਏ, ਤੀਆ ਰਾਹ ਹੈ ਕਿਹੜਾ, ਕਿਸ ਤੇ ਵੰਜੀਏ। ਹੁਣ ਮੈਂ ਤੁਹਾਨੂੰ ਦੋ ਮਿਸਾਲਾਂ ਹੋਰ ਦੇ ਦੇਵਾਂ, ਵੱਧ ਘੱਟ ਹੋਏ ਨੇ ਉਹਨਾਂ ਤੋਂ। ਮੈਂ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ, ਇਸ ਵੱਲ ਆਉਣਾ। 1857 ਵਿੱਚ ਜੰਗ ਆਜ਼ਾਦੀ ਹੋਈ ਹਿੰਦੁਸਤਾਨ ਵਿੱਚ। ਮੁਗਲ ਆਖਰੀ ਬਾਦਸ਼ਾਹ ਦੀ ਬਾਦਸ਼ਾਹਤ ਖਤਮ ਹੋ ਗਈ, ਜਿਤਨੀ ਟੁੱਟੀ ਵੱਜੀ ਉਹਦੇ ਕੋਲ ਆਈ ਉਸ ਵੇਲੇ। ਉਹਦੇ ਨਾਲ ਵੀ ਜਿਹੜੇ ਲੋਕ ਹਨ ਉਹ ਤਲਵਾਰ ਜਾਂ ਬੰਦੂਕ ਨਾਲ ਲੜਾਈ ਜਿਹੜੀ ਹਾਰ ਲਈ ਅਸਾਂ ਅੰਗਰੇਜ਼ ਦੇ ਮੁਕਾਬਲੇ 'ਚ। ਉਹ ਮੁਹੰਮਦ ਅਲੀ ਜਿਨਾਹ ਨੇ ਸਿਰਫ ਗੱਲਬਾਤ ਦੇ ਜ਼ਰੀਏ ਉਹ ਮੁਲਕ ਲੈ ਲਿਆ ਨਾ, ਜਾਂ ਗਾਂਧੀ ਜਾਂ ਨਹਿਰੂ ਹੋਰਾਂ ਨੇ। ਹਿੰਦੁਸਤਾਨੀਆਂ ਨੇ ਜੋ ਜੰਗ ਤਲਵਾਰ ਜਾਂ ਬੰਦੂਕ ਨਾਲ ਨਹੀਂ ਜੀਤੀ, ਉਹ ਗੱਲਬਾਤ ਦੇ ਨਾਲ ਜੀਤ ਲਈ। ਉਹਦੇ ਕੀ ਹਾਲਾਤ ਹਨ, ਅੰਗਰੇਜ਼ ਦੀ ਕੀ ਲੋੜਾਂ ਹਨ, ਲੇਕਿਨ ਇੱਥੋਂ ਦੇ ਲੋਕਾਂ ਦੀ ਕੀ ਤਿਆਰੀ ਆਈ ਕਿਤਨੀ, ਕਿਉਂਕਿ ਹੋਰ ਜਮਾਤਾਂ ਵੀ ਹਨ, ਉਹ ਤਾਂ ਨਹੀਂ ਆਈਆਂ ਨਾ, ਉਹਨਾਂ ਨੂੰ ਤਾਂ ਨਹੀਂ ਮਿਲਿਆ। ਇੰਜੇ ਤਰ੍ਹਾਂ ਮੰਗੋਲਾਂ ਦਾ ਤੁਸੀਂ ਸਾਡੀ ਤਾਰੀਖ ਵਿੱਚ ਵੇਖ ਲਓ, ਉਹ ਤਾਂ ਮੈਂ ਕਈ ਤਫਸੀਲ ਨਾਲ ਜ਼ਿਕਰ ਸਾਂ, ਲੇਕਿਨ ਗੱਲ ਇਹ ਕਿ ਮੰਗੋਲ ਜਿਹੜੇ ਨਿਕਲੇ ਆਪਣੇ ਇਲਾਕੇ ਤੋਂ, ਤੇ ਉਹਨਾਂ ਨੇ ਆਮੂ ਦਰਿਆ ਪਾਰ ਕੀਤਾ ਤੇ ਅਫਗਾਨਿਸਤਾਨ ਤੇ ਈਰਾਨ ਤੇ ਇਰਾਕ ਬਰਬਾਦ ਕਰ ਦਿੱਤਾ ਸਾਰਾ ਕੁਝ, ਪੂਰੇ ਇਲਾਕੇ ਤੇ ਆ ਗਏ। ਲੇਕਿਨ ਮੰਗੋਲਾਂ ਦੀ ਹਕੂਮਤ ਜਿਹੜੀ ਹੈ ਉਹ ਤਲਵਾਰ ਨਾਲ ਤੇ ਖਤਮ ਨਹੀਂ ਹੋਈ। ਉਹ ਕਈ ਬੰਦੇ ਨੇ ਕੋਈ ਗੱਲ ਕੀਤੀ ਆਈ, ਉਹ ਮੈਂ ਤੈਨੂੰ ਸੁਣਾ ਦੇਣਾ। ਕੌਣ ਬੰਦਾ ਹੈ ਜਿਹਦੇ ਬਾਰੇ ਬਾਤ ਬੜਾ ਮਿਸਰਾ ਕੇ ਹੈ ਜੀ। ਉਹ ਮੁਹੱਬਤ ਨਾਲ ਖਤਮ ਹੋਈ ਆਈ ਉਹਨਾਂ ਦੀ ਹਕੂਮਤ। ਹਾਂ, ਜਿਵੇਂ ਰੂਮੀ ਆ ਜਾਏ ਮੁਹੱਬਤ ਨਾਲ। ਮੁਹੱਬਤ ਨਾਲ। ਤੇ ਮੁਹੱਬਤ ਦਾ ਸਾਨੂੰ ਤਰੀਕਾ ਨਹੀਂ, ਅਸਾਂ ਹੁਣ ਵਿਸਾਰ ਦਿੱਤਾ ਨਾ, ਛੋੜ ਦਿੱਤਾ, ਸਾਡਾ ਤਰੀਕਾ ਕੋਈ ਨਹੀਂ। ਲੇਕਿਨ ਉਹ ਡਾਇਲੌਗ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ, ਬੜਾ ਜ਼ਬਰਦਸਤ ਹੈ। ਉਹਦੇ ਦਨਾਈ ਤੇ ਜੁਰਤ ਦੀ ਗੱਲ ਹੈ। ਮੇਰੇ ਆਪਣੇ ਇਲਮ ਤਹਿਕੀਕ ਦੇ ਮੁਤਾਬਿਕ ਉਹ ਪੀਰ ਸ਼ਮਸ ਹਨ ਜਿਨ੍ਹਾਂ ਨੇ ਗੱਲ ਕੀਤੀ, ਤੇ ਤਗੋਦਾਰ ਖਾਨ ਆਈ ਉਹਦੀ ਔਲਾਦ ਵਿੱਚੋਂ, ਚੰਗੇਜ਼ ਖਾਨ ਦੀ, ਜਿਹੜਾ ਪਹਿਲੇ ਮੁਸਲਮਾਨ ਹੋਇਆ ਸਭ ਤੋਂ। ਉਹ ਪੀਰ ਸ਼ਮਸ ਜਿਹੜੇ ਸਾਡੇ ਮੁਲਤਾਨ ਦੇ ਦਫਨ ਨੇ, ਤੇ ਉਹ ਮੈਂ ਕੋਈ ਤਹਿਕੀਕ ਕੀਤੀ, ਮੈਨੂੰ ਪਤਾ ਚੱਲਿਆ ਤਗੋਦਾਰ ਖਾਨ ਖੁਦ ਉਹਨਾਂ ਨੂੰ ਤੇ ਛੋੜਨ ਆਇਆ। ਹੋਇਆ ਇਹ ਕਿ ਉਹ ਸ਼ਿਕਾਰ ਕਰਕੇ ਆਉਂਦਾ ਪਿਆ ਆਈ ਆਪਣੇ ਲਸ਼ਕਰ ਦੇ ਨਾਲ, ਤੇ ਉਸ ਵੇਖਿਆ ਕਿ ਇੱਕ ਪਤਲਾ ਸੁੱਕਾ ਬੰਦਾ, ਚੁੱਗੀ ਜਿਹੀ ਦਾੜੀ ਹੈ, ਉਹ ਟੁਰਿਆ ਵੈਂਦਾ, ਉਹਦੇ ਨਾਲ ਹੀ ਕੋਈ ਇੰਨੇ ਲੋਕ ਪਿੱਛੂ ਟੁਰਦੇ ਵੈਂਦੇ। ਉਸ ਆਖਿਆ ਵੀ ਇਹ ਕੌਣ ਹੈ? ਮੈਂ ਤੇ ਬਾਦਸ਼ਾਹ ਹਾਂ, ਮੈਂ ਸਰਦਾਰ ਹਾਂ, ਤੇ ਮੇਰੇ ਪਿੱਛੋਂ ਪੈਰੋਕਾਰ ਹਨ, ਇਹ ਤੇ ਪਿੱਛੋਂ ਕਿਉਂ ਟੁਰਦੇ ਵੈਂਦੇ ਲੋਕ? ਉਹਨੇ ਪੁੱਛਿਆ ਕੌਣ ਹੈ? ਉਹਨੇ ਆਖਿਆ ਜੀ ਇੱਕ ਦਰਵੇਸ਼ ਹੈ, ਕੋਈ ਮੁਸਲਮਾਨ ਹੈ, ਤੇ ਇਹ ਉਹਦੇ ਪੈਰੋਕਾਰ ਹੈ। ਉਸ ਆਖਿਆ ਸੱਦੋ, ਮੈਂ ਨਾਲ ਗੱਲ ਕਰਨਾ ਚਾਹੁੰਦਾ, ਇਹਦੇ ਤੋਂ ਜ਼ਰਾ ਤਵੱਜੋ ਕਰਨਾ। ਉਹ ਉਹਦੇ ਕੋਲ ਪਹੁੰਚ ਗਿਆ। ਉਹ ਸਖੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ, ਉਹਨਾਂ ਕਿ ਦੱਸੋ ਕੀ ਗੱਲ ਕਰਨੀ। ਉਹਦੇ ਨਾਲ ਕੁੱਤਾ ਹੀ ਉਹਦਾ ਸ਼ਿਕਾਰ ਤੇ ਗਿਆ। ਉਹ ਸਖ ਮੈਨੂੰ ਇਹ ਦੱਸ, ਉਹਨਾਂ ਚੁੱਗੀ ਦਾੜੀ ਆਈ ਲੰਬੀ ਜਿਹੀ, ਕਿ ਮੇਰੇ ਕੁੱਤੇ ਦੀ ਪੂਛ ਚੰਗੀ ਜਾਂ ਤੇਰੇ ਦਾੜੀ ਦੇ ਵਾਲ ਚੰਗੇ? ਹੁਣ ਇਹ ਸਵਾਲ ਸਿੱਧਾ ਇਹ ਬੰਦੇ ਨੂੰ ਜਿਹੜਾ ਪੁੱਠੇ ਛੱਡ ਦਿੰਦਾ। ਇੱਕ
तौहीन दहशत हर शय उन्होंने जवाब इतना सोहना है उन्हें आख्या मैं भी किसी का कुत्ता हाँ जे मैं ਉਹਦਾ ਵਫਾਦਾਰ ਰਹਾਂ ਤੇ ਮੇਰੀ ਦਾੜੀ ਦੇ ਵਾਲ ਚੰਗੇ ਹਨ ਜੇ ਨਾ ਰਹਾਂ ਤੇ ਤੇਰੇ ਕੁੱਤੇ ਦੀ ਪੂਛ ਚੰਗੀ ਉਹ ਬਿਲਕੁਲ ਹਲ ਗਿਆ ਉਹਨੂੰ ਇਸ ਗੱਲ ਦੀ ਤਵੱਕੂ ਹੀ ਕੋਈ ਨਾ ਹੈ ਉਹਨਾਂ ਆਖਿਆ ਕਿ ਤੂੰ ਕਿ ਹੈ ਜਾਂ ਨਹੀਂ ਇਹਦੀ ਕੋਈ ਹਸੀਅਤ ਹੀ ਕੋਈ ਨਹੀਂ ਮੈਂ ਆਪਣੇ ਸੱਚ ਤੇ ਕਾਇਮ ਰਹਿਣਾ ਜਾਂ ਨਹੀਂ ਰਹਿੰਦਾ ਅਸਲ ਗੱਲ ਇਹ ਹੈ ਉਹ ਮੈਂ ਸੱਚ ਤੇ ਕਾਇਮ ਰਹਿਣਾ ਜਿਵੇਂ ਬੁੱਲੇ ਸ਼ਾਹ ਨੇ ਆਖਿਆ ਬੁੱਲਿਆ ਰੱਬ ਕਹੋ ਨਾ ਕਹੋ ਆਈ ਸੂਰਤ ਤੋਂ ਸੱਚਾ ਰਹੋ ਉਹ ਹਲ ਗਿਆ ਉਸ ਆਖਿਆ ਇਹ ਤਾਂ ਕੋਈ ਹੋਰ ਚੀਜ਼ ਹੈ ਜਿਹੜਾ ਮੈਂ ਸਵਾਲ ਕੀਤਾ ਹੈ ਉਹ ਤੋਂ ਪਲਟਾ ਕੇ ਇਹਨੂੰ ਚੀਜ਼ ਕੋਈ ਹੋਰ ਬਣਾ ਦਿੱਤਾ ਪਹਿਲਾ ਸਵਾਲ ਤੇ ਆਪਣੇ ਆਪ ਨੂੰ ਵੇਖਣਾ ਦੂਏ ਨੂੰ ਵੇਖਣਾ ਕਿ ਸੱਚ ਕੇ ਹੈ ਕਿਸ ਤੇ ਚੱਲਣਾ ਉਹਨੇ ਉਹਨਾਂ ਨੂੰ ਚਾਹ ਕੇ ਨਾਲ ਘੋੜੇ ਤੇ ਬਾਹ ਲਿਆ ਉਹ ਸਾਰੇ ਤੁਸੀਂ ਮੇਰੇ ਨਾਲ ਆ ਵੰਜੋ ਉੱਥੋਂ ਮੁਸਲਮਾਨ ਹੋਇਆ ਉਸ ਤੋਂ ਬਾਅਦ ਇਹ ਮੰਗੋਲ ਸਾਰੇ ਉਹਨੂੰ ਕਾਫੀ ਆਪਣੇ ਕਬੀਲੇ ਨਾਲ ਬਾਕੀਆਂ ਦੇ ਨਾਲ ਆਡਾ ਲਾਉਣਾ ਪਿਆ ਲੇਕਿਨ ਉਹ ਤਬਦੀਲ ਹੋਏ ਮੇਰੇ ਆਖਣ ਦਾ ਮਤਲਬ ਇਹ ਕਿ ਜੇ ਜੀ ਇਹ ਤੁਸੀਂ 골ਡਨ ਹੋਰਡ ਵਾਲੇ ਦੀ ਗੱਲ ਕਰ ਰਹੇ ਹੋ ਜਿਹੜਾ 골ਡਨ ਹੋਰਡ ਵਾਲਾ ਹੀ ਮੁਸਲਮਾਨ ਹੋਇਆ ਹੈ ਜਿਹਨੇ ਆਪਣੀ ਕਿੰਗਡਮ ਬਣਾਈ ਹੈ 골ਡਨ ਹਾਂ ਹੋਰਡ ਹਾਂ ਉਹ ਮਤਲਬ ਉਹਨਾਂ ਦਾ ਉਹਦਾ ਨਾਂ ਤਗੋਦਾਰ ਖਾਨ ਹੈ ਜਿਹੜਾ ਮੈਂ ਪੜ੍ਹਿਆ ਕਿਤਾਬਾਂ ਦੇ ਵਿੱਚ ਤੇ ਉਹ ਤਗੋਦਾਰ ਖਾਨ ਹੈ ਉਹਦੀ ਔਲਾਦ ਦੇ ਵਿੱਚੋਂ ਤੇ ਇਹ ਜਿਹੜੇ ਹਨ ਦਰਵੇਸ਼ ਇਹਨਾਂ ਦਾ ਜ਼ਿਕਰ ਲਿਖਿਆ ਉਂਝ ਨਹੀਂ ਹੈ ਮੈਨੂੰ ਆਪ ਪਤਾ ਚੱਲਿਆ ਮੈਂ ਮੁਲਤਾਨ ਗਿਆ ਪੀਰ ਸ਼ਮਸ ਦੇ ਰੋਜ਼ੇ ਤੇ ਉਹਨਾਂ ਨੇ ਜ਼ਿਕਰ ਕੀਤਾ ਜਿਹੜੇ ਉਹਨਾਂ ਦੇ ਮੁਤਵੱਲੀ ਹੋਣ ਇੱਥੇ ਤਗੋਦਾਰ ਖਾਨ ਉਹਨਾਂ ਨੂੰ ਇੱਥੇ ਛੋੜਨ ਆਇਆ ਹੈ ਮੁਲਤਾਨ ਤੱਕ ਉਹਨਾਂ ਦੇ ਨਾਲ ਆਇਆ ਇਹ ਮੇਰਾ ਅੰਦਾਜ਼ਾ ਹੈ ਇਹਦੇ ਬੇਸ਼ੁਮਾਰ ਰਿਵਾਇਤਾਂ ਹੋ ਸਕਦੀਆਂ ਲੇਕਿਨ ਕਹਾਣੀ ਦਾ ਮਕਸਦ ਇਹ ਹੁੰਦਾ ਇਹ ਦੱਸਣਾ ਕਿ ਉਹ ਇੱਕ ਸ਼ੈ ਦਾ ਦੂਜੀ ਸ਼ੈ ਨਾਲ ਤਲੁਕ ਕੇ ਬਣਦਾ ਤੇ ਕਈ ਸੂਰਤ ਵਿੱਚ ਹੀ ਬੰਦਾ ਇਤਨਾ ਹੀਣਾ ਜਾਂ ਨਿਮਾਣਾ ਨਹੀਂ ਹੁੰਦਾ ਕਿ ਗੱਲ ਨਾ ਕਰ ਸਕੇ ਤੇ ਗੱਲ ਕਰਕੇ ਫਰਕ ਨਾ ਪਾ ਸਕੇ ਉਹ ਜਿਹੜਾ ਹੈ ਸਾਡਾ ਕਮਜ਼ੋਰ ਹੋ ਗਿਆ ਸਾਡੀ ਇਹ ਅਹਲੀਅਤ ਗੱਲ ਕਰਨ ਦੀ ਗੱਲ ਕਰਕੇ ਰਸਤਾ ਕੱਢਣ ਦੀ ਇਹ ਥੋੜ ਸਾਡੇ ਅੰਦਰ ਹੈ ਕਿਉਂਕਿ ਜੇ ਫੌਜੀਆਂ ਨਾਲ ਵੀ ਬਹਿਸ ਹੁੰਦੀਆਂ ਸਿਆਸਤਦਾਨਾਂ ਨਾਲ ਵੀ ਬਹਿਸਾਂ ਹੁੰਦੀਆਂ ਉਹ ਠੀਕ ਹੈ ਆਪਣੀ ਗੱਲ ਅਸਾਂ ਉਹਨਾਂ ਨੂੰ ਆਦਰ ਆ ਵੀ ਗਲਤ ਹੈ ਉਹ ਸਾਨੂੰ ਆਦਰ ਗਲਤ ਇਹ ਤਾਂ ਗੱਲ ਨਹੀਂ ਨਾ ਗੱਲ ਇਹ ਕਿ ਜੋ ਹੁਣ ਕੀ ਹੁੰਦਾ ਪਿਆ ਤੇ ਇਹ ਨਾ ਹੋਵੇ ਤਾਂ ਇਹਦਾ ਮੁਤਬਾਦਲ ਕਿਉਂ ਹੋਣਾ ਚਾਹੀਦਾ ਉਹਦੇ ਉੱਤੇ ਗੱਲ ਹੋਣੀ ਚਾਹੀਦੀ ਉਹ ਹੁਣ ਮਿਸਾਲ ਤੌਰ ਤੇ ਇੱਥੇ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਚਾਹੁੰਦਾ ਜਿਹੜੀ ਸ਼ਾਹਰੁਖ ਰਫੀ ਖਾਨ ਨੇ ਗੱਲ ਕੀਤੀ ਹੈ ਉਸ ਤੋਂ ਬਾਅਦ ਸਭ ਕੁਝ ਲੈਂਦੇ ਹਾਂ ਉਸ ਆਖਿਆ ਜੀ ਕਿ ਜਿਹੜੇ ਇਹ ਫਾਊਂਡੇਸ਼ਨਾਂ ਬਣੀਆਂ ਹੋਈਆਂ ਹਨ ਫੌਜ ਜਿਹੜੀ ਬਣਾਈਆਂ ਹਨ ਉਹ 200 ਅਰਬ ਰੁਪਏ ਸਬਸਿਡੀ ਦੀ ਸ਼ਕਲ ਵਿੱਚ ਲੈਂਦੀਆਂ ਹਨ ਹਕੂਮਤ ਤੋਂ ਹੁਣ ਇਹਦੇ ਦੋ ਸਵਾਲ ਹਨ ਉਹਨਾਂ ਨੂੰ ਲੜਨ ਦੀ ਲੋੜ ਨਹੀਂ ਹੈ ਉਹਨਾਂ ਕੋਲ ਇਹਨਾਂ ਸਵਾਲਾਂ ਦੇ ਜਵਾਬ ਪੁੱਛਣ ਦੀ ਲੋੜ ਹੈ ਪਹਿਲੀ ਗੱਲ ਇਹ ਹੈ ਕਿ ਅਗਰ ਤੁਸੀਂ 100 ਰੁਪਏ ਦੀ ਸ਼ੈ ਬਣਾ ਕੇ 50 ਰੁਪਏ ਦੀ ਵੇਚਦੇ ਪਏ ਹੋ ਤਾਂ ਤੁਸੀਂ ਮੁਲਕ ਨੂੰ ਕੀ ਫਾਇਦਾ ਪਹੁੰਚਾਉਂਦੇ ਪਏ ਹੋ ਤੇ ਫੌਜੀਆਂ ਨੂੰ ਕੀ ਫਾਇਦਾ ਪਹੁੰਚਾਉਂਦੇ ਪਏ ਹੋ 200 ਅਰਬ ਸਬਸਿਡੀ ਲਾਉਣ ਦਾ ਮਤਲਬ ਹੈ ਕਿ ਚੀਜ਼ ਤੁਸੀਂ ਮਹਿੰਗੀ ਬਣਾਉਂਦੇ ਪਏ ਹੋ ਤੇ ਸਸਤੀ ਵੇਚਦੇ ਪਏ ਹੋ ਤੁਹਾਡਾ ਖਰਚਾ ਪੈਦਾਵਾਰ ਕਰਕੇ ਬਾਜ਼ਾਰ ਵਿੱਚ ਵੇਚ ਕੇ ਪੂਰਾ ਨਹੀਂ ਹੁੰਦਾ ਉਹ ਜਿਹੜੀ ਤੁਸੀਂ ਫੈਕਟਰੀਆਂ ਫਾਊਂਡੇਸ਼ਨਾਂ ਲਾ ਲਈਆਂ ਹਨ ਉਹਦੇ ਬਾਵਜੂਦ ਉਹ ਇਤਨੇ ਘਾਟੇ ਦਾ ਸੌਦਾ ਕਰਨੀਆਂ ਪਈਆਂ ਕਿ ਤੁਹਾਨੂੰ 200 ਅਰਬ ਮੁਲਕ ਚਲਾਉਣਾ ਪੈਂਦਾ ਉਹਨਾਂ ਕੋਲ ਤੁਸੀਂ ਘਾਟੇ ਦਾ ਸੌਦਾ ਕਿਉਂ ਕਰਾਂਦੇ ਹੋ ਜਿਨ੍ਹਾਂ ਨੂੰ ਕਾਰੋਬਾਰ ਕਰਨ ਦਾ ਵਾਲਾ ਹੁੰਦਾ ਉਹਨਾਂ ਨੂੰ ਦਿਓ ਨਾ ਤੁਹਾਡੇ ਜਿਹੜਾ ਕੰਮ ਹੀ ਨਹੀਂ ਇਹ ਸਭ ਤੋਂ ਅਹਿਮ ਸਵਾਲ ਹੈ ਕਿ ਜਿਹੜਾ ਹੈ ਨਾ ਨਾਨ ਮਿਲਟਰੀ ਪ੍ਰੋਬਲਮ ਜਿਹੜਾ ਗੈਰ ਫੌਜੀ ਮਸਲਾ ਉਹਨੂੰ ਫੌਜੀ ਤਰੀਕੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਫੌਜੀ ਮਸਲੇ ਨੂੰ ਫੌਜੀ ਤਰੀਕੇ ਨਾਲ ਹੱਲ ਕਰ ਸਕਦੇ ਤੇ ਅਗਰ ਕੋਈ ਸਿਆਸੀ ਮਸਲਾ ਜਾਂ ਕਾਰੋਬਾਰੀ ਮਸਲਾ ਉਹ ਫੌਜੀ ਮਸਲਾ ਕੋਈ ਨਹੀਂ ਤੇ ਜਿਹੜਾ ਮਸਲਾ ਫੌਜੀ ਨਹੀਂ ਹੈ ਗੈਰ ਫੌਜੀ ਮਸਲਾ ਉਹਨੂੰ ਫੌਜੀ ਮਸਲੇ ਨਾਲ ਕਿਵੇਂ ਹੱਲ ਕਰ ਸਕਦੇ ਕਾਰੋਬਾਰ ਦਾ ਕੰਮ ਹੈ 2 ਤੇ 2 ਨੂੰ 5 ਕਰਨਾ ਤੁਸੀਂ 2 ਤੇ 2 ਨੂੰ 3 ਕੀਤੇ ਹੁੰਦੇ ਹੋ 1 ਕੀਤੇ ਹੁੰਦੇ ਹੋ ਪਹਿਲਾ ਸਵਾਲ ਇਹ
उन्होंने को सिर्फ जवाब मंगो ना आखो जी ठीक है असा तो नायल हैं सिविलियन हैं या ब्लडी सिविलियन हैं या जो भी हैं सानू इस गल का जवाब दे। दूआ जो सवाल पैदा होता है यह सब तो अहम गल है सुमैया ते बाकी जो लोग बैठे हो कि सवाल ज़हन कायम करना सवाल करना सीखना क्योंकि सवाल ही साड़ी तंद जुड़ाता दूए लोगों के नाल। दूआ उन्होंने को यह जवाब है जी असें सब करेंगे हैं साडे मुसल्ला अफवाज के लोग हैं उन्होंने वो इस मुल्क की हिफाजत करेंगे बड़ी कुर्बानियां देंगे लड़ते हैं उन्हों की फलाह वास्ते वो रिटायर होंगे क्योंकि फौज का ये ऐसा पेशा वो 40-45 साल की उम्र अक्सर लोग रिटायर हो गए जिसले कम करने वाली उम्र होंगी है इतनी उम्र नहीं होती फौज का काम नहीं कर सकते लेकिन काम चाहिए होंगे उन्होंने असा उन्होंने वैलफेयर वास्ते उन्होंने फलाह वास्ते काम करेंगे। वो दो सवाल हो रहे हैं पहली गल ये कि तुम सिर्फ फौज की फलाह का सोचना है पूरे मुल्क की फलाह का सोचना पूरे मुल्क की फलाह इस वास्ते है कि खिसारे आले इदारे चलाए हुए या मुनाफे आले चलाए हुए। तो दूआ सवाल ये फौज मुल्क वास्ते बनी है मुल्क फौज वास्ते बने जो फौज मुल्क वास्ते बनी है तो उन्होंने अपने भले के अलावा बाकी सब का भला भी सोचना चाहिए। तो जो उन्होंने कारोबार का वल नहीं आता तो जिन्होंने कारोबार का वल आता उन्होंने करन देवें तो जो उन्होंने ख्याल है कि जो कारोबार करने वाले हैं वो सही उन्होंने रेगूलेट नहीं होंगे वो ज़ाब्तियां की पाबंदी नहीं करेंगे उन्होंने वेख चाक कोई नहीं तो वो काबलियत रखने वाले सिर्फ वो लोग हैं जो मुसल्ला फौज हैं बाकी सारे मुल्क के लोग नालायक हैं कोई मॉनिटरिंग का काम नहीं कर सकता वो उन्होंने करन दो जिन्हों का काम है उस दे निज़ाम को ठीक करो टैक्सेशन का है या डॉक्यूमेंटेशन थोड़ी नहीं है वो सारी कागज़कारी करो कागज़ों से लियाओ मुशत ਉਹਦੇ ਹੱਥ ਜੇ ਫੌਜ ਵਾਕਈ ਇਸ ਮਸਲੇ ਦਾ ਹੱਲ ਚਾਹੁੰਦੀ ਕਿ ਵੀ ਕੱਪ ਟੁੱਕ ਨਾ ਹੋਵੇ ਚੋਰ ਬਾਜ਼ਾਰੀ ਨਾ ਹੋਵੇ ਉਹਦਾ ਹੱਲ ਤੇ ਡਾਕੂਮੈਂਟੇਸ਼ਨ ਹੋਵੇ ਉਹਦਾ ਹੱਲ ਤੇ ਇਹ ਨਹੀਂ ਹੈ ਤੁਸੀਂ ਆ ਕੇ ਬੰਦੂਕ ਚਾ ਕੇ ਬਹਿ ਜਾਓ ਉਹ ਜਿਹੜੇ ਪੈਸੇ ਚਲੇ ਗਏ ਉਹ ਕਿੱਥੇ ਵਾਪਸ ਆਉਂਦੇ ਉਹਦੇ ਪਿੱਛੋਂ ਤੁਸੀਂ ਅਰਬਾਂ ਰੁਪਏ ਹੋਰ ਦੇ ਦਿੱਤੇ ਪਕੜਨ ਵਾਸਤੇ ਉਹਦੇ ਬਾਵਜੂਦ ਲੱਦਾ ਕੁਝ ਨਹੀਂ ਪੈਸੇ ਤੁਸੀਂ ਦੇ ਕੇ ਰੋਂਦੇ ਬੈਠੇ ਹੁਣ ਜਿਹੜਾ ਤਾਜ਼ਾ ਤਰੀਨ ਵਾਕਿਆ ਆਇਆ ਇੰਗਲੈਂਡ ਵਿੱਚ ਹੋਇਆ ये मेहरबानी करके सही सवाल चावना उस सवाल का मकसद किसी ने जीतना हारना कोई नहीं उस सवाल का मकसद होंगे रल के हल कढ़ना लेकिन सब तू औखा काम सब तू पोरे वाला काम है सही सवाल करना वो सवाल चावना कि क्यों होना चाहिए। इस तरह जो सियासी मामला है जदों ही फौज हुकूमत आती है साड़ी अयूब खान तो लैके जनरल मुशर्रफ तक होने तक वो सियासी जमात के बगैर चल ही नहीं सकती क्योंकि लोगों ने थाने कचहरी अदालत नौकरी शनाख्ती कार्ड के सारे काम कराने फौजी तो नहीं कर सकते वो अपने वहदे या लोकल बॉडी के बंदे को वहदे या MP या MNA को वहदे उन्होंने को वहदे उन्होंने को इतने बंदे ना उन्होंने इस काम का पता करना कि वो जो डेरादारी है डेरेदारी का काम साडा सियासतदान करें इस वास्ते ये भी फौजी काम कोई नहीं गैर फौजी काम है जो सियासत का फौज जोड़ा है गैर फौजी मसले में फौजी तरीके हल नहीं कर सकती ये उन्होंने पता है उन्हें समझाने की जरूरत है कि तुसा ये लत अड़ा के ना उन्होंने अपने तरीके काम कर देंगे ना थोड़े तरीके काम हो सकता है वो जो काम चलता पे उन्हें बिगाड़ देंगे। अगर तुहानू कोई मसला ये है कि भी गलत बंदे चुनी के आवें तो तुम वाकई बहु है लो तो नौकरी छोड़ दो तो आओ इलेक्शन लड़ो क्या अटके तुम बड़े मुल्क वो जो आप इलेक्शन लड़ना होंगे उन्होंने तो आदो कि ये जड़ा है डायनेस्टी सिस्टम है तो खानदानी गल तनकीद ठीक है लेकिन जो खुद इलेक्शन लड़ना हो तो कल आप बगैर किसी बंद मुकाबले खड़े तक किते रेफरेंडम करेंगे जे तुस आप ही उन्हें जमहूरियत की मिसाल कायम करेंगे तो बाद दूसरे सियासतदानों तो क्या शिकवा करेंगे जवाहर साहब ने रेफरेंडम किया अपने आप नाल ये भी नहीं आख्या जी मैं रेफरेंडम करो कि मैं होवां या ना होवां ये आख्या जी इस्लाम चाहते हो तो दसो अगर इस्लाम चाहते हो तो मेरे को वोट दो अगर इस्लाम नहीं चाहते तो वो दसो ये खुद तय कर लिया जी मैं इस्लाम नाफिज करने वास्ते आया
ਤੇ ਮੈਨੂੰ ਭੇਜੇ ਗਏ ਇਸ ਮਕਸਦ ਵਾਸਤੇ ਤੇ ਉਹ ਮੈਨੂੰ ਵੋਟ ਦੇਵਣਾ ਇਸਲਾਮ ਦੇਵਣ ਦਾ। ਜੇ ਤੁਸੀਂ ਆਪ ਸਿਆਸਤ ਜਿਹੜੀ ਹੋਣੀ ਰਾਏ ਕਾਇਮ ਕरें रिवायत कायम करें तो उस सियासतदान की एतराज करें ਇਹ ਅਸਲ ਉਹਨਾਂ ਕੋਲ ਸਵਾਲ ਚਾਵਣ ਦੀ ਲੋੜ ਹੈ ਕਿ ਜਿਹੜੇ ਗੈਰ ਫੌਜੀ ਕੰਮ ਹੈ ਨਾ ਉਹਦਾ ਫੌਜੀ ਤਰੀਕੇ ਨਾਲ ਹੱਲ ਨਹੀਂ ਹੋ ਸਕਦਾ, ਜਿਸ ਤਰ੍ਹਾਂ ਫੌਜੀ ਮਸਲੇ ਦਾ ਗੈਰ ਫੌਜੀ ਤਰੀਕੇ ਨਾਲ ਹੱਲ ਨਹੀਂ ਹੋ ਸਕਦਾ। ਫੌਜ ਦੇ ਵਿੱਚ ਮੇਜਰ ਕਰਨਲ ਬ੍ਰਿਗੇਡੀਅਰ ਉਹ ਇਲੈਕਸ਼ਨ ਦੇ ਜ਼ਰੀਏ ਨਹੀਂ ਚੁਣੇ ਬਣ ਸਕਦੇ, ਉਹ ਕਾਉਂਸਲਰ ਨਾਜ਼ਮ MP MNA ਹੋ ਸਕਦੇ। ਉਹ ਜਿਹੜਾ ਸਿਆਸੀ ਕੰਮ ਹੈ ਉਹ ਗੈਰ ਸਿਆਸੀ ਤਰੀਕੇ ਨਾਲ ਨਹੀਂ ਹੋ ਸਕਦਾ ਤੇ ਫੌਜੀ ਕੰਮ ਜਿਹੜਾ ਉਹ ਸਿਆਸੀ ਤਰੀਕੇ ਨਾਲ ਨਹੀਂ ਹੋ ਸਕਦਾ ਜਾਂ ਕਾਰੋਬਾਰੀ ਤਰੀਕੇ ਨਾਲ ਨਹੀਂ ਹੋ ਸਕਦਾ। ਉਹ ਜਿਵੇਂ ਮਸ਼ਹੂਰ ਹੈ ਕਿ ਉਹ ਕਾਰੋਬਾਰੀ ਜ਼ਹਿਨ ਜਿਹੜਾ ਹੈ ਉਹ ਇੱਕ ਬੰਦੇ ਕੋਲ ਕਿਸੇ ਨੇ ਪੁੱਛਿਆ ਹਾਂ ਵੀ ਦੋਜ਼ਖ ਵੈਸੇ ਨੇ जन्नत वैसे हो सके क़यामत दे जो तेन रब पूछे भी तू दोज़ख में दो हो सके भाई जिधर 2 पैसे ज्यादा मिल जाएगा उधर चला जाएगा। ਉਹ ਕਾਰੋਬਾਰ ਦੇ ਤੁਸੀਂ ਅਸੂਲ ਇਸਤੇਮਾਲ ਕਰ ਸਕਦੇ ਹੋ, ਫੌਜ ਨੂੰ ਚਲਾਉਣ ਵਾਸਤੇ ਉਹ ਅਸੂਲ ਇਸਤੇਮਾਲ ਨਹੀਂ ਕਰ ਸਕਦੇ। ਤੇ ਬੁਨਿਆਦੀ ਇਹ ਗੱਲ ਹੈ ਸਹੀ ਸਵਾਲ ਪੁੱਛਣਾ, ਸਹੀ ਮਾਮਲੇ ਤੇ ਬਹਿਸ ਕਰਨਾ ਤੇ ਉਹਨਾਂ ਨੂੰ ਆਖਣਾ ਜੀ ਤੁਸੀਂ ਜਵਾਬ ਲੱਭਣੇ ਤੁਸੀਂ ਸਾਡੇ ਨਾਲ ਸ਼ਾਮਿਲ ਹੋ, ਸਾਡੇ ਕੋਲ ਕੋਈ ਜਵਾਬ ਬਣਿਆ ਬਣਾਇਆ ਪੱਕਿਆ ਪਕਾਇਆ ਪਹਿਲੇ ਤੋਂ ਕੋਈ ਨਹੀਂ। ਠੀਕ ਹੈ ਜੀ। ਸਰ ਸਵਾਲ ਪੁੱਛਾਂ? ਹਾਂ ਜੀ ਬਿਲਕੁਲ ਬਿਲकुल। ਸਰ ਜੀ ਐਨਾਲੋਜੀਜ਼ ਅਗਰ ਹੋਣ ਨਾ ਬੰਦੇ ਨਾਲ ਕਿਸੇ ਹੋਰ ਮੁਲਕਾਂ ਦੀ ਤੇ ਫਿਰ ਕੁਝ ਹੱਲ ਸਮਝ ਆਉਂਦਾ ਹੈ, ਕਿਉਂਕਿ ਫਿਲਹਾਲ ਅਸੀਂ ਉਹਨਾਂ ਦੇ ਨਾਲ ਇੱਕ ਕੈਚ 22 ਵਿੱਚ ਫਸੇ ਜਾਂ ਮੈਕਸੀਕਨ ਸਟੈਂਡ ਆਫ ਵਿੱਚ। ਉਹ ਕਹਿੰਦੇ ਜੀ ਜਦੋਂ ਤੁਹਾਨੂੰ ਮੌਕਾ ਦਿੱਤਾ ਹੈ ਤੁਸੀਂ ਕਰਪਸ਼ਨ ਕਰਦੇ ਹੋ, ਕੁਝ ਆਪਸ ਵਿੱਚ ਲੜਦੇ ਹੋ, ਗੱਦਾਰੀਆਂ ਕਰਦੇ ਹੋ, ਤੇ ਅਸੀਂ ਇਹ ਰਿਸਕ ਨਹੀਂ ਲੈ ਸਕਦੇ ਕੌਮ ਦੇ। ਅਸੀਂ ਕੌਮ ਦਾ ਫਾਇਦਾ ਵੇਖ ਕੇ ਪਾਵਰ ਵਿੱਚ ਆਉਂਦੇ ਨੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਫਿਰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਚਲਾਉਂਦੇ ਹੋ। ਉਹ ਕਹਿੰਦੇ ਨਹੀਂ ਇਹ ਤੁਹਾਨੂੰ ਨਹੀਂ ਦੱਸਣਾ, ਕਿਉਂਕਿ ਉਹਨਾਂ ਦੇ ਕੋਲ ਬਹੁਤ ਅਜੀਬ ਕਿਸਮ ਦੇ ਸਿਸਟਮਸ ਹੈ। ਮਤਲਬ ਜਿਹੜੇ ਸੀਨੀਅਰ ਆਫਿਸਰਸ ਨੂੰ ਉਹ ਰਿਨਿਊਮਰੇਸ਼ਨ ਦਿੰਦੇ ਨੇ ਉਹ ਬਹੁਤ ਜ਼ਿਆਦਾ ਹੁੰਦੀ ਹੈ। ਮਤਲਬ ਹਰ ਸੀਨੀਅਰ ਆਫਿਸਰ ਅਰਬਪਤੀ ਬਣ ਕੇ ਰਿਟਾਇਰ ਹੁੰਦਾ ਹੈ ਤੇ ਉਹਦਾ ਕੋਈ ਸਿਵਿਲੀਅਨਸ ਨੂੰ ਕੋਈ ਅਕਾਊਂਟੇਬਿਲਿਟੀ ਨਹੀਂ ਦਿੰਦੇ ਹੋ। ਤੇ ਅਗਰ ਅਸੀਂ ਮਿਸਾਲ ਲਈਏ ਸਾਊਥ ਕੋਰੀਆ ਦੀ ਜਾਂ ਟਰਕੀ ਦੀ ਜਾਂ ਕੋਈ ਹੋਰ ਐਸਾ ਮੁਲਕ ਹੋਏ ਜਿੱਥੇ ਫੌਜ ਕੰਟਰੋਲ ਵਿੱਚ ਸੀ ਤੇ ਫਿਰ ਸਿਵਿਲੀਅਨਸ ਆ ਗਏ ਕੰਟਰੋਲ ਵਿੱਚ, ਇਹ ਸਾਡੇ ਲਈ ਕੋਈ ਫਾਇਦੇਮੰਦ ਹੁੰਦਾ ਹੈ ਅਗਰ ਅਸੀਂ ਉਹ ਐਗਜ਼ਾਮਪਲ ਲਈਏ ਤੇ ਉਹਨਾਂ ਦੇ ਨਾਲ ਉਸ ਐਗਜ਼ਾਮਪਲ ਦੇ ਤਹਿਤ ਗੱਲ ਕਰੀਏ? ਨਹੀਂ ਕਾਮਰਾਨ, ਪਹਿਲੀ ਗੱਲ ਇਹ ਹੈ ਉਹ ਮਿਸਾਲ ਨਾਲ ਗੱਲ, ਮਿਸਾਲ ਇੱਥੇ ਕਾਇਮ ਕਰਨੀ ਤੁਸੀਂ ਜੋ ਕਰਨੀ ਹੈ। ਉਹ ਅਕਸਰ ਜੀ ਤੁਰਕੀ ਵੱਖਰਾ ਹੈ, ਸਾਊਥ ਕੋਰੀਆ ਵੱਖਰਾ ਹੈ, ਉਹ ਗੱਲ ਨਹੀਂ ਹੈ। ਰਿਸ਼ਵਤ ਦਾ ਵੀ ਮਸਲਾ ਨਹੀਂ, ਮਸਲਾ ਇਹ ਹੈ ਕਿ ਮੁਲਕ ਦੇ ਅੰਦਰ ਜਿਹੜੇ ਵੱਖਰੇ ਵੱਖਰੇ ਕੰਮ ਆਉਂਦੇ ਹਨ ਉਹਨਾਂ ਨੂੰ ਚਲਾਉਣ ਦਾ। ਉਹ ਇਹ ਗੱਲ ਪਹਿਲੇ ਤੈਅ ਕਰਨ ਦੀ ਲੋੜ ਹੈ ਕਿ ਤੁਹਾਨੂੰ ਖਾਸ ਤਰ੍ਹਾਂ ਦੀ ਕਾਬਲੀਅਤ, ਸਲਾਹੀਅਤ, ਹੁਨਰ ਹੈ, ਤੁਸੀਂ ਸਿਰਫ ਉਹੀ ਕੰਮ ਕਰ ਸਕਦੇ ਹੋ, ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਅਹਿਲ ਹੋ। ਦੂਜਿਆਂ ਨੂੰ ਆਪਣਾ ਕੰਮ ਕਰਨ ਦਿਓ। ਉਹ ਕੰਮ ਤੁਸੀਂ ਕਰਨ ਦੇ ਜੇ ਆਪਣੇ ਤਰੀਕੇ ਨਾਲ ਨਾ ਕਰੇ ਸੋ ਉਸ ਕੰਮ ਨੇ ਵਿਗੜਨਾ ਹੈ। ਲੇਕਿਨ ਉਸ ਤੋਂ ਵੀ ਜਿਹੜੀ ਮੇਰੀ ਅਹਿਮ ਗੱਲ ਹੈ, ਇਹ ਤਾਂ ਬਹਿਸ ਉਹਨਾਂ ਨਾਲ ਚਲਦੀ ਰਹੀ ਸੀ। ਅਗਰ ਤੁਹਾਡੇ ਨਾਲ ਲੋਕ ਗੱਲਬਾਤ ਕਰਨ ਦੇ ਤਿਆਰ ਹੀ ਹੋ ਜਾਣ ਤਾਂ ਬੜੀ ਅੱਛੀ ਗੱਲ ਹੈ। ਉਹ ਸਿਰਫ ਪੁਆਇੰਟ ਸਕੋਰ ਕਰਨਾ ਨਹੀਂ ਹੈ, ਉਹਦੇ ਨਾਲ ਗੱਲ ਨਹੀਂ ਬਣਦੀ। ਉਹ ਤਾਂ ਅਗਰ ਸਿਰਫ ਪੁਆਇੰਟ ਜਿਹੜਾ ਹੈ ਉਹ ਨੰਬਰ ਬਣਾਉਣ ਵਾਲੀ ਗੱਲ ਹੋਵੇ ਤਾਂ ਬੜੀ ਸੌਖੀ ਹੈ ਜੀ। 10 ਸਾਲ ਅਯੂਬ ਖਾਨ ਹਕੂਮਤ ਵਿੱਚ ਰਿਹਾ, ਜ਼ਿਆਉਲ ਹਕ ਰਿਹਾ, ਮੁਸ਼ਰਫ ਰਿਹਾ, ਕਿਤਨੇ ਬੰਦੇ ਤੁਸੀਂ ਪਕੜੇ ਨੇ ਕਰਪਸ਼ਨ ਦੇ ਇਲਜ਼ਾਮ ਵਿੱਚ, ਕਿਤਨੇ ਬੰਦਿਆਂ ਤੇ ਸਾਬਿਤ ਹੋਇਆ? ਇੱਕ ਬੰਦਾ ਦੱਸ ਦਿਓ ਪੂਰੇ 30 ਸਾਲਾਂ ਵਿੱਚ। ਤੇ ਜਿਹੜੇ ਤੁਹਾਡੇ ਨਾਲ ਹਨ ਉਹ ਕੀ ਹੋ ਜਾਣ? ਉਹ ਗੱਲ ਨਹੀਂ ਹੈ। ਗੱਲ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲੇ ਆਖਿਆ ਕਿ ਸਾਡੀ ਪਹਿਲੇ ਲੜਾਈ ਜਿਹੜੀ ਹੈ ਨਾ, ਜਿਹੜਾ ਦਲੀਲ ਜਿੱਤਣੀ ਹੈ ਉਹਨਾਂ ਦੇ ਨਾਲ, ਉਹ ਜਿੱਤਣੀ ਹੈ ਆਪਣੀ ਗਲੀ ਵਿੱਚ, ਮੁਹੱਲੇ ਦੇ ਵਿੱਚ, ਆਪਣੇ ਦਫ਼ਤਰ 'ਚ, ਆਪਣੇ ਇਲਾਕੇ 'ਚ। ਜੇ ਮੈਂ ਨਿੱਕੀ ਲੜਾਈ ਲੜ ਕੇ ਜੀਤ ਨਹੀਂ ਸਕਦਾ ਤੇ ਮੈਂ ਵੱਡੀ ਲੜਾਈ ਤੇ ਜੀਤ ਨਹੀਂ ਸਕਦਾ ਨਾ। ਮਤਲਬ ਹੁਣ ਅਸਾਂ ਆਪਣੇ ਇਲਾਕੇ 'ਚ ਵੇਖੀਏ ਵੀ ਮੇਰਾ ਇਲਾਕਾ ਜਿਹੜਾ ਹੈ ਉਹ ਵਾਰਡ ਹੈ ਜਾਂ ਯੂਨੀਅਨ ਕਾਉਂਸਲ ਹੈ, ਉਹਦੇ ਸਕੂਲ ਕਿਤਨੇ ਬੰਦ ਪੈਣ, ਜਿਹੜੇ ਬੇਸਿਕ ਹੈਲਥ ਸੈਂਟਰ ਉਹ ਕਿਤਨੇ ਕੰਮ ਕਰਦੇ ਪੈਣ, ਪਾਣੀ ਦੀ ਸਕੀਮਾਂ ਕਿਤਨੀਆਂ ਬੰਦ ਪਈਆਂ,
ਸੈਨੀਟੇਸ਼ਨ ਦਾ ਜਿਹੜਾ ਹੈ ਉਹ ਕਿਤਨੇ ਪਾਣੀ ਖਲੋਤਾ ਹੋਇਆ ਹੈ ਛੱਪੜਾਂ ਦੇ ਵਿੱਚ, ਹਾਲਾਂਕਿ ਸੈਨੀਟੇਸ਼ਨ ਦਾ ਨਿਜ਼ਾਮ ਹੋ ਗਿਆ। ਇਹ ਜਿਹੜੇ ਟੁੱਟੇ ਬੰਨੇ ਪੈਣ ਕੰਮ, ਇਹ ਕਿਹੜੇ ਸਰਕਾਰੀ ਮਹਿਕਮੇ ਦੀ ਜ਼ਿੰਮੇਵਾਰੀ ਹੈ, ਕਿਹੜਾ ਅਫਸਰ ਹੈ, ਕਿਤਨਾ ਬਜਟ ਉਹਨਾਂ ਦੇ ਕੋਲ ਹੁੰਦਾ ਹੈ। ਜੇ ਉਹਨਾਂ ਨਾਲ ਮੈਂ ਬਹਿ ਕੇ ਬਰਾਬਰ ਦੀ ਗੱਲ ਨਹੀਂ ਕਰ ਸਕਦਾ, ਉਹਨਾਂ ਕੋਲ ਮੈਂ ਮਾਲੂਮਾਤ ਨਹੀਂ ਕਢਵਾ ਸਕਦਾ, ਉਹਨਾਂ ਨਾਲ ਮੈਂ ਰਾਹ ਨਹੀਂ ਕੱਢ ਸਕਦਾ, ਫੌਜੀਆਂ ਨਾਲ ਮੈਂ ਕਿਵੇਂ ਗੱਲ ਕਰ ਸਕਦਾ। ਪਹਿਲੀ ਗੱਲ ਇਹ ਹੈ, ਸਾਡੇ ਉਸਤਾਦ ਤੇ गुरु अन डॉक्टर अख्तर हमीद खान वो बड़ी सोहनी गल करेंगे, वो आते हैं जी हम मुसलमानों को मेगालोमेनिया है, हम अपनी गली और मोहल्ले का काम कर नहीं सकते, हम पूरी दुनिया को तब्दील करना चाहते हैं। वो पूरी दुनिया में जो तब्दील होने का काम है वो होना मेरा गली मोहल्ले मेरे घर तो है। बुनियादी गल ये है कि असां जेड़े सारे हैं, असां वो निक्की लड़ाई सादे छोटी लड़ाई मैं बड़ा वड्डा काम करना, जिवें इमरान खान साहब ने सोचा मैं वड्डा काम करना, पूरे मुल्क को तब्दील कर देना, मुल्क उंजे दा उंजे उत्ते बैठे होने, बाकी वो तरीके नाल काम करना। और पहली गल ये है कि ये शुरू करना कि निक्के काम नूं निक्का ना समझना, ये समझना सब तो वड्डा काम है, इत्थे सीखना मैं इत्थां हूं। जे तुसीं रिवायती सियासतदान दा ही वेखो ना, हजरत सैयद यूसुफ रज़ा गिलानी साहब या जितने सियासतदान हैं, पहला उन्होंने सियासत भी, हालांकि उत्थों का बड़ा रूहानी खानदान है, जिम्मेदार हैं, सियासतदान हैं, पहला इलेक्शन काउंसलर का लड़िया, काउंसलर लड़ के उस तो बाद चेयरमैन यूनियन काउंसिल, उस तो बाद मैंबर सूबाई असैम्बली, वत कौमी असैम्बली, वत वजीर, स्पीकर, वजीर आजम। अमरीका जी जड़ा होंदा है वो पहले सीधा बंदा सदर नहीं बनता, ओबामा एक एक्सेप्शन आई, नहीं तो पहले वो मकामी इलेक्शन लड़ते हैं, मकामी पार्लियामेंट आते हैं, उस तो बाद वो कोई गवर्नर बन गया, उस तो बाद वो सैनेटर बन गए, उस तो बाद वो सदर दे विच आंदे आम तौर पर। ओबामा ते ट्रंप ये दो एक्सेप्शन, ट्रंप तो बिल्कुल आउटसाइडर है सियासी निज़ाम का, वो मुल्क के खसूसी हालात हैं, लेकिन अमूमी जो तरीका ये है कि छोटी गल तो शुरू होती तो उत्ते बनती है। असा अपना आर्गूमेंट सिर्फ गलबात नाल नहीं जीत सकते, गलबात रावनी चाहिए जारी, अंगेज करने की कोशिश लाजमा रावनी चाहिए, दूए नूं गलबात लावण, कोई पता नहीं होता किसी ने तुहाडी समझ आवे, लेकिन असल साडा आर्गूमेंट है मैदान दे विच जिहड़ा असां काम करेंदे पे। हुण जिवें सानूं गैरत दे बारे नज़रियात है तो शर्म दे बारे ओहदे नाल लीडरशिप दे बारे भी ये सानूं नज़रिया मिलिया कि छोटा काम करना ये कोई लीडर का काम नहीं है, ओहदी शान के मुताबिक नहीं है। वड्डा लीडर हो जिहड़ा वड्डे काम करेंदा, लेकिन एक असां तवज्जो नहीं देंदे कि हर वड्डा लीडर पहले छोटे कामां तो करेंदा वध वड्डे कामां वाल। ये अहम गल है। चलिए जी अगों। जी हजूर। हाँ, मैं जिहड़ा अपने तजुर्बे की बुनियाद ते दस्सदा पिया, मतलब तुहाडे अपना सोचना वेखना, लेकिन मैं इस तरीके नाल वेखिया जिहड़े लोगों ने इस तरीके नाल गम शुरू किया। हाँ जी, ब्रेक कर लेने, हुणे कर लिए ब्रेक, चलो हुण ब्रेक कर लेने 10 मिनट दी, ते असां 12:08 ते आवे सन, 11:58 है, ठीक है जी। ते 10 मिनट बाद दोबारा शुरू कर सा, एक कामरान तो है दी रिकॉर्डिंग बंद कर देना, फिर दोबारा शुरू कर देना जिसले आ गई जी हो रही लेक्चर। अच्छा, ये तो कामरान साहब ने हुण करी, शुरू हुई है, हुण शुरू हुई। यस सर, सॉरी। ठीक है, चलो कोई गल नहीं। ਉਹ ਜਿਹੜੀ ਅਸਾਂ ਗੱਲਾਂ ਕੀਤੀਆਂ ਨੂੰ ਬਾਤ ਕहीं ਨਾ ਕहीं ਤਰੀਕੇ ਨਾਲ ਆ ਵੈਸਨ ਤੇ ਮੈਂ ਜਿਹੜਾ ਗੱਲ ਦੁਬਾਰਾ ਦੁਹਰਾ ਦੇਣਾ ਕਿ ਮੁਕਾਲਮਾ ਜਿਹੜਾ ਨਾ ਉਹ ਜੀਤਣ ਜਾਂ ਹਾਰਨ ਤੇ ਸੋਚ ਨਾਲ ਨਹੀਂ ਕੀਤਾ ਬਣ ਸਕਦਾ, ਉਹ ਹੋ ਹੀ ਨਹੀਂ ਸਕਦਾ। ਕਿਉਂਕਿ ਜੇ ਤੁਸੀਂ ਜੀਤਣ ਜਾਂ ਹਾਰਨ ਦੀ ਗੱਲ ਕਰੇ ਤਾਂ ਪਹਿਲੇ ਤੈਅ ਕਰ ਲਿਆ ਕਿ ਮੈਂ ਚੰਗਾ ਵੀ ਹਾਂ ਤੇ ਮੈਂ ਠੀਕ ਸਹੀ ਵੀ ਹਾਂ। ਬਾਅਦ ਮੁਕਾਲਮਾ ਕਿਹੜੀ ਗੱਲ ਦਾ ਹੋ ਸੀ? ਮੁਕਾਲਮਾ ਤਾਂ ਹੁੰਦਾ ਜੇ ਬੰਦਾ ਸੋਚੇ ਮੈਂ ਹੀ ਦੂਏ ਬੰਦੇ ਦੀ ਤਰ੍ਹਾਂ ਹਾਂ, मेरे अंदर भी बड़ी थोड़ा है, मैं भी कई गल ते गलत हो सकना, मैं भी कई नाल वादा कर सकना, इस वास्ते असां रल के राह कढना है ते इहदे दोवां दा भला होवे। जे वो जज्बा होवे तो रस्ता निकल सकता है, जे वो ना होवे तो वत संग फसे रहंदे वत रस्ता नहीं निकलदा।
ਇਸ ਵਾਸਤੇ ਜਿਹੜਾ ਰਸਤਾ ਕੱਢਣ ਦਾ ਤਰੀਕਾ ਉਹ ਇਹ ਕਿ ਅਸਾਂ ਆਪਣੇ ਤੇ ਦੂਜਿਆਂ ਦੇ ਨਾਲ ਦੂਜੇ ਨੂੰ ਆਪਣਾ ਹਿੱਸਾ ਸਮਝੀਏ ਕਿ ਅਸਾਂ ਸਮਝੀਏ ਕਿ ਦੂਜੇ ਦੇ ਜ਼ਰੀਏ ਮੈਂ ਅਧੂਰਾ ਹਾਂ, ਮੈਂ ਦੂਜੇ ਦੇ ਰਾਹੀਂ ਪੂਰਾ ਹੋਣਾ। ਜਿਹੜੇ ਪੂਰੇ ਹੋਣ ਦਾ ਰਸਤਾ ਹੈ, ਜਿਹੜਾ ਭਲਾਈ ਦਾ ਰਸਤਾ ਹੈ, ਸਭ ਦੀ ਭਲਾਈ ਦਾ, ਉਹ ਰਲ ਕੇ ਲੱਭਿਆ ਬਣ ਸਕਦਾ ਹੈ। ਕੋਈ ਇੱਕ ਬੰਦੇ, ਇੱਕ ਪਾਰਟੀ, ਇੱਕ ਲੀਡਰ ਉਹਦੇ ਹੱਥ 'ਚ ਕੋਈ ਨਹੀਂ, ਉਹ ਸਭ ਦਾ ਮਿਲ ਕੇ ਹੁੰਦਾ। ਇਹ ਗੱਲ ਹੋਈ ਹੈ। ਤੇ ਹੁਣ ਅਸੀਂ ਅੱਗੋਂ ਚੱਲਣੇ ਹਾਂ। ਪਹਿਲੇ ਮੈਂ ਤੁਹਾਨੂੰ ਜ਼ਿਕਰ ਕਰ ਦਿੱਤਾ ਹੈ ਕਿ ਦੋ ਮਸਲੇ ਹਨ ਜਿਹੜੇ ਫੌਜ ਦੇ ਮੁਆਸ਼ੀ ਕੰਮਾਂ ਦੇ ਵਿੱਚ ਹੱਥ ਪਾਉਣ ਨਾਲ ਪੈਦਾ ਹੋਏ। ਇੱਕ ਤੇ ਉਹਨਾਂ ਨੇ ਆਪਣੇ ਜਿਹੜੇ ਰਿਟਾਇਰ ਹੋਣ ਵਾਲੇ ਲੋਕ ਹਨ, ਜਵਾਨ ਹਨ ਜਾਂ ਅਫਸਰਾਨ ਹਨ, ਉਹਨਾਂ ਦੇ ਵਾਸਤੇ ਫਾਊਂਡੇਸ਼ਨ ਬਣਾ ਦਿੱਤੇ, ਮੈਨੂੰ ਉੱਥੇ ਨੌਕਰੀ ਮਿਲ ਵੰਜੇ। ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਹ ਖਿਸਾਰੇ ਚੱਲਦੇ ਪਏ, ਉਹ 200 ਅਰਬ ਰੁਪਏ ਦੀ ਸਬਸਿਡੀ ਲੈਂਦੇ ਹਨ। ਇਸ ਵਾਸਤੇ ਸਰ ਇਹ ਛੋਟਾ ਜਿਹਾ ਇੱਥੇ ਕੁਐਸਚਨ ਹੈ। ਜੀ ਜੀ ਜਿਹੜੀ ਤੁਸੀਂ 200 ਅਰਬ ਰੁਪਏ ਦੀ ਸਬਸਿਡੀ ਦੱਸ ਰਹੇ ਹੋ, ਜੀ ਇਹ ਜੀ ਤੁਸੀਂ ਕੋਟ ਕਰ ਰਹੇ ਹੋ ਨਾ ਸ਼ਾਹਰੁਖ ਰਫੀ ਖਾਨ ਦੀ ਕਿਤਾਬ? ਜੀ ਜੀ ਅੱਛਾ, ਉਹ ਤੇ ਹੁਣ ਸਰ ਲਿਖੀ ਗਈ ਹੈ 2011 ਵਿੱਚ। ਜੀ ਜੀ ਕਿਆ ਸਬਸਿਡੀ ਘਟ ਗਈ ਹੈ? ਇਨ ਦ ਮੀਨ ਟਾਈਮ ਸਾਡੇ ਕੋਲ ਲੇਟੈਸਟ ਡਾਟਾ ਵੀ ਤੇ ਕੋਈ ਨਹੀਂ, ਅਸੀਂ ਹਾਂ ਡੇਟਾ ਨਹੀਂ ਹੈ, ਲੇਕਿਨ ਇਹ ਬੁਨਿਆਦੀ ਹਲੇ ਵੀ ਮੈਂ ਸਬਸਿਡੀ ਮਿਲ ਰਹੀ ਹੋਣੀ। ਇੱਕ ਪੈਟਰਨ ਦੀ ਗੱਲ ਕਰਦਾ ਪਿਆ ਨਾ हाँ जी, ਕਿ ਇਹ ਜਿਤਨੇ ਇਦਾਰੇ ਹਨ ਉਹਨਾਂ ਦੇ ਬਣੇ ਹੋਏ ਉਹ ਸਬਸਿਡੀ ਤੇ ਚੱਲਦੇ ਹਨ। ਠੀਕ ਹੈ ਨਾ? यानी अगर DHA भी चल रहा है, वो भी सब्सिडी पे चल रहा है, फौजी फर्टिलाइजर भी सब्सिडी पे चल रही है। ਹਾਂ ਤੇ ਉਹ ਸਬਸਿਡੀ ਤੇ ਚੱਲਦੇ ਹਨ। ਤਾਂ ਸਬਸਿਡੀ ਤਾਂ ਹੈ, ਉਹ ਮਤਲਬ ਹੈ ਕਿ ਅਗਰ ਕਾਰੋਬਾਰ ਮੁਨਾਫਾ ਨਹੀਂ ਹੈ, ਅਗਰ ਆਪਣਾ ਘਾਟਾ ਤੁਸੀਂ ਪੂਰਾ ਕਰਨਾ ਹੈ, ਟੈਕਸ ਦੇਣ ਵਾਲਿਆਂ ਕੋਲ ਲੈ ਕੇ, ਤਾਂ ਤੁਸੀਂ ਕੰਮ ਨਾ ਕਰੋ, ਉਹਨਾਂ ਲੋਕਾਂ ਨੂੰ ਕਰਨ ਦਿਓ ਜਿਹੜਾ ਇਹਨੂੰ ਫਾਇਦੇ ਮੁਨਾਫੇ ਚਲਾਵਣ, ਉਹਦੇ ਟੈਕਸ ਨਾਲ ਤੁਹਾਨੂੰ ਵੱਧ ਫੌਜ ਨੂੰ ਮਿਲ ਵੈਸੀ। तो सर ये ते एक किस्म दी हो गई ना स्टेट ओन्ड एंटरप्राइज हो गई। ਜੀ ਜੀ लेकिन ये स्टेट ओन्ड एंटरप्राइज ਦੀ ਤੁਸੀਂ ਗਿਣਦੇ ਹੋ ਉਹਦੇ ਵਿੱਚ ਤੇ ਨਹੀਂ ਆਂਦੀ। ਕਿਹੜੇ ਨਹੀਂ, ਇਹ ਨਹੀਂ, ਇਹ ਫੌਜੀਆਂ ਦੀ ਉਹ ਹਨ ਵੈਲਫੇਅਰ ਫਾਊਂਡੇਸ਼ਨਸ ਹਨ। मैं समझ गया मैं गल समझ गया, लेकिन मैं कह रहा एक किस्म ਦੀ ਇਹ ਸਟੇਟ ਓਨਡ ਐਂਟਰਪ੍ਰਾਈਜ਼ ਬਣ ਗਈ ਨਾ ਜਦੋਂ ਤੁਸੀਂ ਉਹਨੂੰ ਸਬਸਿਡਾਈਜ਼ ਕਰਦੇ ਹੋ, ਅਗਰ ਖਸਾਰੇ ਉਹ ਜਾਂਦੇ। ਸਬਸਿਡੀ ਸਾਡੇ ਬਜਟ ਤੋਂ ਲੈਂਦੇ ਹਨ, ਲੇਕਿਨ ਉਹ ਪਬਲਿਕ ਸੈਕਟਰ ਹੀ ਨਹੀਂ ਹੈ, ਉਹ ਉਹਨਾਂ ਦੇ ਆਪਣੇ ਹੀ ਇੰਤਜ਼ਾਮ ਵਿੱਚ ਹੈ। ਨਹੀਂ, ਸਾਡੇ ਬਜਟ ਤੋਂ ਤੇ ਜਾਂਦੀ ਹੈ ਨਾ ਸਰ ਸਬਸਿਡੀ, ਇਹ ਮੈਂ ਕਹਿ ਰਿਹਾ। ਬਜਟ ਤੋਂ ਜਾਂਦੀ ਹੈ, ਲੇਕਿਨ ਪਬਲਿਕ ਸੈਕਟਰ ਦਾ ਤਾਂ ਹੋਏ ਨਾ ਕਿ ਜਿਹਦੇ ਵਿੱਚ ਕੋਈ ਸਿਵਿਲੀਅਨ ਦਾ ਕੰਟਰੋਲ ਹੋਵੇ। ਇਹ ਫੌਜੀਆਂ ਨੇ ਆਪਣੀ ਮੈਂ ਇਹੀ ਗੱਲ ਕਰ ਰਿਹਾ ਨਾ ਕਿ ਇਹ ਇਟ ਇਜ਼ ਅ ਕਾਈਂਡ ਆਫ ਸਟੇਟ ਓਨਡ ਐਂਟਰਪ੍ਰਾਈਜ਼, ਨਾਟ ਐਗਜ਼ੈਕਟਲੀ ਇਨ ਦ ਟਰੂ ਮਤਲਬ ਇਹ ਸਟੇਟ ਇੱਕ ਸਟੇਟ ਹੈ, ਇੱਕ ਪ੍ਰਾਈਵੇਟ ਹੈ। ਇਹ ਹੈ ਉਹਨਾਂ ਨੇ ਜਿਹੜੇ ਇਦਾਰੇ ਕਾਇਮ ਕੀਤੇ ਹਨ, ਉਹਨਾਂ ਦੀ ਕਾਨੂੰਨੀ ਹੈ ਵੈਲਫੇਅਰ ਫਾਊਂਡੇਸ਼ਨਸ, ਵੈਲਫੇਅਰ ਟਰਸਟ ਬਣਾਏ ਹਨ ਉਹਨਾਂ ਨੇ, ਜਿਹਨਾਂ ਵੱਲੋਂ ਇਦਾਰੇ ਚੱਲਦੇ ਹਨ। ਤੇ ਉਹ ਸਿਰਫ ਉਹ ਜਿਹੜੇ ਅਸੀਂ ਉਸੇ ਇਦਾਰਿਆਂ ਨੂੰ ਵੈਲਫੇਅਰ ਟਰਸਟ ਨੂੰ, ਉਹ ਸਟੇਟ ਦੇ ਇਦਾਰੇ ਨਹੀਂ ਹਨ। ਨਹੀਂ ਮੈਂ ਸਮਝ ਗਿਆ, ਲੇਕਿਨ ਮਿਲਦਾ ਤੇ ਉਹਨਾਂ ਨੂੰ ਗਵਰਨਮੈਂਟ ਤੋਂ ਹੀ ਹੈ ਨਾ ਸਰ। ਹਾਂ ਉੱਥੋਂ ਹੀ ਲੈਂਦੇ ਪੈਣ ਨਾ ਉਹਦੇ। ਇਹ ਗੱਲ ਕਰ ਰਹੇ ਨਾ ਸਰ ਕਿ ਉਹ ਗਵਰਨਮੈਂਟ ਤੋਂ ਹੀ ਲੈਂਦੇ ਨੇ, ਇਦਾਰੇ ਲੈਂਦੇ ਨੇ ਉਹ ਜਿਹੜੇ ਵੈਲਫੇਅਰ ਟਰਸਟ ਨੇ, ਔਰ ਫਿਰ ਵੈਲਫੇਅਰ ਟਰਸਟ ਅੱਗੇ ਡਿਸਾਈਡ ਕਰਦਾ ਹੈ ਕਿ ਅਸੀਂ ਫਰਟੀਲਾਈਜ਼ਰ, ਫੌਜੀ ਫਰਟੀਲਾਈਜ਼ਰ ਨੂੰ ਪੈਸੇ ਦੇਣੇ ਨੇ, ਇਹਨੂੰ ਦੇਣੇ ਨੇ, ਉਹਨੂੰ ਦੇਣੇ ਨੇ। ਮੈਂ ਉਹੀ ਆਖਦਾ ਪਿਆ ਨਾ, ਲੇਕਿਨ ਉਹ ਖਿਸਾਰੇ ਚੱਲਦੇ ਪੈਣ ਨਾ, ਖਿਸਾਰੇ ਵਿੱਚ ਚੱਲਦੇ ਪੈਣ। ਇਸ ਵਾਸਤੇ ਅਗਰ ਖਿਸਾਰੇ ਚਲਾਉਣਾ ਹੈ, ਹਾਂ ਜੀ, ਉਹਨਾਂ ਦੇ ਫਾਈਨੈਂਸ਼ੀਅਲਸ ਪਬਲਿਕਲੀ ਅਵੇਲੇਬਲ ਹੁੰਦੇ ਨੇ ਸਰ ਉਹਨਾਂ ਐਂਟਰਪ੍ਰਾਈਜ਼ਸ ਦੇ। ਇਹ ਜਿਨ੍ਹਾਂ ਨੇ ਲੈਣ, ਇਹਨਾਂ ਨੇ ਕੋਈ ਆਦਾਦ ਸ਼ੁਮਾਰ ਇਕੱਠੇ ਕੀਤੇ ਹਨ ਨਾ। ਹਾਂ ਨਹੀਂ, ਮੈਂ ਪੁੱਛ ਰਿਹਾ ਪਬਲਿਕਲੀ ਅਵੇਲੇਬਲ ਹਨ ਨੇ ਕਿ ਨਹੀਂ। ਦੇਖੋ ਨਾ, ਤੁਹਾਡੀ ਜਿਹੜੀ ਕਾਰਪੋਰੇਟਸ ਨੇ ਉਹਨਾਂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਆਉਂਦੀਆਂ ਨੇ, ਜੀ ਜੀ ਹਾਫ ਈਅਰਲੀ ਆਉਂਦੀਆਂ ਨੇ, ਜੀ ਤੇ ਵੰਡਰਿੰਗ ਕਿ ਇਹਨਾਂ ਦੀ ਵੀ ਫਾਈਨੈਂਸ਼ੀਅਲਸ ਆਉਂਦੇ ਨੇ ਕਿ ਨਹੀਂ ਆਉਂਦੇ। ਨਹੀਂ, ਜਿਸ ਵੇਲੇ ਨਾਨ ਗਵਰਨਮੈਂਟ ਬਣ ਗਏ ਨਾ, ਤਾਂ ਉਹ ਆਖ ਸਕਦੇ ਨੇ ਜੀ ਸਾਡਾ ਤੇ ਨਾਨ ਗਵਰਨਮੈਂਟ ਹੈ, ਅਸੀਂ ਇਹਨੂੰ ਜ਼ਾਹਿਰ ਨਹੀਂ ਕਰਨਾ, ਇਹ ਸਿਰਫ ਟਰਸਟੀਜ਼ ਤੇ ਉਹਨਾਂ ਲੋਕਾਂ ਨੂੰ ਅਸਰ ਕਰ ਸਕਦੇ। ਠੀਕ ਹੈ ਸਰ, ਠੀਕ ਹੈ ਨਾ। ਮੈਨੂੰ ਹੁਣ ਪਤਾ ਨਹੀਂ ਉਹ ਕरेंगे ਜਾਂ ਨਹੀਂ ਕरेंगे, ਲੇਕਿਨ ਬਹਰਹਾਲ ਇਹ ਹੈ ਕਿ ਉਹ ਇਤਨੇ ਅਰਬ ਰੁਪਏ ਲੈਂਦੇ ਨੇ ਸਾਡੇ ਟੈਕਸ ਦੇਣ ਵਾਲਿਆਂ ਤੋਂ। ਠੀਕ ਹੈ, ਤੇ ਜਿਹੜਾ ਉਹ ਕੰਮ ਕरेंगे ਉਸ ਕੰਮ ਚਲਾਉਣ ਦਾ ਵਾਲੇ ਨਹੀਂ ਆਉਂਦਾ, ਉਹ ਘਾਟੇ ਦੇ ਵਿੱਚ ਖੁਸਾਰੇ ਹੀ ਕੰਮ ਕरेंगे, ਤਾਂ ਕਿਉਂ ਕरेंगे? ਅਗਰ ਉਹਨਾਂ ਨੇ ਵੈਲਫੇਅਰ ਦਾ ਕੰਮ ਵੀ ਕਰਨਾ ਹੈ, ਉਹ ਵੈਲਫੇਅਰ ਦਾ ਜਿਹੜਾ ਨੂੰ
अगर कारोबारी इदारे वो काम करे सन तो बात पैदावार का काम ना करन, बराह रास्त वेलफेयर अपना ओदा कोई तरीका कड्ढन ते वेलफेयर फिर सिर्फ अपने नहीं सोचनी चाहिए, फौजियां दी पूरे मुल्क की सोचनी चाहिए। ये दो उसते इतराज हैं। लेकिन दूआ जेड़ा काम करेंदे एक तो चलाते पे ने इदारे जिन्होंने फलाही इदारे आखदे, जिहदे नाल तो उन्होंने कारोबार शुरू किते। अच्छा, कारोबार वो माली हिसाब नाल भी कामयाब नहीं ते दूआ क्वालिटी के हिसाब दे नाल भी। इन्होंने मिसाल तौर पर अस्करी वाटर शुरू कर दिता कि जी हर कोई पानी भी चाहता पे, असें पानी बेचिए। ते पाकिस्तान काउंसिल फॉर रिसर्च इन वाटर रिसोर्सेज दे विच अकरम कानू साहब होंदे चेयरमैन, उन्होंने 14 कंपनियां दी बोतलां चवा के एट रैंडम, मतलब कितों कोई कितों लै ले कितों ओदे लेबोरेटरी टेस्ट किया, ओदे असली वाटर्स भी उन्हें आखे ना सब दा आलूदा है पानी, मिलावट शुदा है। जेड़ी चीज़ दे पैसे लैंदे पैन विचेंदे पैन बना के वो इहदे विच है ही कोई नहीं, वो अखबार छप गया। फौजियां ने उन्होंने बड़ी तड़ियां छड़ियां लाइयां कि भाई तुसां जेड़ा है ये गलत छापे साढ़े उत्ते जेड़ा है साढ़े इदारे को बदनाम किया। उस आगे तुस अदालत जाओ जो मेरे नाल, मैं बोतल तुहाडी चाह के कोई काउंटर तो लै उस तो बाद चुप कर गए। तो माली लिहाज नाल भी इदारे कामयाब नहीं, कारोबारी तौर पर भी वो जरा क्वालिटी के हिसाब नाल भी वो कोई बेहतरीन इदारे कोई नहीं। तो भाई तुस क्यों ये कम करेंदे पे हो? दूआ जड़ा काम है वो है सब तो वड्डा इन्हां दा कारोबार है जमीनां दा। वो जमीनां भी क्योंकि जड़ा 1880 का अंग्रेज ने कानून बनाया होया है अपनी वफादारी कायम रखण दा, ਉਹਨੂੰ इस्तेमाल करके वो कोड़ियां दे बाद वो जमीन लै लैंदे हैं। वो जमीन लैके तो उसके उत्ते बाद रिहायशी स्कीमां शुरू कर देंदे हैं, या वड्डे अफसरान नूं चले गए जिवें अयूब खान दे जमाने ते 500 एकड़ दे दित्तियां जरनैलां नूं ते वड्डे अफसरां नूं हुण तक देंदे पे। ये तो मतलब है कि फौज दा सिलसिला तो मुसलसल जाहिर है कि पुराने फौजी वहदे रौने आमदे रौने। इस मुल्क को इतनी जमीन है कि मुसलसल देती रखे, ये हल है उन्हां दे मसले दा कि सस्ती लैके ये रेंट कलैक्शन है कि मतलब है तुसां इस वजह तो कि तुसां इतने साल नौकरी की है कि इदारे इस वास्ते तुहानूं हक मिल गया कि सस्ती जमीन तुहानूं ज़राअती मकसद वास्ते मिल वजे, रिहायशी मकसद वास्ते। ये उन्हां दे मसले दा हल कोई नहीं। तुसां मसले दा हल ऐसा कढना है कि जिस तरह मुसलसल तुसां दो वो ज़ातां ना पैदा करदे होए, एक उच्ची ज़ात एक नीची ज़ात है कि तुहानूं सस्तियां मिलन, कोड़ियां दे भाव शैवां मिलन, कोई रोक टोक ना होवे, कोई हिसाब किताब ना होवे, पुछ प्रतीत ना होवे, तुसां करिंदे रहो ते बाकी लोग आंदे रहन। वो लोगां ने जेड़ा है अज नहीं तो कल उस तो इनकारी होना है ते वो चल नहीं सकदा। ओहदे ना तुहाडा भला है ना मुल्क दा भला है ना वो बेहतरीन ओहदा हल है। ये जमीन दा बड़ा वड्डा इहदे उत्ते काम कीता आयशा सदीका दी किताब भी है मिलिटरी इंक, ओहदे विच जिक्र है ते इन्हें भी जिक्र किया कि जमीन जड़ा बड़ा वड्डा जरिया इहदा बनदा। अच्छा, दूआ ये है कि ओहदी मैं पहले गल हो चुकी है कि एहदी जवाबदेही एहदा हिसाब किताब एहदा वो खुला कोई नहीं कि लोग वेख सकन या सरकारी अफसरान ही वेख सकन कि जनाब एहदा कितनी पैदा करने पर आमदनी, कितनी पैदावार होंदी पई है, कितना खर्च होंदा पिया है, कितना मुनाफा है, कितना घाटा है। इनू एक इदारे दे तौर पर कायम रखना भी चाहिए या नहीं रखना चाहिए, ये बारे कोई नहीं। उन्हें सफा 5 का जिक्र किया है कि अगर तुसां चाहते हो कि पूरे मुल्क जरा कि फौजी जितने दफा ही आए हैं वो ये जवाब बना के जी करप्शन है। करप्शन का क्या हल है? करप्शन का यह हल है कि हर चीज़ जाहिर होनी चाहिए, किसी को हक नहीं होना चाहिए कि अपने हिसाब किताब वो लुका के रखे। कम से कम सरकारी इदारे जिन्होंने टैक्स असैसमेंट करनी है, टैक्स वसूल करना है, जोड़े इदारे जिन्हें टैक्स देने वाले पैसे तुहानूं देने हैं
ਉਹਨਾਂ ਦੇ ਸਾਹਮਣੇ ਤੁਹਾਡੀ ਕਿਤਾਬਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ। ਕਰਪਸ਼ਨ ਤਾਂ ਖਤਮ ਹੋ ਸਕਦੀ ਹੈ ਜੇ ਹਰ ਕਾਰੋਬਾਰੀ ਦੂਏ ਦੇ ਤਾਂ ਪਾਬੰਦੀ ਲਾ ਸਕਦੇ ਹੋ ਜੇ ਆਪਣੇ ਉੱਤੇ ਪਾਬੰਦੀ ਲਾਓ। ਜਿਹੜਾ ਡਾਕੂਮੈਂਟੇਸ਼ਨ ਦਾ ਨਾ ਹੋਣਾ ਸਾਡੇ ਮੁਲਕ 'ਚ ਉਹ ਚੋਰ ਬਾਜ਼ਾਰੀ ਦਾ ਸਭ ਤੋਂ ਵੱਡਾ ਜ਼ਰੀਆ ਹੈ ਤੇ ਉਹਦੀ ਵਜ੍ਹਾ ਤੋਂ ਤੁਸੀਂ ਕਿਸੇ ਨਾਲ ਕੋਈ ਹਿਸਾਬ ਕਿਤਾਬ ਕਰ ਹੀ ਨਹੀਂ ਸਕਦੇ, ਤੈਅ ਨਹੀਂ ਕਰ ਸਕਦੇ कि जायज़ जरिए तो पैसा कितना है, नाजायज़ जरिए तो पैसा कितना है। जिन्होंने मनी ट्रेल आते हैं तो खुरा नाप ही नहीं सकते कि भी इस बंदे को जिवें जनरल मुशर्रफ साहब बन आए हुकूमत दे उन्होंने बड़ी तारीफ हुई कि जनाब इन्होंने को सिर्फ एक प्लाट है, वो जनरल हैं उन्होंने को एक प्लाट है अपना, उन्होंने कोई जायदाद नहीं बनाई। तो जदों वो छोड़ के गए इस मुल्क की सदारत ਤੇ ਜਿਹੜੇ ਵਜ਼ੀਰ ਆਜ਼ਮ ਉਹਨਾਂ ਨੇ ਰੱਖਿਆ ਹੋਇਆ ਜਦੋਂ ਉਹ ਦਾਖਲ ਹੋਏ ਹਨ ਪਹਿਲੀ ਦਫਾ ਸ਼ੌਕਤ ਅਜ਼ੀਜ਼ ਸਾਹਿਬ ਪਾਕਿਸਤਾਨ ਆਏ ਤੇ ਬੜੀ ਅਖਬਾਰ ਖਬਰ ਛਪੀ ਕਿ ਜੀ ਉੱਥੇ ਉਹ ਕੁਝ ਚੀਜ਼ਾਂ ਲੈ ਕੇ ਆਏ ਤੇ ਉਹਨਾਂ ਨੇ ਉੱਥੇ ਉਹਨਾਂ ਕੋਲ ਪੁੱਛਿਆ ਕਸਟਮ ਵਾਲਿਆਂ ਕੋਲ ਕਿ ਇਹ ਕਸਟਮ ਡਿਊਟੀ ਕੀਤੀ, ਉਹਨੇ ਕਿਹਾ ਜੀ ਨਹੀਂ ਤੁਸੀਂ ਆ ਗਏ ਵਜ਼ੀਰ ਤੇ ਬਾਹਰੋਂ ਸਾਡੇ ਮੁਲਕ ਦੀ ਖਿਦਮਤ ਵਾਸਤੇ। ਉਹ ਸਕੇ ਨਹੀਂ, ਉਹਨਾਂ ਨੇ ਬਕਾਇਦਾ ਉਹਨਾਂ ਨੂੰ ਸਦਵਾ ਕੇ ਕਾਗਜ਼ਾਤ ਕਢਵਾ ਕੇ ਡਿਊਟੀ ਉਹ ਲਵਾਇਆ ਹਿਸਾਬ, ਉਸ ਤੋਂ ਬਾਅਦ ਉਹਨਾਂ ਆਖਿਰ ਡਿਊਟੀ ਦੇ ਕੇ ਨਿਕਲੇ। ਜਿਸ ਵੇਲੇ ਚਲੇ ਗਏ ਹੁਣ ਇਹ ਜਿਹੜੀ ਮੈਂ ਗੱਲ ਕਰਨ ਦਾ ਪਿਆ ਮੈਂ ਜ਼ਬਾਨੀ ਆਪਣੇ ਸੀਨੇ ਤੋਂ ਨਹੀਂ ਕੱਢਣ ਦਾ ਪਿਆ, ਇਹ ਫਰਾਈਡੇ ਟਾਈਮ ਵਿੱਚ ਛਪ ਚੁੱਕੀ ਹੈ ਕਿ ਦੋਵਾਂ ਨੇ ਯੂਰਪ ਦੇ ਇੱਕ ਬੈਂਕ ਆਈ ਉਹਦੇ ਵਾਸਤੇ ਬਿਡ ਕੀਤਾ ਦੋਵਾਂ ਨੇ ਰਲ ਕੇ ਉਸ ਬੈਂਕ ਨੂੰ ਖਰੀਦਣ ਵਾਸਤੇ। ਸਾਡੇ ਸਦਰ ਸਾਹਿਬ ਤੇ ਵਜ਼ੀਰ ਆਜ਼ਮ ਸਾਹਿਬ ਉਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਆਈ ਉਹ ਕਿਤਨੀ ਜ਼ਿਆਦਾ ਤਨਖਾਹ ਆਈ ਕਿ ਦੋਵਾਂ ਕੋਲ ਇਤਨਾ ਪੈਸਾ ਆ ਗਿਆ ਕਿ ਉਹਨਾਂ ਨੇ ਆਖਿਆ ਜੀ ਹੁਣ ਸਮਾਨ ਕੀ ਬੈਂਕ ਖਰੀਦ ਕਰੇ ਨਾ ਯੂਰਪ ਦੇ ਵਿੱਚ। ਜਿਹੜੇ ਤੁਹਾਡੇ ਕੋਲ ਜਿਹੜੇ ਵਸੀਲੇ ਆਉਣ ਨੇ, ਤੁਹਾਡੀ ਜਿਹੜੀ ਜਾਇਦਾਦ ਹੈ ਦੌਲਤ ਇਕੱਠੀ ਹੋ ਗਈ ਹੈ, ਜੇ ਉਹਦੀ ਤਨਖਾਹ ਤੁਹਾਡੀ ਤਨਖਾਹ ਉਹਦੀ ਵਜ਼ਾਹਤ ਨਾ ਕਰ ਸਕੇ ਜਾਂ ਜਿਹੜੀ ਤੁਹਾਡੇ ਕੋਲੋਂ ਜਾਇਦਾਦ ਹੈ ਉਹ ਉਹਦੀ ਵਜ਼ਾਹਤ ਨਾ ਕਰ ਸਕੇ ਆਮਦਨੀ ਦੇ ਜ਼ਰੀਏ ਤੇ ਉਹਦਾ ਇਹ ਮਤਲਬ ਹੈ ਤਾਂ ਹੀ ਮੁਮਕਿਨ ਹੈ ਡਾਕੂਮੈਂਟੇਸ਼ਨ ਨਾ ਹੋਵੇ। ਉਸ ਬੈਂਕ ਦਾ ਜੀ ਨਾਂ ਨਹੀਂ ਲਿਖਿਆ ਹੋਇਆ ਹੈ ਲੇਕਿਨ ਇਹ ਖਬਰ ਛਪੀ ਹੋਈ ਇਹ ਤਰ੍ਹਾਂ ਲਿਖਿਆ ਹੋਇਆ ਹੈ ਕਿ ਇੱਕ ਬੈਂਕ ਵਾਸਤੇ ਬਿਡ ਕੀਤਾ ਤੇ ਤੁਸੀਂ ਉਹ ਆਪਣੀ ਸਰਚ ਕਰ ਸਕਦੇ ਹੋ, ਪਤਾ ਕਰ ਸਕਦੇ ਹੋ। ਮੇਰੇ ਆਖਣ ਦਾ ਮਤਲਬ ਇਹ ਹੈ ਕਿ ਜਿਸ ਇੱਕ ਪਾਸੇ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ ਲੇਕਿਨ ਇਹਦੀ ਬੁਨਿਆਦ ਇਹ ਬਣਦੀ ਹੈ ਕਿ ਤੁਸੀਂ ਮੁਲਕ ਦੇ ਵਿੱਚ ਲੈਣ ਦੇਣ ਕਾਰੋਬਾਰ ਉਹਦੀ ਲਿਖਤ ਦਾ ਉਹਨੂੰ ਕਾਗਜ਼ਾਂ ਤੇ ਚੜਾਉਣ ਦਾ ਨਿਜ਼ਾਮ ਨਹੀਂ ਕਾਇਮ ਕੀਤਾ। ਉਹ ਸਭ ਵਾਸਤੇ ਹੋਣਾ ਚਾਹੀਦਾ, ਉਹਦੇ ਬਗੈਰ ਰਿਸ਼ਵਤ ਖਤਮ ਹੀ ਨਹੀਂ ਹੋ ਸਕਦੀ। ਉਹ ਜਿਹੜਾ ਵੀ ਆਉਂਦਾ ਇਹਨੂੰ ਬੁਨਿਆਦ ਬਣਾ ਕੇ ਆਉਂਦਾ ਜੀ ਮੈਂ ਰਿਸ਼ਵਤ ਖਤਮ ਕਰਨੀ। ਅਯੂਬ ਖਾਨ ਸਾਹਿਬ ਆਏ ਰਿਸ਼ਵਤ ਖਤਮ ਕਰਨ ਵਾਸਤੇ। ਸਰ ਉਹ ਇੱਕ ਹੋਰ ਗੱਲ ਵੀ ਜਦੋਂ ਉਹ ਗਏ ਤੁਸੀਂ ਤੇ ਇੱਕ ਪਲਾਟ ਦੀ ਗੱਲ ਕੀਤੀ ਹੈ ਨਾ, ਉਹ ਪਲਾਟ ਚੱਕ ਸ਼ਹਿਜ਼ਾਦ ਦਾ ਮਹਿਲ ਸਾਰੀ ਦੁਨੀਆ ਜਾਣਦੀ ਹੈ, ਫਿਰ ਇੱਥੇ ਕਰਾਚੀ ਉਹ ਫਿਰ ਸਰ ਦੇਖੋ ਇੱਕ ਬੜੀ ਇੱਕ ਬੁਨਿਆਦੀ ਜੀ ਗੱਲ ਹੈ ਜਿਹੜੀ ਇੱਥੇ ਲੋਕ ਪਤਾ ਨਹੀਂ ਕਿਉਂ ਰੇਜ਼ ਨਹੀਂ, ਮਤਲਬ ਸਾਰੇ ਸਮਝਦਾਰ ਨੇ ਲੇਕਿਨ ਉਹ ਸਮਹਾਉ ਦੇ ਕੈਨੋਟ ਮਤਲਬ ਉਹ ਕਰ ਨਹੀਂ ਸਕਦੇ, ਇਹਨੂੰ ਅਖਬਾਰ ਵਿੱਚ ਨਹੀਂ ਲਿਆ ਸਕਦੇ ਕਿ ਤੁਸੀਂ ਇੰਨੇ ਅਰਸੇ ਤੋਂ ਬਿਮਾਰ ਹੋ, ਉਹ ਬਾਹਰ ਦੇ ਮੁਲਕ ਵਿੱਚ ਤੁਹਾਡਾ ਇਲਾਜ ਚੱਲ ਰਿਹਾ, ਪਤਾ ਨਹੀਂ ਕਿੰਨਾ ਮਹਿੰਗਾ ਉਹ ਇਲਾਜ ਹੋਣਾ ਹੈ ਦੁਬਈ 'ਚ ਕਿ ਪਤਾ ਨਹੀਂ ਕਿੱਥੇ ਜੀ ਜੀ ਕਿਧਰੋਂ ਪੈਸੇ ਆ ਗਏ ਕਿ ਤੁਸੀਂ ਇੰਨੇ ਮਤਲਬ ਕੌਣ ਐਸਾ ਕੋਈ ਬੰਦਾ ਜਿਹੜਾ ਤੁਹਾਡੇ ਉਹ ਸਭ ਕੁਝ ਤੁਹਾਨੂੰ ਸਪੋਰਟ ਪਿਆ ਕਰਦਾ ਹੈ। ਇਹ ਇੱਕ ਬੜੀ ਬੁਨਿਆਦੀ ਜੀ ਚੀਜ਼ਾਂ ਨੇ ਲੇਕਿਨ ਮੈਂ ਬਾਜ਼ ਔਕਾਤ ਜਿਹੜੀ ਜਿਸ ਚੀਜ਼ ਤੋਂ ਜਿਹੜਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਫਰਸਟ੍ਰੇਟ ਹੋਣਾ ਉਹ ਇਹ ਹੈ ਕਿ ਤੁਹਾਡੇ ਬਹੁਤ ਪੜ੍ਹੇ ਲਿਖੇ ਲੋਕ ਔਰ ਇਹਨਾਂ ਦੀ ਫੈਟਰਨਿਟੀ ਦੇ ਲੋਕ ਸਾਡੇ ਰਿਸ਼ਤੇਦਾਰ ਮੇਰੇ ਦੋਸਤ ਐਕਸੈਕਟਰਾ ਉਹ ਇਹ ਚੀਜ਼ ਕਿਉਂ ਨਹੀਂ ਵੇਖਦੇ, ਫੌਰਨ ਜੰਪ ਮਾਰਦੇ ਹੋ ਕਿ ਜੀ ਨਵਾਜ਼ ਸ਼ਰੀਫ ਇੰਜ ਕਰ ਰਿਹਾ ਤੇ ਠੀਕ ਹੈ ਕਿ ਨਹੀਂ ਕਿ ਮੈਂ ਕੋਈ ਫੈਨ ਹਾਂ ਨਵਾਜ਼ ਸ਼ਰੀਫ ਦਾ ਜਾਂ ਕਿਸੇ ਹੋਰ ਸਿਆਸਤਦਾਨ ਦਾ ਕੋਈ ਨਾ ਵੱਡਾ, तो ये चीज वेख के क्यों नहीं है लोग असा उमर जेड़ी हल असा मैं गल करना पे वो तो सब वास्ते है ना कि डॉक्यूमेंटेशन सब दी होनी चाहिए, मतलब ये डॉक्यूमेंटेशन ही कोई नहीं तो तुम किसी को पकड़ किवें सकते हो, केस किवें बना सकते हो। जे हिसाब किताब ही कोई नहीं रखा हुआ, चाहे फौजी इदारे हों चाहे सिविलियन हों, तो मतलब जितनी हुकूमत आंदियां हैं वो कोई इस्लाम की गल करता है, कोई इंसाफ की गल करता है, कोई जमहूरीयत की गल करता है, कोई सोशलिज्म की गल करता है, लेकिन आदे ने लिख पढ़ जड़ा है कागजां ते चढ़ाना वो कोई गल नहीं करेंगे। ਇਹਦਾ मतलब कोई करना नहीं चाहता, उन्होंने तो नहीं किया लेकिन साढ़े शहरी में कोई ऐसे हैं इदारे जो जमहूरीयत जी है ना वो सिर्फ मुंतखब हुकूमत का नाम जमहूरीयत नहीं होता,
जमहूरीयत का मतलब है कि शहरियों के अपने बनाए हुए ऐसे इदारे होंगे बेशुमार। हुकूमत को बड़ी महदूद कुवत होती है, बड़ा महदूद वक्त होता है जी हुकूमत काम में चाहती है, इकतदार चाहती है। 20 करोड़ बंदा है तो वो 15-20 वजीर हैं या मुशीर हैं, वो किसी मुल्क की कितने केड़ी पट्टी रखन ते फंबा लावन। वो तो लोगों ने मिलके सारे रल मिल के करना होंगे ना। तो बुनियादी गल ये है कि यदि डॉक्यूमेंटेशन वास्ते ये ऐसी गल है जी सब तो अहम है करप्शन को खत्म करना। ये वास्ते ये साडा किसी के एजेंडे ते कोई नहीं, असा मुकावना है। तो वो एजेंडा है जी एक बात सब वास्ते एक सामे। पहली गल ये तो होनी चाहिए कि जनाब डॉक्यूमेंटेशन हो, वो सब के सामने होवे, ਉਹਨੂੰ ਲੁਕਾਉਣ ਦੀ ਕੋਈ ਬੁਨਿਆਦ ਨਹੀਂ ਹੋਣੀ ਚਾਹੀਦੀ, ਉਹ ਖੁੱਲ ਕੇ ਸਭ ਦੇ ਸਾਹਮਣੇ ਹੋਣੀ ਚਾਹੀਦੀ। ਉਸ ਤੋਂ ਬਾਅਦ ਉਹਦੇ ਕਾਨੂੰਨ ਦੀ ਅਮਲਦਾਰੀ ਹੋਣੀ ਚਾਹੀਦੀ। ਉਹ ਸਵਾਲ ਕਰਨਾ ਇਹ ਮਸਲਾ ਕਿਸੇ ਇੱਕ ਪਾਰਟੀ ਦਾ, ਇੱਕ ਬੰਦੇ ਦਾ, ਇੱਕ ਗਿਰੋਹ ਦਾ, ਇੱਕ ਸ਼ਖਸੀਅਤ ਦਾ, ਦੋ ਦਾ ਨਹੀਂ ਹੈ। ਇਹ ਸਾਡਾ ਸਭ ਦਾ ਸਾਂਝਾ ਮਸਲਾ ਹੈ, ਇਹਨੂੰ ਅਸਾਂ ਸਾਂਝਿਆਂ ਮਿਲ ਕੇ ਹੱਲ ਕਰਨਾ। ਉਹਦੀ ਵੱਡੀ ਬੁਨਿਆਦ ਇਹ ਹੈ ਸਾਡੀ ਮੁਲਕ ਦੀ ਡਾਕੂਮੈਂਟੇਸ਼ਨ ਨਹੀਂ ਹੁੰਦੀ। अगर कोई बंदा घाटा वादा कर देंदा जिसका काम है डॉक्यूमेंटेशन करना, वो ना करे, असा ਉਹਦੀ परवाह नहीं करेंगे। सानू आप ही अगर मौका मिलने असा दें चलो ठीक है, ये ਜਿਹੜਾ है मैनू फायदा मिल गया, नहीं करना चाहिए। ਇਹਦਾ ਸਾਡੀ ਆਦਤਾਂ ਦੇ ਨਾਲ, ਸਾਡੇ ਕਲਚਰ ਦੇ ਨਾਲ, ਸਾਡੇ ਰਹਿਤ ਬਹਿਤ ਦੇ ਤਰੀਕਿਆਂ ਨਾਲ ਹੈ। ਇਹ ਅਸਾਂ ਨੂੰ ਰਲ ਕੇ ਤਬਦੀਲ ਕਰਨਾ ਹੈ, ਸਭ ਤੋਂ ਅਹਿਮ ਗੱਲ। ਹੁਣ ਅਯੂਬ ਖਾਨ ਸਾਹਿਬ ਆਏ, ਮੈਨੂੰ ਯਾਦ ਹੈ ਆਂਦੇ ਜੀ हर हट्टी ਦੇ ਗੁਜਾਲੀਆਂ ਲਾ ਦਿਓ, ਅੰਦਰ ਮੱਖੀਆਂ ਨਾ ਵੰਜਣ, नालियां साफ करो, ये करो, चूना करो, ये वो सब ऐलान करता। ते नाल रिश्वत खत्म करन दा भी आए भी इस बुनियाद ते भी रिश्वत है ते जेड़ा बदनज़मी है ते ठीक नहीं चलता। वो चंद सालों के अंदर ही वद हबीब जालिब साहब ने वो नज़म लिखी कि ਜਿਹੜੀ 20 रुपए मन है आटा, इस पर भी है सन्ना आटा। दुआ शेर आई, गौहर सहगल आदम जी बने हैं बिरला और टाटा। उन्होंने पुत्र जड़ा है गौहर अयूब, वो जड़ा है बिरला के टाटा के मुकाबले च आ गया। तो मतलब तुम रिश्वत खत्म कराया, पहले ये तो दसो कि तुहाडा बाल जड़ा इतना वड्डा कारोबार गंदारा इंडस्ट्रीज का मालिक किवें हो गया कराची दे विच। इतने वड्डे कारोबार ਉਹਦੇ ਕਿਵੇਂ ਆ ਗਏ? ਕੋਈ ਕਾਰੋਬਾਰੀ ਜਮਾਂਦਰੂ ਉਹਨੂੰ ਕਾਰੋਬਾਰ ਦਾ ਵੱਲ ਲੰਮਦਾ ਹੈ ਜਾਂ ਕੋਈ ਪਿਓ ਦਾ ਤੇਰਾ ਕਾਰੋਬਾਰ ਹੈ ਜਿਹੜਾ ਉਹਨੇ ਅੱਗੋਂ ਵਧਾਇਆ ਹੈ, ਉਸ ਕੋਲ ਪੈਸੇ ਕਿੱਥੋਂ ਆ ਗਏ? ਉਹ ਕਾਗਜ਼ਾਂ ਤੇ ਚੜਾਉਣਾ ਜਿਹੜਾ ਹੈ ਨਾ ਡਾਕੂਮੈਂਟੇਸ਼ਨ, ਇਹ ਸਭ ਤੋਂ ਅਹਿਮ ਗੱਲ। ਉਹਦੇ ਉੱਤੇ ਕੰਮ ਕਰਨਾ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਕੋਈ ਨਹੀਂ, ਇਹ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਕੋਈ ਨਹੀਂ। ਜਿਸ ਚੀਜ਼ ਨੂੰ ਅਸਾਂ ਆਖਦੇ ਨਾ ਸਿਵਲ ਸੁਸਾਇਟੀ, ਸਾਡੀ ਜ਼ਬਾਨ ਦਾ ਲਫ਼ਜ਼ ਹੈ ਵਸੂ, ਇਹ ਵਸੂ ਦਾ ਕੰਮ ਹੈ। ਉਹ ਆਪਣਾ ਚੋਰਾਂ ਦਾ ਖੁਦ ਖੁਰਾ ਨੱਪੇ ਬਣ ਕੇ ਉਹਦੇ ਵਾਸਤੇ ਲੜੇ, ਉਹਦੇ ਵਾਸਤੇ ਗੱਲਬਾਤ ਕਰੇ। ਉਸ ਤੋਂ ਬਾਅਦ ਉਹਨੇ ਇਹ ਗੱਲ ਕੀਤੀ ਹੈ ਸਫਾ 11 ਤੇ, ਇਹਨੇ ਇਹਨਾਂ ਗੱਲਾਂ ਦੇ ਬਾਵਜੂਦ ਸਮਝਿਆ ਇਹ ਵੰਦਾ ਹੈ ਕਿ ਇਹ ਜਿਹੜਾ ਹੈ ਨਾ ਅਸਲ ਵਿੱਚ ਜਿਹੜੇ ਫੌਜੀ ਹਨ ਉਹਨਾਂ ਦੀ ਇੱਕ ਪੇਸ਼ਾਵਰਾਨਾ ਮਹਾਰਤ ਬੜੀ ਜ਼ਬਰਦਸਤ ਹੈ। ਇਸ ਵਾਸਤੇ ਉਹ ਸਿਵਲ ਦੇ ਮੁਕਾਬਲੇ 'ਚ ਬਿਹਤਰ ਕੰਮ ਕਰ ਸਕਦੇ। ਉਹ ਪਹਿਲੇ ਮੈਂ ਤੁਹਾਨੂੰ ਗੱਲ ਕਰ ਚੁੱਕਿਆ ਕਿ ਉਹਨਾਂ ਦੀ ਪੇਸ਼ਾਵਰਾਨਾ ਮਹਾਰਤ ਸਿਰਫ ਆਪਣੇ ਕੰਮ ਦੇ ਵਾਸਤੇ ਪੇਸ਼ਾਵਰਾਨਾ ਮਹਾਰਤ ਹੈ, ਦੂਏ ਕੰਮਾਂ 'ਚ ਉਹਨਾਂ ਦੀ ਪੇਸ਼ਾਵਰਾਨਾ ਮਹਾਰਤ ਕੋਈ ਨਹੀਂ। ਇੱਕ ਬੰਦਾ ਅਗਰ ਫਿਜ਼ਿਕਸ ਦਾ ਨੋਬਲ ਪ੍ਰਾਈਜ਼ ਹੋਵੇ ਉਹਨੂੰ ਸੰਸਕ੍ਰਿਤ ਪੜ੍ਹਾਉਣ ਵਾਸਤੇ ਤੁਸੀਂ ਨਹੀਂ ਲਾ ਸਕਦੇ ਕਿ ਜੀ ਤੁਸੀਂ ਬੜੇ ਮਾਹਿਰ ਹੋ ਆਪਣੇ ਕੰਮ ਦੇ। ਤੁਸੀਂ ਉਹਨੂੰ ਉਸੇ ਕੰਮ ਤੇ ਲੈਸੋ ਜਿਸ ਕੰਮ ਦਾ ਮਾਹਿਰ ਹੈ। ਇਹ ਬੁਨਿਆਦੀ ਅਸੂਲ ਇਹ ਕਰਨਾ ਜੀ, ਹਰ ਕੰਮ ਦੇ ਮਾਹਿਰ ਹਨ, ਹਰ ਕੰਮ ਦੇ ਮਾਹਿਰ ਕੋਈ ਨਹੀਂ। ਤੇ ਜਿਹੜੇ ਕੰਮ ਦੇ ਮਾਹਿਰ ਹਨ ਉਹਦੇ ਉੱਤੇ ਵੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਉਹਦੇ ਉੱਤੇ ਵੀ ਜ਼ਰਾ ਪਰਖ ਦੀ ਲੋੜ ਹੈ ਵੀ ਕਿਤਨੇ ਮਾਹਿਰ ਹਨ, ਕੀ ਕੀਤਾ ਹੁਣ ਤੱਕ, ਉਹ ਸਹੀ ਤਰੀਕੇ ਨਾਲ ਕੀਤਾ ਜਾਂ ਨਹੀਂ ਕੀਤਾ। ਉਹਦੇ ਉੱਤੇ ਵੀ ਅਗਰ ਉਹ ਇੱਕ ਮੁਲਕ ਦਾ ਇਦਾਰਾ ਹੈ, ਮੁਲਕ ਦੇ ਟੈਕਸ ਨਾਲ ਚੱਲਦਾ ਹੈ, ਤੇ ਵੱਧ ਮੁਲਕ ਦੇ ਲੋਕਾਂ ਦੇ ਅੱਗੋਂ ਉਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਉਹਦੇ ਸਭ ਦਾ ਭਲਾ ਹੈ। ਤੇ ਉਮਰ ਤੋਂ ਹੁਣ ਖਾਮ ਖਾ ਮੈਨੂੰ ਇਹ
ਹੁਣ ਵੀ ਬੜੇ 에ਅਰ ਮਾਰਸ਼ਲ ਆਏ ਇਹ ਐਗਜ਼ਾਮਪਲ ਬਹੁਤ ਕੋਟ ਕੀਤੀ ਜਾਂਦੀ ਹੈ ਹਾਂ ਕਿ ਟੌਪ ਦੀ ਈਅਰ ਮੈਂ ਸੱਚ ਤੇ ਜਾਣਬੁੱਝ ਕੇ ਫਲੋਟ ਕੀਤਾ ਹੈ ਕਿ ਇਹਦੇ ਦੀ ਵੀ ਥੋੜੀ ਰੋਸ਼ਨੀ ਪਾਓ ਜ਼ਰਾ। ਤੇ ਹੁਣ ਜਿਹੜੇ ਹਨ ਉਹ 에ਅਰ ਮਾਰਸ਼ਲ ਨਹੀਂ ਬੈਠੇ ਜਿਹਦੇ ਵਿੱਚ ਸਾਡੇ ਪਾਇਲਟਾਂ ਨੂੰ ਲੋਕਾਂ ਨੇ ਬੰਦ ਕਰ ਦਿੱਤਾ। ਨਹੀਂ ਸਰ ਆਈ ਐਗਰੀ ਲੇਕਿਨ ਮੈਂ ਕਹਿ ਰਿਹਾ ਕਿ ਉਹ ਕਦੇ ਕਦੇ ਇਹ ਬੜੀ ਐਗਜ਼ਾਮਪਲਸ ਕੋਟ ਕਰਦੇ ਨੇ। ਹਾਂ ਉਹਨਾਂ ਦੀ ਐਡਮਿਨਿਸਟ੍ਰੇਟਿਵ ਮਹਾਰਤ ਹੁੰਦੀ ਹੈ, ਕਾਰੋਬਾਰੀ ਮਹਾਰਤ ਕੋਈ ਨਹੀਂ ਕਾਰੋਬਾਰੀ ਇਦਾਰੇ ਨੂੰ ਚਲਾਉਣ ਦੀ, ਉਹਦਾ ਨਫਾ ਤਕਸੀਮ ਦੀ। ਉਹ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਛੋਟੀ ਜਿਹੀ, ਉਹ ਆਦੇ ਜੀ ਕਿ ਇੱਕ ਇਹ ਜੇ ਹੁੰਦਾ ਨਾ ਇੱਕ ਕਾਊਬॉय ਨੂੰ ਉਹ ਕਿਸੇ ਨੇ ਸਿਖਾਇਆ ਕਿ ਬਈ ਤੂੰ ਜਿਹੜਾ ਲੋਕਾਂ ਨਾਲ ਮਸ਼ਵਰੇ ਨਾਲ ਹਰ ਕੰਮ ਕਰਨਾ। ਹੁਣ ਕਾਊਬॉय ਹੁੰਦੇ ਜਿਵੇਂ ਸਾਡੇ ਫੌਜੀ ਦੇ ਤਸਵਰ ਕਾਊਬॉय ਦਾ ਉਹਨੇ ਤਸਵਰ ਕੋਈ ਬੰਦੂਕ ਨਾਲ ਹਰ ਚੀਜ਼ ਕਰਨੀ। ਉਹਨੇ ਸਾਰੇ ਇਕੱਠੇ ਕੀਤਾ ਲੋਕਾਂ ਨੂੰ ਗਰਾਂ ਨੇ ਗੱਲਬਾਤ ਕੀਤੀ, ਤਕਰੀਰ ਕੀਤੀ। ਉਸ ਤੋਂ ਬਾਅਦ ਉਹਨੇ ਪੁੱਛਿਆ ਐਨੀ ਕੁਐਸਚਨ, ਇੱਕ ਬੰਦੇ ਨੇ ਹੱਥ ਖੜਾ ਕੀਤਾ, ਉਹਨੇ ਬੰਦੂਕ ਕੱਢੀ ਠਾ ਕਰਕੇ ਆਦੇ ਐਨੀ ਅਦਰ ਕੁਐਸਚਨ, ਚੁੱਪ ਕਰਕੇ ਸਾਰੇ ਬੈਠੇ ਹੋਣਗੇ ਨੋ ਕੁਐਸਚਨ। ਇਹ ਇੱਕ ਤਰੀਕਾ ਹੱਲ ਕਰਨ ਦਾ, ਲੇਕਿਨ ਕਾਰੋਬਾਰੀ ਇਦਾਰੇ ਇਸ ਤਰੀਕੇ ਨਾਲ ਨਹੀਂ ਚੱਲਦੇ। ਨੂਰ ਖਾਨ ਸਾਹਿਬ ਦੇ ਜ਼ਮਾਨੇ ਕਿਤਨਾ ਚੱਲਦਾ ਆਈ, ਉਹ ਤਾਂ ਵਕਤ ਉਹਦਾ ਕੋਈ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਨਾ ਕਿ ਜਦੋਂ ਆਏ ਤੇ ਕਿਤਨਾ ਮੁਨਾਫੇ ਚ ਆਈ ਪੀ ਆਈ ਤੇ ਗਏ ਤੇ ਕਿਤਨੇ ਮੁਨਾਫੇ ਚ ਆਏ, ਫੈਸਲੇ ਕਿਵੇਂ ਹੋਏ। ਹੁਣ ਉਹ ਗੱਲ ਤੋਂ ਕੱਢਣ ਵਾਲੇ ਹੁਣ ਜਿਹੜੇ ਕਹਿੰਦੇ ਨੇ ਉਹਦੇ ਜੀ ਕਿ ਅਸਲ ਵਿੱਚ ਜਿਹੜੇ ਨੂਰ ਖਾਨ ਸਾਹਿਬ ਹਨ ਉਹ ਅੱਲਾ ਬਖਸ਼ੇ ਉਹ ਡਿਪਟੀ ਚੇਅਰਮੈਨ ਹਨ PIA ਦੇ, ਉਹਨਾਂ ਦੀ ਬੇਗਮ ਸਾਹਿਬ ਚੇਅਰਮੈਨ ਹਨ। ਉਹ ਸਾਰੇ ਹੁਕਮ ਉਹ ਜਾਰੀ ਕਰਦੇ ਹੁੰਦੇ। ਉਹ ਮਤਲਬ ਹੈ ਕਿ ਬੁਨਿਆਦੀ ਗੱਲ ਇਹ ਹੈ ਕਿ ਜਿਹੜਾ ਕਾਰੋਬਾਰੀ ਜਾਂ ਸਿਆਸੀ ਮਾਮਲਾ ਹੈ ਨਾ, ਉਹ ਗੈਰ ਕਾਰੋਬਾਰੀ ਤੇ ਗੈਰ ਸਿਆਸੀ ਤਰੀਕੇ ਨਾਲ ਹੱਲ ਨਹੀਂ ਹੋ ਸਕਦਾ। ਉਹਦੇ ਆਪਣੇ ਜਮਾ ਤਫਰੀਕ ਹੋਣੀ ਚਾਹੀਦੀ, ਉਸ ਦੀ ਬੁਨਿਆਦ ਤੇ ਹੋਣਾ ਚਾਹੀਦਾ। ਉਹ ਅਸੀਂ ਵੇਖ ਚੁੱਕੇ ਹਾਂ ਤੇ ਇਹ ਨਹੀਂ ਹੈ। ਹੁਣ ਜਿਹੜਾ ਹੈ ਅਗਰ ਉਹ ਚਲਦੇ ਹੋਣ ਤਾਂ ਉਹਨਾਂ ਕੋਈ ਸਬਸਿਡੀ ਦੀ ਲੋੜ ਨਹੀਂ ਹੈ ਕਿਸੇ ਪਾਸੇ। ਹੁਣ ਤੁਹਾਨੂੰ ਦੂਈ ਮਿਸਾਲ ਵੀ ਦੇ ਦੇਵੀਏ ਨੂਰ ਖਾਨ ਸਾਹਿਬ ਦੀ, ਕਾਊਂਟਰ ਰੈਫਰੈਂਸ ਜਿਸ ਨੂੰ ਆਖਦੇ ਨੇ। ਉਮਰ ਇਹ ਸਫਾ 12 ਤੇ ਜ਼ਿਕਰ ਕੀਤਾ ਉਹਨੇ, ਜਿਹੜਾ ਆਰਟੀਕਲ ਦਾ ਸਫਾ 11 ਹੈ ਲੇਕਿਨ ਜਿਹੜੀ ਉਹ ਮੈਂ ਤੁਹਾਨੂੰ ਫਾਈਲ ਭੇਜੀ ਉਹਦੀ ਸਫਾ 12 ਹੈ ਕਿ ਜਨਰਲ ਮੁਸ਼ਰਫ ਸਾਹਿਬ ਦਾ ਵੀ ਇਹੋ ਖਿਆਲ ਹੈ ਜਿਹੜੇ ਫੌਜੀ ਹਜ਼ਰਾਤ ਪੇਸ਼ ਕਰਦੇ ਨੇ ਕਿ ਫੌਜੀਆਂ ਤੋਂ ਬਿਹਤਰ ਪੇਸ਼ਾਵਰਾਨਾ ਮਾਹਿਰੀਅਤ ਦਾ ਕੋਈ ਬੰਦਾ ਨਹੀਂ, ਉਹਨਾਂ ਨੂੰ ਦੁਨੀਆ ਦੀ ਹਰ ਸ਼ੈ ਦੀ ਮਹਾਰਤ ਹੋ ਜਾਂਦੀ ਫੌਜ ਦੀ ਟ੍ਰੇਨਿੰਗ ਹਾਸਲ ਕਰਨ ਦਾ। ਇਸ ਵਾਸਤੇ ਪਾਕਿਸਤਾਨ ਕ੍ਰਿਕਟ ਬੋਰਡ ਵੀ ਉਹਨਾਂ ਨੇ ਹਵਾਲੇ ਕਰ ਦਿੱਤਾ, ਇੱਕ ਜਨਰਲ ਦੇ ਵਾਪੜਾ ਵੀ ਉਹਨਾਂ ਦੇ ਹਵਾਲੇ ਕਰ ਦਿੱਤਾ। ਤੇ ਜਿਹੜੇ ਉਹ ਜਨਰਲ ਸਾਹਿਬ ਆਏ ਤਾਂ ਉਹਨਾਂ ਦੇ 1999 ਤੋਂ 2003 ਦੇ ਦਰਮਿਆਨ ਜਿਹੜੇ ਡਿਸਟ੍ਰੀਬਿਊਸ਼ਨ ਲਾਸਸ ਹਨ ਉਹ 5.73% ਵੱਧ ਗਏ ਜਨਰਲ ਸਾਹਿਬ ਦੀ ਜ਼ੇਰ ਇੰਤਜ਼ਾਮ ਵਾਪਡਾ ਦੇ ਵਿੱਚ। ਇਸ ਤਰ੍ਹਾਂ ਤੁਹਾਨੂੰ ਹਰ ਇਦਾਰਿਆਂ 'ਚ ਤੁਹਾਨੂੰ ਅਦਾਦ ਸ਼ੁਮਾਰ ਮਿਲ ਵੈਸੇ। ਉਹ ਸਰ ਪਾਕਿਸਤਾਨ ਸਟੀਲ ਮਿਲ ਵਿੱਚ ਬੜੇ ਆਏ ਨੇ ਜੀ, ਬੁਰਾ ਰਹੇ ਨੇ, ਉਹ ਕੀ ਹਾਲ ਹੈ ਸਟੀਲ ਮਿਲ ਦਾ? ਸਟੀਲ ਮਿਲ ਹੈ। ਉਸ ਤੋਂ ਬਾਅਦ ਪਾਰਕੋ ਸਰ ਆਫ ਆਲ ਦ ਪਲੇਸਿਸ ਪਾਰਕੋ, ਕਿਉਂਕਿ ਉਹਦੇ ਵਿੱਚ ਹੁਣ ਇਹ ਸਾਡੇ ਸਿਆਸਤਦਾਨ ਤੇ ਫੌਜੀ ਸਾਡੀ ਜਿਹੜੀ ਅਸ਼ਰਾਫੀਆ ਦੋਹਾਂ ਦੀ ਇਹ ਇੱਕ ਜਿਹੜੀ ਹੈ ਸ਼ਾਰਟਕਟ ਦੀ ਜ਼ਿੰਦਗੀਅਤ ਕਿ ਜ਼ਾਹਿਰ ਹੈ ਚਾਹੇ ਤੁਸੀਂ ਫੌਜੀ ਹੋ ਤਾਂ ਤੁਸੀਂ ਸਾਬਕਾ ਫੌਜੀਆਂ ਨੂੰ ਨੌਕਰੀਆਂ ਦੇਣੀਆਂ, ਸਿਆਸਤਦਾਨ ਹੋ ਤੇ ਆਪਣੇ ਐਕਟਿਵਿਸਟ ਨੂੰ ਨੌਕਰੀਆਂ ਦੇਣੀਆਂ। ਉਹ ਸਟੀਲ ਮਿਲ PIA ਸਾਰੇ ਇਹਨਾਂ ਇਦਾਰਿਆਂ ਨੂੰ ਨਾ, ਸਰਕਾਰੀ ਇਦਾਰਿਆਂ ਨੂੰ, ਇਹਨਾਂ ਸਭ ਲੋਕਾਂ ਨੇ ਜਿਹੜੇ ਹਕੂਮਤ ਅੰਦਰ ਰਹੇ ਉਹ ਨੌਕਰੀ ਦਾ ਜ਼ਰੀਆ ਬਣਾ ਦਿੱਤਾ। ਜਿੱਥੇ ਇੱਕ ਬੰਦੇ ਦੀ ਲੋੜ ਹੈ ਉੱਥੇ 5 ਬੰਦੇ ਰੱਖ ਦਿੱਤੇ, ਉਹ ਖਿਸਾਰੇ ਚਲਾ ਗਿਆ। ਜਿਹੜੇ 5 ਬੰਦੇ ਬੈਠੇ ਹੁੰਦੇ ਸਾਰੇ ਸਿਫਾਰਸ਼ੀਆਂ, ਉਹ ਇੱਕ ਜਿਹੜਾ ਬੰਦਾ ਕੰਮ ਕਰਾਂਦਾ ਉਹਦੇ ਬਰਾਬਰ ਕੰਮ ਹੀ ਨਹੀਂ ਕਰਾਂਦੇ। ਲੇਕਿਨ ਬੁਨਿਆਦੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਨੂੰ ਨੌਕਰੀਆਂ ਦੇਣ ਦਾ ਰਸਤਾ ਕਿਹੜਾ, ਹੱਲ ਕੀ ਹੈ। ਉਹਦਾ ਤਰੀਕਾ ਇਹ ਹੈ ਕਿ ਕਾਰੋਬਾਰ ਕਰਨਾ ਸੌਖਾ ਬਣਾਓ, ਕਾਰੋਬਾਰ ਨੂੰ ਕਾਗਜ਼ਾਂ ਤੇ ਚੜਾਓ, ਟੈਕਸ ਦੇ ਨਿਜ਼ਾਮ ਨੂੰ ਸਾਦਾ ਕਰੋ, ਇਮਾਨਦਾਰੀ ਨਾਲ ਕੰਮ ਹੋਵੇ, ਬਾਹਰੋਂ ਵੀ ਸਰਮਾਇਆ ਆਵੇ, ਮੁਲਕ ਦੇ ਲੋਕ ਜਿਹੜੇ ਬਾਹਰ ਗਏ ਉਹ ਵੀ ਇੱਥੇ ਆ ਕੇ ਸਰਮਾਇਆ ਲਾਵਣ, ਪ੍ਰਾਈਵੇਟ ਸੈਕਟਰ ਦਾ ਸਾਈਜ਼ ਸਰਕਾਰ ਤੋਂ ਵੱਧ ਬਣੇ। ਅਮਰੀਕਾ 'ਚ ਕੋਈ ਆਪਣੇ ਸੈਨੇਟਰ ਕੋਲ ਜਾਂ ਕਾਂਗਰਸਮੈਨ ਕੋਲ ਨੌਕਰੀ ਮੰਗਣ ਨਹੀਂ ਆਉਂਦਾ, ਸਾਡੇ ਮੁਲਕ 'ਚ ਆਉਂਦਾ।
क्योंकि उत्थे प्राइवेट सैक्टर जिहड़ा इतना वड्डा है नौकरियां देवन के हिसाब नाल कि सरकारी जिहड़े शोबा है उसदी कोई नौकरी तो कोई हैसियत ही कोई नहीं। जो सरकारी शोबे जी मैरिट नाल होना है हर काम का हिसाब किताब, क्योंकि वो एक निज़ाम बने हुआ है तो निजी शोबे च। इस वास्ते उत्थे प्राइवेट सैक्टर हर कोई नौकरियां लभ्यां बाद वो तरीका समझदा भी इत्थे मैं किस तरीके नाल अपनी जगह बनाऊंगी। तो वो इस इन्हां इदारे की खसारे की एक वड्डी वजह हो गई कि हर किसी ने समझा कि यार अपने सिर दर्द घटाओ। जे कोई तुहाडे इलाके का बंदा आवे जे मेरा छोर या मेरी छोर पढ़ गई है ते हुण जी नौकरी चाहिए, उन्हें पर्ची ते लिख दिता या उन्हें फोन कर दिता है जो भी किया किसी तरीके नाल। और जिहड़ी यूनियन बनी उन्होंने अपने बंदे रखवाने शुरू कर दिते। वो मतलब है ना एक कारोबारी तरीके नाल सोचना, कारोबारी मसले दा हल वो होंदा है। तो इस तरीके नाल सोचना कि उस कारोबार दे नाल कारोबार करने वाले मिल वंजे कुछ ते जिहड़े काम करने वाले उन्होंने इस तरह लभे, उन्हें जिंदगी इतनी सौखी रहे कि वो भी दिल दे नाल काम करन, उसनूं अगों वधावन चढ़ावन। वो जिहड़ी तुसें दित्ती ओहदी उन्हें अगों मिसाल दे दित्ती है शाहरुख रफी ने वापडा दी भी ते क्रिकेट बोर्ड दी भी दे दित्ती ते कि वो तुस हर चीज़ दे माहिर नहीं होवेंदे। ते दूई गल उस तो बाद सफा 16 ते जिहड़ी गल कीती उन्हें बड़ी अहम शाहरुख ने, उन्हें आख्या कि मिलिट्री एलोकेशंस are often camouflaged under the head of some other ministry कि खर्चा फौज ते होंदा पिया जाहिर होंदा पिया कि किसी होर इदारे दा खर्चा है। उन्हें आख्या न्यूज़ इंटरनेशनल खबर छपी कि जनरल मुशर्रफ साहब ने 2001 विच जिहड़ी पेंशन फंड आई जिहड़ी पेंशन मिलदी है फौजियों को उन्होंने फौज के बजट तो कट के ते वो सिविलियन के बजट से पा Musharraf's administration removed military pensions from the military budget in 2001. They subsequently skyrocketed from rupees 26 billion in 2001 to rupees 76 billion in 2010 for the 3 million military retirees according to the Parliament Public Accounts Committee. This amounted to an average of rupees 24,000 per military retiree compared to 3,600 per civilian retiree. Civilian ਨੂੰ 3,600 ਤੇ ਜਿਹੜੇ ਫੌਜੀ ਰਿਟਾਇਰੀ ਹੁਣ 24,000 ਉਹ ਪੈਨਸ਼ਨ ਮਿਲਦਾ ਪਿਆ, ਲੇਕਿਨ ਉਹ ਜਿਹੜੀ ਪੈਨਸ਼ਨ ਹੈ ਉਹ ਫੌਜ ਦੇ ਖਾਤੇ ਤੋਂ ਨਿਕਲ ਕੇ ਸਿਵਲੀਅਨ ਖਾਤੇ ਚ ਆ ਗਈ। ਇਹ ਇੱਕ ਤਰੀਕਾ ਬਣ ਗਿਆ ਜ਼ਮੀਨ ਤੇ ਕਾਰੋਬਾਰ ਦੇ ਇਲਾਵਾ। लेकिन ਇਹਦੇ ਨਾਲ ਨੁਕਸਾਨ ਇਹ ਹੁੰਦਾ ਹੈ ਜਿਹੜਾ ਇੱਕ ਸਾਡਾ ਪੰਜਾਬੀ ਜਿਹਾ ਮੁਹਾਵਰਾ ਹੈ ਕਿ ਜਿਹੜਾ ਅਸਾਂ ਨਿਜ਼ਾਮ ਕਾਇਮ ਕਰ ਦਿੱਤਾ ਉਹ ਹੈ ਕਿ ਜਿਹੜੇ ਵਾੜ ਨੇ ਫਸਲ ਨੂੰ ਖਾਣਾ ਸ਼ੁਰੂ ਕਰ ਦਿੱਤਾ। ਵਾੜ ਦਾ ਕੰਮ ਹੁੰਦਾ ਫਸਲ ਨੂੰ ਬਚਾਉਣਾ, ਉਹਨੂੰ ਖਾਣਾ ਨਹੀਂ ਹੁੰਦਾ। ਜੇ ਉਹ ਫਸਲ ਮੁੱਕ ਵੈਸੀ ਤੇ ਵਾੜ ਦੀ ਲੋੜ ਹੀ ਕੋਈ ਨਾ ਰਹੀ। ਅਸਾਂ ਬਸ ਉਹ ਉਸ ਪਾਸੇ ਬਣ ਕੇ ਲੈ ਕੇ ਵੰਦੇ ਪਏ ਹਾਂ ਕਿ ਪਹਿਲੇ ਸਾਨੂੰ ਇੱਕ ਸਰਪ੍ਰਸਤੀ ਆਈ, ਹੁਣ ਉਹ ਸਰਪ੍ਰਸਤ ਚਲੇ ਗਏ ਤੇ ਵਾਸਾਂ ਕੋਈ ਨਵੇਂ ਸਰਪ੍ਰਸਤ ਲੱਭਣਾ ਵਾਸਤੇ ਸ਼ੁਰੂ ਕਰ ਦਿੱਤਾ। ਨਾਰੇ ਅਸਾਂ ਗੈਰਤ ਦੇ ਵੀ ਲੈਣੇ ਆ, ਆਜ਼ਾਦੀ ਦੇ ਵੀ ਲੈਣੇ ਆ, ਜਿਹਾਦ ਦੇ ਵੀ ਲੈਣੇ ਆ ਤੇ ਨਿਜ਼ਾਮ ਜਿਹੜਾ ਅਸਾਂ ਬਣਾਇਆ ਹੋਇਆ ਹੈ ਉਹਦੇ ਅਸਾਂ ਆਪਣੀ ਜਿਹੜਾ ਹੈ ਬਾਇਜ਼ਤ ਤਰੀਕੇ ਨਾਲ ਆਪਣੀ ਲੋੜਾਂ ਖੁਦ ਪੂਰੀ ਕਰਨ ਦਾ ਨਿਜ਼ਾਮ ਨਹੀਂ ਬਣਾਇਆ। ਇਹ ਅਸਾਂ ਸੋਚਦੇ ਪਏ ਹਾਂ ਕਿ ਸਿਰਫ ਚੰਦ ਲੋਕਾਂ ਦਾ ਜਿਹੜਾ ਭਲਾ ਹੈ ਉਹਨੂੰ ਬਾਕੀ ਲੋਕਾਂ ਦੇ ਭਲੇ ਨਾਲ ਜੋੜ ਕੇ ਨਹੀਂ ਵੇਖਦੇ ਪਏ। ਉਹ ਤਰਨਾ ਜਾਂ ਬੁੱਢਣਾ ਸਭ ਨੇ ਇਕੱਠੇ। ਜੇ ਬੇੜੀ ਦੇ ਵਿੱਚ ਤੁਸਾਂ ਇੱਕ ਪਾਸੇ ਬਹਿ ਵੰਜੋ ਬਾਹਰ ਚਾਹ ਕੇ ਜਿਹੜੇ ਤੁਹਾਨੂੰ ਪਤਾ ਹੋਵੇ ਤੁਸਾਂ ਆਖੋ ਜੀ ਉਹ ਬੇੜੀ ਬੁੱਢ ਸੀ ਤਾਂ ਪੂਰੇ ਲੋਕ ਪਾਣੀ ਦੇ ਵਿੱਚ ਇਕੱਲੇ ਚਲੇ ਵੈਸੇ। ਇਹ ਨਹੀਂ ਕਿ ਜਿਹੜੇ ਕੁਝ ਲੋਕ ਇਹਨੂੰ ਬਚ ਵੈਸੇ ਤੇ ਬਾਕੀ ਰਹਿ ਵੈਸੇ। ਜੇ ਇਕਨੋਮੀ ਬੁੱਢ ਸੀ ਤਾਂ ਸਭ ਵਾਸਤੇ ਬੁੱਢ ਵੈਸੇ। ਇਸ ਵਾਸਤੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਕੁਝ ਲੋਕਾਂ ਦਾ ਫਾਇਦਾ ਕਰ ਲਓ, ਉਹਨਾਂ ਨੂੰ ਬਚਾ ਲਓ, ਉਹਨਾਂ ਵਾਸਤੇ ਸਾਰੇ ਵਸਾਇਲ ਲੈ ਦਿਓ ਤੇ ਬਾਕੀਆਂ ਨੂੰ ਛੋੜ ਦਿਓ। ਇਹ ਜਿਹੜਾ ਮਿਲਟਰੀ ਸਿਵਲ ਅਕਾਊਂਟਸ ਇੱਕ ਹੋਰ ਤਰੀਕਾ ਹੈ। ਹੁਣ ਇਹਦੇ ਬਾਰੇ ਅਖਬਾਰਾਂ 'ਚ ਹੀ ਆਉਂਦਾ ਪਿਆ, ਲੋਕ ਲਿਖਦੇ ਵੀ ਪਏ, ਲੇਕਿਨ ਜੇ ਤੱਕ ਸ਼ਹਿਰੀ ਇਕੱਠੇ ਹੋ ਕੇ ਕੋਈ ਐਸੇ ਇਦਾਰੇ ਕਾਇਮ ਨਾ ਕਰਨ ਜਿਹਦੇ ਵਿੱਚ ਮਕਾਲਮਾ ਸ਼ੁਰੂ ਹੋਵੇ
जिवें तुसीं आखदे हो कि ज़ाती तौर ते असां करेने अफसरां नाल जाना नाल लेकिन पेशावराना तौर ते भी इदारे बनने चाहिए जिहदे मकालमा होना चाहिए उन्हें दसना चाहिए कि साडा सांझा मसला है सानू सब नूं सांझे मिल के दे हल कड्ढने चाहिए ਇਹਦੇ कोई मुल्क की बेइज्जती कोई नहीं ਇਹਦੇ मुल्क के दिफा ਨੂੰ कोई खतरा नहीं ये अखबारें चीज़ां आ गई मीडिया च आ गई हर किसी को पता है तो क्योंकि ये वसाइल आमने सिविलियंस को हैं तो जाहिर है उन्होंने खुद पूछना भी है गलबात भी करनी उस तो बाद एक बड़ी दिलचस्प उन्हें मिसाल दी है शाहरुख रफी खान ने कि फौजिया ने बहुत सारे स्कूल ते कॉलेज ते हस्पताल बनाए हुए वो भी जाहिर है फलाह के नां ते ਉਹਦਾ बजट भी ਜਿਹੜਾ है वो टैक्स ਦੇ ਵਾਲੇ जेब तो आंदा है उस आखे the crude outcome indicators also show a worse performance of military in most cases with schools and hospitals getting more crowded कि ਉਹ ਜਿਹੜੇ ਇਦਾਰੇ ਆਪਣੇ ਲੋਕਾਂ ਵਾਸਤੇ ਵੀ ਚਲਾਉਂਦੇ ਪੈਣ ਉਹਦੇ ਵਿੱਚ ਵੀ ਉਹਦਾ ਮਿਆਰ ਉਹ ਘਟਦਾ ਵੈਂਦਾ ਖਰਾਬ ਹੁੰਦਾ ਪਿਆ ਉਹਨੂੰ ਵੀ ਚਲਾਉਣ ਵਾਸਤੇ ਉਹ बेहतरीन सलाहियत नहीं रखेंगे एडमिनिस्ट्रेटिव सलाहियत है उन्होंने एक सलाहियत है एडमिनिस्ट्रेटिव कि उन्होंने ऑर्डर देना तो ऑर्डर से चलना यह आंदा अफसर ने ऑर्डर देना है तो जवान ने ऑर्डर से चलना इस एक सलाहियत होने नाल तुसीं दुनिया के हर मसले का हल नहीं कर सकते ये लड़ाई लड़न वास्ते शायद बहुत कारामद चीज़ होवे कि भाई सारी जड़ी है फौज वो एक कमांड ते चले एक इशारे से चले हमला करना पिछू हटना लेकिन कारोबार करने वास्ते सियासत करने वास्ते फलाही इदारे चलावन वास्ते इस सलाहियत नाल सिर्फ काम नहीं हो सकता वो वास्ते वो जमा तफीक दियां वो दूई चीज़ां चाहिए अच्छा उस तो बाद उन्होंने गल कीता है सब तो अहम गल जी कि साड़ी पूरी 70 साल की तारीख तो मुतलक है साड़ी पूरी अशराफिया तो फौजी या गैर फौजी तो मुतलक है तो जी साढ़े भी जहन होनी चाहिए जोड़ा अस तरक्की का कम समझेने आया वह कोई इंसाफ के नाल तल्लुक है या नहीं है आया बेइंसाफी नाल तरक्की हो सकती है वे लोग हीने होने उन्होंने हक मार के तरक्की हो सकती है कोई कारोबार के असूल कोई मुआशियात के असूल ਇਹਦਾ ਉਸ ਨਾਲ ਤਾल्लुक नहीं है ਇਹਦਾ ਸਾਡੀ ਅਖਲਾਕੀਆਤ ਦੇ ਨਾਲ ਤਾल्लुक है ਜਿਹੜਾ ਬੁਨਿਆਦੀ ਵਿਗਾੜ ਹੈ ਸਾਡਾ ਉਹ ਅਖਲਾਕੀ ਵਿਗਾੜ ਹੈ ਜਿਸ ਦੀ ਵਜ੍ਹਾ ਤੋਂ ਬਾਕੀ ਸਾਰੇ ਵਿਗਾੜ ਪੈਦਾ ਹੁੰਦੇ ਪਏ ਮੈਂ ਤੁਹਾਨੂੰ ਇੱਕ ਦਿਲਚਸਪ ਵਾਕਿਆ ਸੁਣਾਉਣਾ ਚਾਹੁੰਦਾ ਅਫਰੀਕਾ ਵਿੱਚ ਇੱਕ ਰਿਵਾਇਤ ਹੈ ਜਿਸ ਨੂੰ ਆਖਦੇ ਨੇ ਉਬੰਤੂ ਦਾ ਉਹ ਮਤਲਬ ਹੈ ਜਿਹੜਾ ਅਸਾਂ ਸਾਂਝ ਦਾ ਮਤਲਬ ਲੈਂਦੇ ਹਾਂ ਸਾਡੇ ਮੁਲਕ ਵਿੱਚ ਉਹ ਆਖਦੇ ਕੋਈ ਐਂਥਰੋਪੋਲੋਜਿਸਟ ਆਈ ਹੁਣ ਇਹ अपनी ਕਾਢਾਂ ਕੱਢਦੇ ਰਹਿੰਦੇ ਨੇ ਕਿ ਜੀ ਇਹ ਤਰੱਕੀ ਤਾਂ ਨਹੀਂ ਕੀਤੀ ਅਫਰੀਕਾ ਨੇ ਜਾਂ ਏਸ਼ੀਆ ਨੇ ਜਾਂ ਇਹਨਾਂ ਮੁਲਕਾਂ ਨੇ ਇਹਨਾਂ ਵਿੱਚ ਜਿਹੜਾ ਹੈ ਨਾ ਉਹ ਉਲੇਲ ਕੋਈ ਨਹੀਂ ਇੰਡੀਵਿਜੂਅਲ ਫਰੀडम ਦੀ कि जी मैं कल अपने वास्ते हासिल करना लड़ना ये सारी मगरब की कामयाबी की इो गल है इंडिविजुअल ड्राइव अपने कले वास्ते सब कुछ हासिल करने वास्ते उन्हें आखे ये इन्हें जज्बा पैदा करना चाहिए किवें दूआ लफ्ज़ इस्तेमाल करते इंसेंटिव ये जी उन्होंने अपने हिसाब बनाए ड्राइव किवें पैदा करनी है इंसेंटिव दो इंसेंटिव दे तो ठीक हो वैसे वो आम बंदे उन्हें समझाते जिमें वो नफ्सियात दाना पावलो दा कुत्ता कि वो जिसले कुत्ते नूं रोटी देंदा है ਉਹਦੇ ਮੂੰਹ ਤੋਂ ਰਫਲੂ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਨਾਲ ਘੰਟੀ ਵਜਾਉਂਦਾ ਹੈ ਕੁੱਤੇ ਨੇ ਨੋਟ ਕੀਤਾ ਕਿ ਜਦੋਂ ਘੰਟੀ ਵੱਜਦੀ ਉਸ ਵੇਲੇ ਖਾਣ ਨੂੰ ਮਿਲਦਾ ਉਸ ਵੇਲੇ ਜਦੋਂ ਘੰਟੀ ਵੱਜਦੀ ਉਹਦੇ ਮੂੰਹ 'ਚ ਰਫਲੂ ਆਉਣਾ ਸ਼ੁਰੂ ਹੋ ਜਾਂਦਾ ਹੈ ਉਹ ਕਿ ਤੁਸੀਂ ਇਹਨੂੰ ਅਸੀਂ ਕੰਡੀਸ਼ਨਿੰਗ ਤੁਸੀਂ ਇਨਸੈਂਟਿਵ ਦਿੰਦੇ ਰਹੋ ਤੁਸੀਂ ਕੰਡੀਸ਼ਨਿੰਗ ਕਰਦੇ ਹੋ ਤਾਂ ਉਹ ਪਰੇ ਤੋਂ ਐਸੇ ਬਾਤੋਂ ਤਰੱਕੀ ਕਰੇ ਉਹ ਗਏ ਐਂਥਰੋਪੋਲੋਜਿਸਟ ਉਹਨਾਂ ਨੇ ਕੋਈ ਬਾਲਾਂ ਨੂੰ ਇਕੱਠੇ ਕੀਤਾ कोई 12, 13, 14, 15 साल के बाद एक मैदान बन के खड़ा करते कतार बना के तो
ਉਹ ਦੂਏ ਪਾਸੇ ਉਹਨਾਂ ਬਣ ਕੇ ਇੱਕ ਵੱਡੀ ਟੋਕਰੀ ਫਲਾਂ ਦੀ ਰੱਖ ਦਿੱਤੀ। ਉਹ ਸਾਰੇ ਫਲ ਉਹਦੇ ਇਕੱਠੇ ਕਰਕੇ ਰੱਖ ਦਿੱਤੇ। ਉਹਨਾਂ ਆਖਿਆ ਵੀ ਹੁਣ ਤੁਸੀਂ ਲਾਉਣੀ ਹੈ ਦੌੜ। ਤੇ ਜਿਹੜਾ ਸਭ ਤੋਂ ਪਹਿਲੇ ਉੱਥੇ ਪਹੁੰਚ ਗਿਆ ਸੀ ਨਾ ਟੋਕਰੀ, ਉਹ ਸਾਰੀ ਟੋਕਰੀ ਉਹਨੂੰ ਫਲਾਂ ਦੀ ਮਿਲ ਵੈਸੇ ਤੁਸੀਂ ਹੁਣ ਦੌੜ ਲਾ ਕੇ ਉਹ ਟੋਕਰੀ ਲੈਣੀ ਹੈ। ਉਹਨਾਂ ਆਖਿਆ ਵੀ ਇਹ ਜਿਹੜੇ ਨੇ ਇਹਨਾਂ ਨੂੰ ਕੋਈ ਅਕਲ ਕੋਈ ਨਹੀਂ, ਤੇ ਇਹਨਾਂ ਨੂੰ ਮੁਕਾਬਲੇ ਦੀ ਅਸਾਂ ਫਹਿਮ ਸ਼ੌਕ ਪੈਦਾ ਕਰਨਾ। ਉਹ ਬੜੇ ਹੈਰਾਨ ਹੋਏ। ਉਹ ਸਦਮਾ ਉਹਨਾਂ ਨੇ ਇਹ ਹੋਇਆ ਕਿ ਉਹ ਬਾਲ ਹੌਲੇ ਹੌਲੇ ਰਮ ਕੇ ਟੁਰਦੇ ਸਭ ਉੱਤੇ ਪਹੁੰਚ ਗਏ। ਕੋਈ ਭਜਿਆ ਕੋਈ ਨਹੀਂ, ਕੋਈ ਅੱਗੋਂ ਨਹੀਂ ਨਿਕਲਿਆ। ਉਹਨਾਂ ਕਿ ਇਹ ਕੀ ਕੀਤਾ? ਉਹਨਾਂ ਕਿ ਇਕੱਲੇ ਖਾਣ ਦਾ ਕੀ ਮਜ਼ਾ, ਰਲ ਕੇ ਖਾਓ ਸਾਰੇ। ਤੇ ਭੱਜਣ ਦੀ ਕੀ ਲੋੜ ਹੈ, ਆਰਾਮ ਨਾਲ ਬਣ ਕੇ ਲੈ ਸਕਦੇ ਹਾਂ। ਹੁਣ ਉਹ ਫਲ ਤਾਂ ਉਹਨਾਂ ਨੂੰ ਮਿਲ ਗਿਆ ਜੋ ਉਹਨਾਂ ਨੇ ਲਾਉਣਾ ਹੈ, ਲੇਕਿਨ ਉਹ ਤਰੀਕੇ ਤੋਂ ਵੱਖਰੇ ਵੱਖਰੇ ਹਨ। ਇਹਦਾ ਤਾਲੁਕ ਸਾਡੇ ਆਪਣੇ ਸੋਚਣ ਦੇ ਨਾਲ ਹੈ। ਅਸਾਂ ਰਲ ਕੇ ਰਲ ਵਰਤੀਏ, ਵੱਤ ਵੀ ਅਸਾਂ ਪਹੁੰਚ ਸਕਦੇ ਹਾਂ ਉੱਥੇ, ਤੇ ਕੋ ਸਾਂਝ ਕਰੀਏ, ਸਾਂਝ ਨਾ ਕਰੀਏ, ਵੱਤ ਵੀ ਅਸਾਂ ਉੱਥੇ ਵੰਡ ਸਕਦੇ ਹਾਂ। ਅਸਾਂ ਆਪਣੇ ਵਾਸਤੇ ਕੀ ਚੁਣਿਆ? ਤੇ ਸਾਡੇ ਜਾਂ ਮੁਲਕਾਂ ਹੈ ਜਿੱਥੇ ਪਹਿਲੇ ਵੀ ਗਰੀਬੀ ਹੈ, ਤੇ ਬਲਕਿ ਤਰੱਕੀ ਦੇ ਆਉਣ ਨਾਲ ਗਰੀਬੀ ਵੱਧ ਗਈ ਹੈ ਕਈ ਹਿਸਾਬ ਦੇ ਨਾਲ। ਉਹਦੇ ਵਿੱਚ ਇਹ ਆਪ ਕਰਨ ਦੇ ਨਾਲ ਉਹ ਅਸਾਂ ਅੱਗੋਂ ਨਹੀਂ ਵੱਧ ਸਕਦੇ ਜਦ ਤੱਕ ਅਸਾਂ ਦੂਏ ਜਿਨ੍ਹਾਂ ਨੇ ਮਿਹਨਤ ਕਰਨੀ ਹੈ, ਜਿਨ੍ਹਾਂ ਨੇ ਫੈਕਟਰੀਆਂ ਚਲਾਉਣੀਆਂ, ਜਿਨ੍ਹਾਂ ਨੇ ਹਲ ਚਲਾਉਣਾ, ਜਿਨ੍ਹਾਂ ਨੇ ਟਰੈਕਟਰ ਚਲਾਉਣਾ ਹੈ, ਜਿਨ੍ਹਾਂ ਨੇ ਕਾਰੋਬਾਰ ਚਲਾਉਣਾ ਹੈ, ਉਹਨਾਂ ਦੀ ਸਿਹਤ ਦਾ, ਉਹਨਾਂ ਦੀ ਤਾਲੀਮ ਦਾ, ਉਹਨਾਂ ਦੀ ਭਲਾਈ ਦਾ ਖਿਆਲ ਨਾ ਕਰੀਏ। ਇਹ ਸਭ ਤੋਂ ਅਹਿਮ ਗੱਲ ਹੈ। ਇਹ ਮਕਸਦ ਫੌਜ ਦੀ ਮੁਖਾਲਫਤ ਕਰਨਾ ਜਾਂ ਸਿਵਿਲੀਅਨ ਦੀ ਹਿਮਾਇਤ ਕਰਨਾ ਜਾਂ ਕਰਪਸ਼ਨ ਦੀ ਹਿਮਾਇਤ ਕਰਨਾ ਤੇ ਜਵਾਬਦੇਹੀ ਦਾ ਉਹ ਮਸਲਾ ਨਹੀਂ ਹੈ। ਮਸਲਾ ਇਹ ਹੈ ਕਿ ਸਾਡੀ ਜਿਹੜੀ ਅਸ਼ਰਾਫੀਆ ਹੈ ਉਹਨੇ ਅਗਰ ਉਹ ਇਨਸਾਫ ਦੇ ਨਾਲ ਨਹੀਂ ਸੋਚੇਂਦੀ, ਲੋਕਾਂ ਦੀ ਭਲਾਈ ਦੇ ਬਾਰੇ ਨਹੀਂ ਸੋਚੇਂਦੀ, ਸਭ ਨੂੰ ਇਕੱਠੇ ਲੈ ਕੇ ਅੱਗੋਂ ਵਧਣ ਦੀ ਗੱਲ ਨਹੀਂ ਸੋਚੇਂਦੀ, ਅਸੀਂ ਅੱਗੋਂ ਵੱਧ ਨਹੀਂ ਸਕਦੇ। ਜਿਹੜਾ ਸਾਨੂੰ ਅੱਜ ਨਜ਼ਰ ਆਉਂਦਾ ਪਿਆ ਕਿ ਅਸੀਂ ਜਿਹੜਾ ਕਰਜ਼ਾ ਲਿਆ ਹੋਇਆ ਅਸਾਂ ਉਹਨੂੰ ਦੇਵਣ ਦੇ ਕਾਬਿਲ ਵੀ ਨਹੀਂ ਹੋ ਸਕਦੇ। ਇਹ ਬਹੁਤ ਸਾਰੇ ਭੁਲੇਖੇ ਸਾਡੇ ਬਣੇ ਹੋਏ। ਆਖਰ ਵਿੱਚ ਤੁਹਾਡੀ ਇੱਕ ਤਫਰੀਹ ਤਬਾਹ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਚਾਹੁੰਦਾ ਕਿ ਜਿਹੜੇ ਸਾਡੇ ਆਪਣੇ ਮੁਗਲ ਤੇ ਪੜ੍ਹੇ ਲਿਖਣ ਦੇ ਲੋਕ ਹੁੰਦੇ ਹਨ ਕਿ ਅਸਾਂ ਆਖਦੇ ਹਾਂ ਕਿ ਆਮ ਜਿਹੜਾ ਬੰਦਾ ਹੈ, ਜਿਹੜਾ ਗਰੀਬ ਬੜਾ ਹੈ, ਜਿਹੜਾ ਹੀਣਾ ਹੈ, ਉਹ ਸੁਸਤ ਹੈ, ਕੰਮ ਕਰਨ ਦਾ ਸ਼ੌਕ ਕੋਈ ਨਹੀਂ, ਆੜ ਪਾੜ ਕੋਈ ਨਹੀਂ, ਅਕਲ ਕੋਈ ਨਹੀਂ। ਤੇ ਉਹਦੇ ਬਾਰੇ ਲਤੀਫਾ ਬਣਿਆ ਹੋਇਆ ਕਿ ਇੱਕ ਬਰਤਾਨੀਆ ਦਾ ਹਾਈ ਗੋਰਾ ਉਹ ਅਫਰੀਕਾ ਦੇ ਜੰਗਲਾਂ 'ਚ ਚਲਾ ਗਿਆ। ਉਸ ਆਖੇ ਯਾਰ ਇਹ ਲੋਕ ਬੜੇ ਇਹਨਾਂ ਦੇ ਪਿਛੋਕੜ ਇਹਨਾਂ ਨੂੰ ਕੀ ਪਤਾ ਦੁਨੀਆ ਕਿਤਨੀ ਤਰੱਕੀ ਕਰ ਗਈ। ਉਹਨੂੰ ਇੱਕ ਬੰਦਾ ਨਜ਼ਰ ਆਇਆ ਅਫਰੀਕੀ, एक हिंदुस्तान का कार्टूनिस्ट है शंकर, उन्हें एक कार्टून बनाया है बड़ा दिलचस्प। ते उन्हें सिगरेट की डब्बी कड्डी, वो हलाई, उन्हें विखाई बंदे, वो बड़ा हैरान होकर देखता रहा। बाद वो सिगरेट कड्डिया, वो मुंह च रखिया, वो बंदा बड़ा हैरान होकर देखता भी एक करें। उस तो बाद माचिस कड्डी, वो तीली लाई, उन्होंने अग लगी, बाद सिगरेट लाई, सिगरेट उन्हें पीना शुरू कर दिता। वो बंदा हैरान होकर उन्हें वेखदा पिया। उस आखे यार ये वेखो ये अफ्रीका के लोग ये तो बिल्कुल ही पिछोकड़े ने, इन्होंने माचिस का पता है ना, तीली का पता है ना, सिगरेट का पता है ना कुछ। वो अलविदा खड़ोता है। थोड़ी देर बाद वो बंदा आए, उन्हें पत्ते शत्ते नाल अपने आप को ढके हुए आए। उन्हें थोड़ी देर बाद अपने पत्ते ते हाथ मारा तो एक सिगार कटिया, वो ला लिया। उस बाद दूए पत्ते ते उन्हें लाइटर कटिया, वो उन्हें विखाया गोरे ने, और लाइटर ला के सिगार चला लिया। उन्होंने कहा उस आखे यार तुसा जिहड़ा है कमाल है, तुहाडे कोल हाल तक लाइटर ते सिगार ही नहीं पहुंचे, तुसीं सिगरेट ते माचिस ते वधे होए। ते ये जिहड़ा है ना वो असल गल है विखाउणी कि असां जिन्हां लोकां दे बारे ये राय रखने हैं कि उन्हां दी सोच बड़ी पिछोकड़ है, वो पिछू रहना चाहते हैं, वो सुस्त हैं, काम नहीं करना चाहते, वो रल के साडे नाल दे नहीं बन सकते। वो साडी अपनी थोड़ी सोच दे विच सब ਨੂੰ ਸਾਨੂੰ ਬਰਾਬਰ ਦਾ ਜ਼ਹਿਨ ਮਿਲਿਆ ਹੈ, ਬਰਾਬਰ ਦਾ ਸ਼ੌਕ ਮਿਲੇ ਹੋਏ ਹਨ, ਬਰਾਬਰ ਦੇ ਕੰਮ ਕਰਨ ਦੀ ਅਹਲੀਅਤ ਮਿਲੀ ਹੋਈ ਹੈ। ਉਹ ਜੇ ਅਸਾਂ ਕਰੀਏ ਤੇ ਉਹ ਰਲ ਕੇ ਕਰੀਏ ਤਾਂ ਅਸਾਂ ਜਿਸ ਹੱਦ ਤੱਕ ਬਣ ਸਕਨੇ ਹਾਂ ਉਹਦਾ ਹਾਲੀ ਕੋਈ ਅੰਦਾਜ਼ਾ ਹੀ ਕੋਈ ਨਹੀਂ।
ਉਹ ਜਿੱਥੇ ਅਸਾਂ ਖਲੋਤੇ ਹਾਂ ਅਸਾਂ ਖੁਦ ਆਪਣਾ ਰਾਹ ਖੁਦ ਡੱਕਿਆ ਹੋਇਆ ਉਹਦੇ ਡੱਕਣ ਦੀ ਵਜ੍ਹਾ ਇਹ ਹੈ ਅਸਾਂ ਜਿਹੜੇ ਲੋਕ ਕਿਸੇ ਕੰਮ ਦੇ ਅਹਿਲ ਨਹੀਂ ਉਹਨਾਂ ਨੂੰ ਉਸ ਕੰਮ ਦਾ ਜ਼ਬਰਦਸਤੀ ਅਹਿਲ ਕਰਨ ਦੀ ਸਾਬਿਤ ਕਰਨ ਦੇ ਜਿਹੜੇ ਤਰੀਕੇ ਲਾਗੂ ਹੋਣੇ ਚਾਹੀਦੇ ਨੇ ਉਸ ਤੇ ਨਹੀਂ ਕਰਿੰਦੇ ਆਪਣੇ ਤੌਰ ਤੇ ਕੱਲਿਆਂ ਜਾਂ ਵਸੂਆਂ ਦੇ ਵਿੱਚ ਜਿਹੜੇ ਅਸਲ ਲੋਕ ਸਰਕਾਰ ਦਰਬਾਰ ਤੋਂ ਬਾਹਰ ਵੀ ਹੈ ਅਸਾਂ ਵੀ ਆਪਣੀ ਜ਼ਿੰਮੇਵਾਰੀ ਸਾਡੇ ਵੀ ਬਹੁਤ ਸਾਰੀ ਕਰਨ ਵਾਲੀਆਂ ਚੀਜ਼ਾਂ ਜਿਹੜੇ ਅਸਾਂ ਨਹੀਂ ਕਰਿੰਦੇ ਇੱਥੇ ਮੈਂ ਖਤਮ ਕਰ ਦੇਣਾ ਕੋਈ ਹੋਰ ਸਵਾਲ ਹੈ ਤੇ ਠੀਕ ਹੈ ਨਹੀਂ ਤੇ ਬਾਅਦ ਅਗਲੇ ਜੁਮੇ ਮੁਲਾਕਾਤ ਹੋਸੀ ਇਨਸ਼ਾਅੱਲਾ चलो जी कामरान साहब जी मैं बंद कर रहा हूँ हाँ